ਅੱਜ ਆਪਾਂ ਸੈਸ਼ਨ 4th ਕਰਾਂਗੇ ਇੰਡੀਅਨ ਇਕੋਨਮੀ ਦਾ। ਹੁਣ ਤੱਕ ਆਪਾਂ ਨੇ ਮੋਨਿਟਰੀ ਪੋਲਿਸੀ ਰਾਜ ਅੱਛੀ ਤਰ੍ਹਾਂ ਕੀਤੀ ਸੀਗੀ, ਠੀਕ ਹੈ। ਮੋਨਿਟਰੀ ਪੋਲਿਸੀ, ਫਿਰ ਮੋਨਿਟਰੀ ਪੋਲਿਸੀ ਕਮੇਟੀ ਕੀਤੀ ਸੀ ਆਪਾਂ ਨੇ, ਕੁਆਂਟੀਟੇਟਿਵ ਟੂਲਸ ਕੀਤੇ ਸੀ, ਕੁਆਲੀਟੇਟਿਵ ਟੂਲ ਕੀਤੇ ਸੀਗੇ, ਠੀਕ ਹੈ ਰਾਜੇ। ਫਿਰ ਆਪਾਂ ਨੇ ਜਿਹੜਾ ਲਾਸਟ ਸੈਸ਼ਨ ਦੇ ਵਿੱਚ ਬੈਂਕਿੰਗ ਵਾਲਾ ਵੀ ਪੋਰਸ਼ਨ ਥੋੜ੍ਹਾ ਜਿਹਾ ਕਰ ਲਿਆ ਸੀਗਾ, ਠੀਕ ਹੈ। ਬੈਂਕਸ ਕਿਵੇਂ ਇਵੋਲਵ ਹੋਏ, ਪਹਿਲਾਂ ਕਿਹੜਾ ਬੈਂਕ ਸੀ, ਫਿਰ ਪ੍ਰੈਜ਼ੀਡੈਂਸੀ ਬੈਂਕਸ ਆਏ ਆਪਣੇ, ਫਿਰ ਇੰਪੀਰੀਅਲ ਬੈਂਕ ਆਇਆ, ਸਟੇਟ ਬੈਂਕ ਆਫ ਇੰਡੀਆ ਆਇਆ, ਠੀਕ ਹੈ। ਫਿਰ ਬੈਂਕ ਦੀ ਅਸੀਂ ਨੈਸ਼ਨਲਾਈਜੇਸ਼ਨ ਕੀਤੀ 69 ਦੇ ਵਿੱਚ। ਉਸ ਤੋਂ ਬਾਅਦ ਬੱਚੇ ਕੀ ਹੋਇਆਗਾ, ਆਪਣੇ ਨਵੇਂ ਬੈਂਕਸ ਜਿਹੜੇ ਲੈ ਕੇ ਆਉਂਦੇ ਨੇ, ਠੀਕ ਹੈ। LPG ਕ੍ਰਾਈਸਿਸ ਆ ਗਈ ਸੀ 1990s ਦੇ ਵਿੱਚ, ਠੀਕ। BOP ਕ੍ਰਾਈਸਿਸ ਆ ਗਈ ਸੀ, ਅਸੀਂ ਫਿਰ LPG ਰਿਫੋਰਮਸ ਲੈ ਕੇ ਆਏ ਸੀਗੇ, ਠੀਕ ਹੈ ਜੀ। ਅਤੇ ਉਹਨਾਂ ਦੇ ਦੌਰਾਨ ਹੀ ਅਸੀਂ ਨਰਸਿਮਨ ਕਮੇਟੀ ਇੱਕ ਵਾਰ ਕਰਕੇ ਬਿਠਾਈ ਸੀਗੀ। ਪਹਿਲਾਂ ਫਸਟ ਕਮੇਟੀ ਬਿਠਾਈ ਸੀ, ਫਿਰ ਸੈਕਿੰਡ ਵਾਰੀ ਬਿਠਾਈ ਸੀ 98 ਦੇ ਵਿੱਚ। ਕਮੇਟੀ ਨੇ ਦੋਨਾਂ ਵਾਰੀ ਇਹੀ ਚੀਜ਼ ਕਹੀ ਕਿ ਨਵੇਂ ਬੈਂਕਸ ਲੈ ਕੇ ਆਉਣੇ ਚਾਹੀਦੇ ਨੇ, ਠੀਕ ਹੈ। ਕੁਛ ਨਵੇਂ ਪ੍ਰਾਈਵੇਟ ਬੈਂਕਸ ਨੂੰ ਤੁਸੀਂ ਲੈ ਕੇ ਆਓ, ਫੋਰਨ ਬੈਂਕਸ ਨੂੰ ਲੈ ਕੇ ਆਓ, ਤਾਂ ਕਿ ਐਫੀਸ਼ੀਐਂਸੀ ਆਵੇ ਚੀਜ਼ਾਂ ਦੇ ਵਿੱਚ, ਬੈਂਕਿੰਗ ਦੇ ਵਿੱਚ, ਬੈਂਕਿੰਗ ਇਨਫਰਾਸਟਰਕਚਰ ਦੇ ਵਿੱਚ ਐਫੀਸ਼ੀਐਂਸੀ ਆਵੇ, ਠੀਕ ਹੈ ਜੀ। ਅਤੇ 2013 ਦੇ ਵਿੱਚ 3rd ਰਾਊਂਡ ਸੀ ਰਾਜੇ, ਜਿਹਦੇ ਵਿੱਚ ਕਿ 2 ਬੈਂਕਸ ਆਪਣੇ ਆਏ, IDFC ਆਇਆ ਅਤੇ ਬੰਧਨ ਬੈਂਕ ਆਇਆ, ਠੀਕ ਹੈ। ਜਿਹਦੇ ਵਿੱਚ ਚੰਦਰ ਕੁਮਾਰ ਘੋਸ਼ ਆਪਾਂ ਨੇ ਨਾਮ ਦੱਸਿਆ ਸੀਗਾ, ਠੀਕ ਹੈ ਜੀ। ਅਤੇ ਹੋਰ ਰਾਜੇ ਇਸ ਤੋਂ ਇਲਾਵਾ ਅਸੀਂ ਹੋਰ ਵੀ ਚੀਜ਼ਾਂ ਕੀਤੀਆਂ ਸੀਗੀਆਂ, ਅਤੇ ਹੁਣ ਆਪਾਂ ਉੱਥੋਂ ਹੀ ਕੰਟੀਨਿਊ ਕਰਾਂਗੇ ਬੱਚੇ 4th ਸੈਸ਼ਨ ਦੇ ਵਿੱਚ, ਠੀਕ ਹੈ। ਹੁਣ ਆਪਾਂ ਕਰਾਂਗੇ ਮਨੀ ਦੀ ਐਵੋਲੂਸ਼ਨ, ਠੀਕ ਹੈ। ਆਪਾਂ ਨੇ ਸਾਰਾ ਕੁਛ ਪੜ੍ਹ ਲਿਆ ਬੱਚੇ, ਮੋਨੀਟਰੀ ਪੋਲਿਸੀ, ਲਾਇਬਿਲਿਟੀਜ਼ ਆਫ ਬੈਂਕ ਕਮੇਟੀ, ਮਨੀ ਸਪਲਾਈ ਮੇਜਰ, ਐਵੋਲੂਸ਼ਨ ਆਫ ਬੈਂਕਿੰਗ, ਠੀਕ ਹੈ। ਡਿਫਰੈਂਸ਼ੀਅਲ ਬੈਂਕਿੰਗ, ਸਮਾਲ ਫਾਈਨਾਂਸ ਬੈਂਕ, ਪੇਮੈਂਟ ਬੈਂਕ, ਇਹ ਸਭ ਕੀਤਾ। ਅੱਜ ਆਪਾਂ ਪੜ੍ਹਾਂਗੇ ਐਵੋਲੂਸ਼ਨ ਆਫ ਮਨੀ। ਇਸੇ ਦੇ ਨਾਲ ਆਪਣਾ ਜਿਹੜਾ ਪਹਿਲਾ ਪਿਲਰ ਬੈਂਕਿੰਗ ਵਾਲਾ ਪਿਲਰ ਆ ਉਹ ਕਵਰ ਹੋ ਜਾਏਗਾ, ਠੀਕ ਹੈ ਜੀ। ਤਾਂ ਹੁਣ ਪੜ੍ਹਦੇ ਆਪਾਂ ਐਵੋਲੂਸ਼ਨ ਆਫ ਮਨੀ। ਸਭ ਤੋਂ ਪਹਿਲਾਂ ਬੱਚੇ ਐਵੋਲੂਸ਼ਨ ਦਾ ਅਗੇਨ ਮਤਲਬ ਕੀ ਹੈ, ਆਪਾਂ ਬਾਰ-ਬਾਰ ਇਹ ਚੀਜ਼ ਪੜ੍ਹ ਕੇ ਆ ਰਹੇ ਹਾਂ ਕਿ ਜਦੋਂ ਜਿਵੇਂ ਵੀ ਚੀਜ਼ ਕੋਈ ਗਰੋ ਕਰਦੀ ਹੈਗੀ, ਠੀਕ ਹੈ, ਇਵੋਲਵ ਕਰਦੀ ਹੈਗੀ, ਉਹਨੂੰ ਆਪਾਂ ਐਵੋਲੂਸ਼ਨ ਕਹਿੰਦੇ ਹਾਂ, ਠੀਕ ਹੈ। ਤਾਂ ਸਭ ਤੋਂ ਪਹਿਲਾਂ ਤਾਂ ਬਰਥ ਹੋਊਗਾ ਚੀਜ਼ ਦਾ, ਫਿਰ ਉਹ ਮੈਚੋਰ ਹੋਊਗੀ ਚੀਜ਼, ਠੀਕ ਹੈ। ਅਤੇ ਸਭ ਤੋਂ ਪਹਿਲਾਂ ਜਿਹੜੀ ਹੈ ਸਾਡੇ ਕੋਲ ਫਾਰਮ ਆਫ ਮਨੀ ਸੀ ਰਾਜੇ, ਅਸੀਂ ਇੱਕ ਪਹਿਲਾਂ ਵੀ ਦੇਖਿਆ ਸੀ, ਇਹ ਤੋਂ ਪਹਿਲਾਂ ਕੀ ਸੀਗਾ, ਬਾਰਟਰ ਸਿਸਟਮ ਸੀਗਾ। ਜਦੋਂ ਹਲੇ ਮਨੀ ਪੈਦਾ ਨਹੀਂ ਹੋਈ ਸੀ, ਇਨਵੈਂਸ਼ਨ ਨਹੀਂ ਹੋਈ ਸੀ ਹਲੇ ਪੈਸੇ ਦੀ, ਮਨੀ ਦੀ, ਠੀਕ ਹੈ। ਉਸ ਤੋਂ ਪਹਿਲਾਂ ਬਾਰਟਰ ਸਿਸਟਮ ਸੀਗਾ। ਅਤੇ ਸਭ ਤੋਂ ਪਹਿਲਾਂ ਜਦੋਂ ਬਾਰਟਰ ਸਿਸਟਮ ਖਤਮ ਕਰਕੇ ਰਾਜੇ, ਆਪਣੇ ਕੋਲ ਜਿਹੜੀ ਇੱਕ ਮਨੀ ਮਤਲਬ ਕੀ ਹੈ ਰਾਜੇ, ਇੱਕ ਇੰਟਰਮੀਡੀਏਟਰੀ ਕੁਆਂਟੀਟੀ ਕੋਮੋਡਿਟੀ ਹੈਗੀ ਚੀਜ਼, ਠੀਕ ਹੈ। ਵੀ ਜਿਹੜੀ ਚੀਜ਼ ਤੁਸੀਂ ਕਿਸੇ ਨੂੰ ਦੇ ਕੇ ਕੋਈ ਆਪਣੀ ਮਤਲਬ ਦੀ ਚੀਜ਼ ਖਰੀਦ ਸਕਦੇ ਹੋ, ਠੀਕ ਹੈ। ਤਾਂ ਪੈਸੇ ਨੂੰ ਕਿਸੇ ਮਰਜ਼ੀ ਚੀਜ਼ ਨਾਲ ਤੁਸੀਂ ਐਕਸਚੇਂਜ ਕਰ ਸਕਦੇ ਹੋ, ਠੀਕ ਹੈ। ਤਾਂ ਕਰਕੇ ਪੈਸਾ ਜਿਹੜਾ ਹੈਗਾ, ਮਨੀ ਜਿਹੜੀ ਹੈਗੀ ਇੱਕ ਇੰਟਰਮੀਡੀਏਟਰੀ ਗੁੱਡ ਹੈਗਾ, ਠੀਕ ਹੈ। ਤਾਂ ਸਭ ਤੋਂ ਪਹਿਲਾਂ ਜਿਹੜੀ ਇੰਟਰਮੀਡੀਏਟਰੀ ਦੀ ਵੈਲਿਊ ਆਪਣੇ ਕੋਲ ਆਈ ਰਾਜੇ, ਉਹ ਕੋਮੋਡਿਟੀ ਮਨੀ ਦੀ ਆਈ, ਠੀਕ ਹੈ। ਕੋਮੋਡਿਟੀ ਕੋਈ ਚੀਜ਼, ਕੋਈ ਵਸਤੂ, ਠੀਕ ਹੈ, ਸਮਝਦੇ ਹਾਂ। ਦੇਖੋ ਆਹ ਜਿਵੇਂ ਸੀਪੀਆਂ ਨਹੀਂ ਹੈ, ਠੀਕ ਹੈ। ਤਾਂ ਕਿਸੇ ਟਾਈਮ ਦੇ ਵਿੱਚ ਇਹ ਸੀਪੀਆਂ ਦੀ ਹੀ ਕਰੰਸੀ ਸੀਗੀ, ਠੀਕ ਹੈ। ਵੀ ਮੰਨ ਲਓ 10 ਸੀਪੀਆਂ ਦਾ 1 ਕਿਲੋ ਪਿਆਜ਼ ਆਏਗਾ, 100 ਸੀਪੀਆਂ ਦਾ ਕੀ ਹੋਏਗਾ, ਕੁਛ ਕੱਪੜੇ ਆਉਣਗੇ, ਜਾਂ ਹੋਰ 1 ਕਿਲੋ ਗੇਹੂੰ ਆ ਜਾਊਗੀ, ਕੁਛ ਵੀ ਹੈ ਜਾਂ ਕੁਛ, ਠੀਕ ਹੈ। ਤਾਂ ਮਤਲਬ ਇਹਨੂੰ ਐਜ਼ ਅ ਕਰੰਸੀ ਯੂਜ਼ ਕੀਤਾ ਜਾਂਦਾ ਸੀਗਾ। ਤਾਂ ਡਿਫਰੈਂਟ ਸਿਵਲਾਈਜੇਸ਼ਨਸ ਦੇ ਵਿੱਚ, ਡਿਫਰੈਂਟ ਕਮਿਊਨਿਟੀਜ਼ ਦੇ ਵਿੱਚ ਅਲੱਗ-ਅਲੱਗ ਚੀਜ਼ਾਂ, ਜਿਵੇਂ ਹੁਣ ਸਮੁੰਦਰ ਦੇ ਕੰਢੇ ਕੋਈ ਸ਼ਹਿਰ ਵਸਿਆ ਹੋਇਆ, ਠੀਕ ਹੈ। ਤਾਂ ਉੱਥੇ ਸੀਪੀਆਂ ਦੀ ਜ਼ਿਆਦਾ ਜਿਹੜੀ ਭਰਮਾਰ ਹੋਊਗੀ, ਉਹ ਸੀਪੀਆਂ ਦੀ ਵੈਲਿਊ ਹੋਊਗੀ, ਠੀਕ ਹੈ। ਮਤਲਬ ਲੋਕਾਂ ਨੂੰ ਪਤਾ ਹੋਊਗਾ ਕਿ ਹਾਂ ਸੀਪੀ ਕੋਈ ਚੀਜ਼ ਹੈਗੀ ਹੈ, ਠੀਕ ਹੈ। ਹੁਣ ਇਹ ਹੈਗੇ ਨੇ ਰਾਜੇ ਕੋਕੋ ਬੀਨਸ, ਠੀਕ ਹੈ। ਜਿਵੇਂ ਆਪਣੇ ਕੌਫੀ ਦੇ ਬੀਨਸ ਹੁੰਦੇ ਨੇ, ਉੱਦਾਂ ਹੀ ਕੋਕੋ ਬੀਨਸ ਹੁੰਦੇ ਨੇ। ਤਾਂ ਜਿਹੜੇ ਜਿੱਥੇ ਇਹ ਚੀਜ਼ਾਂ ਉਗਾਈਆਂ ਜਾਂਦੀਆਂ ਨੇ, ਉੱਥੇ ਇਸ ਦੀ ਵੈਲਿਊ ਹੈ, ਠੀਕ ਹੈ। ਤਾਂ ਜਸਟ ਇਹ ਐਜ਼ ਅ ਕੋਮੋਡਿਟੀ ਵੀ, ਠੀਕ ਹੈ, ਵੀ ਹਾਂ ਇੱਕ ਮੁੱਠੀ ਕੋਕੋ ਬੀਨਸ ਦੇ ਕੇ ਤੁਸੀਂ ਕੁਛ ਵੀ ਲੈ ਸਕਦੇ ਹੋ। ਜਿਵੇਂ ਸਾਡੇ ਕੋਲ ਮਨੀ ਹੈਗੀ ਆ ਅੱਜ, ਠੀਕ ਹੈ, ਪੇਪਰ ਮਨੀ ਹੈਗੀ ਹੈ, ਵੀ 10 ਰੁਪਏ ਦਾ ਅਸੀਂ 10 ਰੁਪਏ ਦਾ ਅਸੀਂ ਕੁਛ ਵੀ ਖਰੀਦ ਸਕਦੇ ਹਾਂ, ਜਿਹੜੇ ਸਾਡੇ ਕੋਲ ਅਵੇਲੇਬਲ ਹੈਗਾ। ਉਸੇ ਤਰ੍ਹਾਂ ਇੱਕ ਮੁੱਠੀ ਕੋਕੋ ਬੀਨਸ ਦਾ ਤੁਸੀਂ ਕੁਛ ਚੀਜ਼ ਖਰੀਦ ਸਕਦੇ ਹੋ। ਤਾਂ ਐਜ਼ ਅ ਮਨੀ ਯੂਜ਼ ਹੋ ਰਹੀ ਹੈ ਇਹ, ਠੀਕ ਹੈ। ਮਨੀ ਯੂਜ਼ ਹੋ ਰਹੀ ਹੈ, ਔਰ ਇਹ ਹੈ ਕੀ ਚੀਜ਼ ਹੈ ਰਾਜੇ, ਇੱਕ ਕੋਮੋਡਿਟੀ ਹੈਗੀ ਹੈ, ਇੱਕ ਵਸਤੂ ਹੈਗੀ ਹੈ ਚੀਜ਼। ਤਾਂ ਕਰਕੇ ਆਪਾਂ ਇਹਨੂੰ ਕਹਿੰਦੇ ਹਾਂ ਕੋਮੋਡਿਟੀ ਮਨੀ, ਠੀਕ ਹੈ। ਉਦੋਂ ਬਾਅਦ 'ਚੋਂ ਰਾਜੇ ਆਪਣੇ ਕੋਲ ਆਇਆ ਮੈਟੈਲਿਕ ਮਨੀ, ਠੀਕ ਹੈ। ਜਿਵੇਂ ਕਿ ਆਪਾਂ ਗੱਲ ਕਰਦੇ ਹਾਂ ਸੋਨਾ ਚਾਂਦੀ, ਹੈ ਨਾ। ਹਾਲੇ ਕੁਆਇਨੇਜ ਦੀ ਗੱਲ ਨਹੀਂ ਮੈਂ ਕਰ ਰਿਹਾ, ਕੁਆਇਨੇਜ ਦੀ ਗੱਲ ਨਹੀਂ ਕਰ ਰਿਹਾ। ਸਭ ਤੋਂ ਪਹਿਲਾਂ ਤਾਂ ਸੋਨਾ ਇੱਕ ਧਾਤੂ ਦੇ ਤੌਰ 'ਤੇ ਯੂਜ਼ ਹੁੰਦਾ ਸੀਗਾ, ਠੀਕ ਹੈ। ਵੀ ਧਾਤੂ ਦੇ ਤੌਰ 'ਤੇ ਵੀ 1 ਕਿਲੋ ਸੋਨਾ ਦੇ ਦਿਓ, ਸਾਡੇ ਤੋਂ ਇੰਨੀ ਚੀਜ਼ਾਂ ਤੁਸੀਂ ਲੈ ਲਓ, ਠੀਕ ਹੈ। ਐਜ਼ ਅ ਮੈਟਲ ਯੂਜ਼ ਹੋ ਰਿਹਾ, ਹਾਲੇ ਕੁਆਇਨਸ ਯੂਜ਼ ਨਹੀਂ ਹੋ ਰਹੇ। ਫਿਰ ਜਦੋਂ ਰਾਜੇ ਮਹਾਰਾਜੇ ਆਉਂਦੇ ਨੇ ਰਾਜੇ, ਫਿਰ ਕੀ ਹੈ, ਇਹ ਜਿਹੜੀ ਮੈਟੈਲਿਕ ਮਨੀ ਹੈ ਇਹ ਕੁਆਇਨੇਜ ਦੇ ਵਿੱਚ ਬਣ ਜਾਂਦੀ ਹੈ, ਠੀਕ ਹੈ। ਹਾਲੇ ਵੀ ਹੁਣ ਵੀ ਮੈਟੈਲਿਕਸ ਨੇ, ਕੋਇਨ ਓਬਵੀਅਸਲੀ ਮੈਟਲ ਦੇ ਬਣੇ ਨੇ, ਬਟ ਪਹਿਲਾਂ ਐਜ਼ ਅ ਮਤਲਬ ਕੋਮੋਡਿਟੀ ਯੂਜ਼ ਹੁੰਦਾ ਸੀਗਾ ਜਿਹੜਾ ਮੈਟਲ ਸੀਗਾ, ਹੁਣ ਐਜ਼ ਅ ਕੁਆਇਨਸ ਯੂਜ਼ ਹੋਣ ਲੱਗ ਗਿਆ, ਠੀਕ ਹੈ। ਫਰਕ ਆ ਗਿਆ ਸੀਗਾ। ਹੁਣ ਸਭ ਤੋਂ ਬਾਅਦ ਰਾਜੇ ਤੋਂ ਬਾਅਦ 'ਚ ਆਏਗਾ ਆਪਣਾ ਪੇਪਰ ਮਨੀ, ਠੀਕ ਹੈ। ਜਿਹੜੇ ਆਪਣੇ ਪੇਪਰ ਨੋਟਸ ਹੁੰਦੇ ਨੇ, ਆਪਣੇ ਕਰੰਸੀ ਨੋਟਸ ਹੁੰਦੇ ਨੇ। ਦੈਨ ਬੱਚੇ ਆਪਣੇ ਕੋਲ ਬੈਂਕ ਮਨੀ ਆਇਆ, ਠੀਕ ਹੈ, ਡੈਬਿਟ ਕਾਰਡ, ਕ੍ਰੈਡਿਟ ਕਾਰਡ, ਇਹ ਸਭ। ਔਰ ਸਭ ਤੋਂ ਫਾਈਨਲ ਜਿਹੜਾ ਐਟ ਪ੍ਰੈਜ਼ੈਂਟ ਚੱਲ ਰਿਹਾ ਰਾਜੇ ਸਭ ਤੋਂ ਜ਼ਿਆਦਾ ਕ੍ਰਿਪਟੋ ਕਰੰਸੀ, ਠੀਕ ਹੈ। ਜਿਵੇਂ ਕਿ ਅਸੀਂ ਬਿਟਕੋਇਨ ਬਾਰੇ ਪੜ੍ਹਦੇ ਹਾਂ। ਹੁਣ ਦੇਖੋ ਬਿਟਕੋਇਨ ਆਪਾਂ ਥੋੜ੍ਹਾ ਜਿਹਾ ਡਿਟੇਲ ਦੇ ਵਿੱਚ ਕਰਾਂਗੇ, ਬਹੁਤ ਜ਼ਿਆਦਾ ਡੀਪ ਨਹੀਂ ਜਾਂਦੇ ਹੈਗੇ, ਠੀਕ ਹੈ। ਥੋੜ੍ਹਾ ਜਿਹਾ ਉਹਨਾਂ ਕੁ ਕਰਾਂਗੇ ਜਿੰਨੀ ਕਿ ਤੁਹਾਡੀ ਕਿਉਰਿਓਸਿਟੀ ਹੈਗੀ ਹੈ। ਮੈਨੂੰ ਪਤਾ ਤੁਸੀਂ ਸਭ ਜਾਣਨਾ ਚਾਹੁੰਦੇ ਹੋ ਕਿ ਐਕਚੁਅਲ ਦੇ ਵਿੱਚ ਬਿਟਕੋਇਨ ਕੀ ਚੀਜ਼ ਹੈਗੀ ਹੈ, ਠੀਕ ਹੈ। ਤਾਂ ਤੁਹਾਡੀ ਕਿਉਰਿਓਸਿਟੀ ਨੂੰ ਪੂਰਾ ਕਰਨ ਵਾਸਤੇ ਆਪਾਂ ਜ਼ਰੂਰ ਪੜ੍ਹਾਂਗੇ। ਅਦਰਵਾਈਜ਼ ਪੇਪਰ ਪੁਆਇੰਟ ਆਫ ਵਿਊ ਤੋਂ ਜਿੰਨੀ ਚੀਜ਼ ਹੈਗੀ ਨਾ ਉਹ ਕਰ ਲਾਂਗੇ ਆਪਾਂ, ਠੀਕ ਹੈ। ਬਹੁਤ ਜ਼ਿਆਦਾ ਡੀਪ ਦੇ ਵਿੱਚ ਨਹੀਂ ਆਪਾਂ ਜਾਂਦੇ ਹੈਗੇ, ਠੀਕ ਹੈ। ਵੀ ਜਿਹਦੇ ਵਾਸਤੇ ਆਪਾਂ ਨੂੰ ਕੋਈ ਸਬਜੈਕਟਿਵ ਆਨਸਰ ਲਿਖਣਾ, ਉੱਦਾਂ ਨਹੀਂ ਕੁਝ ਕਰਨਾ ਆਪਾਂ ਨੇ। ਆਪਣੇ ਆਬਜੈਕਟਿਵ ਕੁਐਸਚਨ ਆਨਸਰ ਕਰਨੇ ਉਹ ਕਰ ਲਾਂਗੇ। ਅਤੇ ਥੋੜ੍ਹੀ ਕਿਉਰਿਓਸਿਟੀ ਨੂੰ ਵੀ ਮੈਂ ਕੈਟਰ ਕਰੂੰਗਾ, ਥੋੜ੍ਹੀ ਕਿਉਰਿਓਸਿਟੀ ਥੋੜ੍ਹੀ ਸ਼ਾਂਤ ਕਰਨ ਦੀ ਕੋਸ਼ਿਸ਼ ਕਰੂੰਗਾ ਮੈਂ, ਠੀਕ ਹੈ। ਵੀ ਵੋਟ ਐਕਚੁਅਲੀ ਬਿਟਕੋਇਨ ਇਜ਼, ਠੀਕ ਹੈ। ਇਹ ਸਭ ਕੁਛ ਤਾਂ ਸਟਾਰਟ ਕਰਦੇ ਹਾਂ ਬੱਚੇ ਸਭ ਤੋਂ ਪਹਿਲਾਂ ਕੋਮੋਡਿਟੀ ਮਨੀ ਤੋਂ।
ਹੁਣ ਤੁਹਾਨੂੰ ਦੱਸ ਹੀ ਦਿੱਤਾ ਮੈਂ ਕਿ ਇਹੋ ਜਿਹੀਆਂ ਜਿਹੜੀਆਂ ਚੀਜ਼ਾਂ ਨੇ ਰਾਜੇ ਐਜ਼ ਅ ਕੋਮੋਡਿਟੀ ਮਨੀ ਯੂਜ਼ ਹੁੰਦੀਆਂ ਨੇਗੀਆਂ, ਠੀਕ ਹੈ। ਮਤਲਬ ਕੋਮੋਡਿਟੀ ਇਹ ਕੀ ਹੈ, ਮੇਜ਼ਰ ਵੈਲਿਊ ਕਰਦੀ ਹੈ, ਵੀ ਆਪਾਂ ਕਹਿ ਰਹੇ 10 ਰੁਪਈਆਂ ਦੀ ਆਹ ਚੀਜ਼ ਮਿਲੂਗੀ, 100 ਰੁਪਈਆਂ ਦੀ ਆਹ ਚੀਜ਼ ਮਿਲੂਗੀ, ਹੈ ਨਾ, ਇੱਦਾਂ ਦੀਆਂ। ਤਾਂ ਅਲੱਗ-ਅਲੱਗ ਜਗ੍ਹਾ 'ਤੇ ਰਾਜੇ ਅਲੱਗ-ਅਲੱਗ ਚੀਜ਼ਾਂ ਯੂਜ਼ ਹੁੰਦੀਆਂ ਸੀ। ਜਿਵੇਂ ਅਮਰੀਕਾ ਦੇ ਵਿੱਚ ਕਿਸੇ ਟਾਈਮ 'ਤੇ ਟਬੈਕੋ ਯੂਜ਼ ਹੁੰਦਾ ਸੀਗਾ, ਕੌਰਨ, ਮੱਕੇ ਦੇ ਦਾਣੇ ਯੂਜ਼ ਹੁੰਦੇ ਸੀਗੇ, ਆਇਰਨ ਦੀਆਂ ਜਿਹੜੀਆਂ ਮੇਖਾਂ ਸੀ ਉਹ ਯੂਜ਼ ਹੁੰਦੀਆਂ ਸੀਗੀਆਂ, ਠੀਕ ਹੈ। ਤਾਂ ਮਤਲਬ ਡਿਫਰੈਂਟ ਚੀਜ਼ਾਂ ਹਰ ਲੋਕੇਸ਼ਨ 'ਤੇ ਕਈ ਵਾਰੀ ਅਲੱਗ-ਅਲੱਗ ਸਮੇਂ 'ਤੇ ਅਲੱਗ-ਅਲੱਗ ਜਗ੍ਹਾ 'ਤੇ ਡਿਫਰੈਂਟ ਕੋਮੋਡਿਟੀਜ਼ ਯੂਜ਼ ਹੁੰਦੀਆਂ ਸੀਗੀਆਂ। ਆਪਣੇ ਕੋਲ ਇੱਕ ਐਜ਼ਟੈਕ ਸਿਵਲਾਈਜੇਸ਼ਨ ਆਉਂਦੀ ਹੈ ਰਾਜੇ ਸਾਊਥ ਅਮਰੀਕਾ ਦੇ ਵਿੱਚ, ਉੱਥੇ ਕੋਕੋ ਬੀਨਸ ਜ਼ਿਆਦਾ ਹੁੰਦੇ ਸੀਗੇ। ਇੰਡੀਆ ਅਤੇ ਪੈਸੀਫਿਕ ਦੇ ਵਿੱਚ ਜਿਹੜੇ ਕਾਊਰੀ ਵੀ ਇਹੋ ਜਿਹੀ ਚੀਜ਼ ਹੁੰਦੀ ਹੈ ਰਾਜੇ, ਠੀਕ ਹੈ। ਤਾਂ ਉਹਨੂੰ ਆਪਾਂ ਕਹਿ ਸਕਦੇ ਹਾਂ ਕਿ ਇਹ ਕੋਮੋਡਿਟੀ ਐਜ਼ ਅ ਕੋਮੋਡਿਟੀ ਯੂਜ਼ ਹੁੰਦੇ ਸੀਗੇ, ਠੀਕ ਹੈ। ਫੀਜੀ ਆਪਾਂ ਨੂੰ ਪਤਾ ਰਾਜੇ ਪੈਸੀਫਿਕ ਓਸ਼ਨ ਦੇ ਵਿੱਚ ਹੈਗਾ, ਠੀਕ ਹੈ। ਇੱਥੇ ਬੇਸਿਕਲੀ ਕੀ ਹੈ, ਵੇਲ ਦੇ ਟੀਥ ਐਜ਼ ਅ ਕੋਮੋਡਿਟੀ ਮਨੀ ਯੂਜ਼ ਹੁੰਦੇ ਸੀਗੇ। ਵਰਲਡ ਵਾਰ 2 ਦੇ ਪ੍ਰਿਜ਼ਨਰਸ ਆਫ ਵਾਰ ਰਾਜੇ, ਜਿਹੜੇ ਜੰਗੀ ਕੈਦੀ ਸੀਗੇ, ਜੰਗ ਦੇ ਕੈਦੀ ਸੀਗੇ, ਉਹ ਜਦੋਂ ਜੇਲ੍ਹ ਦੇ ਵਿੱਚ ਮਤਲਬ ਬੰਦੀ ਬਣਾਏ ਹੋਏ ਸੀਗੇ, ਤਾਂ ਉਹ ਆਪਣੇ ਆਪ ਦੇ ਵਿੱਚ ਜਦੋਂ ਟ੍ਰਾਂਜੈਕਸ਼ਨਸ ਕਰਦੇ ਸੀ, ਇਨ ਸਿਗਰਟਸ ਕਰਦੇ ਸੀਗੇ, ਠੀਕ ਹੈ। ਵੀ 10 ਸਿਗਰਟਸ ਦੇ ਬਦਲੇ ਤੁਹਾਨੂੰ ਇੱਕ ਦਾਰੂ ਦੀ ਬੋਤਲ ਮਿਲ ਜੂਗੀ, ਠੀਕ ਹੈ। ਤਾਂ ਉਹ ਸਿਗਰਟਸ ਨੂੰ ਐਜ਼ ਅ ਮਨੀ ਯੂਜ਼ ਕਰਦੇ ਸੀ। ਦਿਸ ਇਜ਼ ਵਾਟ ਵੀ ਕਾਲ ਕੋਮੋਡਿਟੀ ਮਨੀ, ਠੀਕ ਹੈ। ਹੁਣ ਇੱਕ ਚੀਜ਼ ਧਿਆਨ ਦੇਣ ਵਾਲੀ ਹੈ ਵੀ ਜਿਵੇਂ ਹੁਣ ਆਪਣਾ ਰਾਜੇ ਮੈਟਲ ਮਨੀ ਹੈਗਾ, ਠੀਕ ਹੈ, 10 ਰੁਪਏ ਦਾ ਕੋਇਨ ਹੈਗਾ, ਠੀਕ ਹੈ। ਉਹ ਜਿਹੜੇ ਵੀ ਮੈਟਲ ਦਾ ਬਣਿਆ 10 ਰੁਪਏ ਦਾ ਕੋਇਨ ਆਪਣਾ, ਕੀ ਉਹ ਐਕਚੁਅਲ ਦੇ ਵਿੱਚ ਮੈਟਲ ਦੀ ਵੈਲਿਊ 10 ਰੁਪਏ ਹੈਗੀ? ਨਹੀਂ, ਇੱਦਾਂ ਨਹੀਂ ਹੈਗਾ, ਠੀਕ ਹੈ, ਇੱਦਾਂ ਨਹੀਂ ਹੈਗਾ। ਤਾਂ ਉਹ ਥੋੜ੍ਹਾ ਜਿਹਾ ਫਰਕ ਹੈਗਾ, ਠੀਕ ਹੈ। ਤਾਂ ਇਹਨੂੰ ਇਸੇ ਚੀਜ਼ ਨੂੰ ਆਪਾਂ ਟੋਕਨ ਮਨੀ ਕਹਿੰਦੇ ਹੁੰਦੇ ਹਾਂ। ਅੱਗੇ ਪੜ੍ਹਦੇ ਹਾਂ ਆਪਾਂ, ਠੀਕ ਹੈ। ਹੁਣ ਕੋਮੋਡਿਟੀ ਮਨੀ ਦੇ ਰਾਜੇ ਕੁਛ ਫਾਇਦੇ ਨੇ, ਕੁਛ ਨੁਕਸਾਨ ਨੇ, ਪਹਿਲੀ ਗੱਲ ਤਾਂ, ਠੀਕ ਹੈ। ਹੁਣ ਜਿਵੇਂ ਆ ਸਾਰੀ ਕੋਮੋਡਿਟੀ ਮਨੀ ਆਪਣੀ, ਠੀਕ ਹੈ, ਸਿੱਪੀਆਂ ਨੇਗੀਆਂ, ਕੋਕੋ ਬੀਨਸ ਨੇ, ਇਹ ਕੋਮੋਡਿਟੀ ਮਨੀ ਆ। ਹੁਣ ਇਹਦੇ ਫਾਇਦੇ ਨੁਕਸਾਨ ਦੇਖਦੇ ਆਪਾਂ। ਇੱਕ ਤਾਂ ਰਾਜੇ ਸਭ ਤੋਂ ਪਹਿਲੀ ਗੱਲ ਇਹਦੀ ਇੰਟਰਿੰਸਿਕ ਵੈਲਿਊ ਹੁੰਦੀ ਹੈਗੀ। ਇੰਟਰਿੰਸਿਕ ਵੈਲਿਊ ਦਾ ਕੀ ਮਤਲਬ ਹੈ ਰਾਜੇ, ਠੀਕ ਹੈ। ਹੁਣ ਕੀ ਮਤਲਬ ਸੀਗਾ ਵੀ ਸਿਗਰਟ ਨੂੰ ਤੁਸੀਂ ਜਦੋਂ ਤੱਕ ਕੋਮੋਡਿਟੀ ਜਦੋਂ ਤੱਕ ਐਜ਼ ਅ ਮਨੀ ਯੂਜ਼ ਕਰਨਾ ਉਹ ਵੀ ਠੀਕ ਹੈ। ਅਦਰਵਾਈਜ਼ ਤੁਸੀਂ ਸਿਗਰਟ ਨੂੰ ਯੂਜ਼ ਵੀ ਕਰ ਸਕਦੇ ਹੋ, ਠੀਕ ਹੈ। ਇੱਕ ਵਾਰ ਤਾਂ ਤੁਸੀਂ ਕੋਮੋਡਿਟੀ ਮਨੀ ਤਰ੍ਹਾਂ ਯੂਜ਼ ਕਰ ਸਕਦੇ ਹੋ, ਵੀ 10 ਸਿਗਰਟ ਦੇ ਬਦਲੇ ਇੱਕ ਐਲਕੋਹਲ ਦੀ ਬੋਤਲ ਹੋ ਗਈ, ਠੀਕ ਹੈ, ਇੱਕ ਦਾਰੂ ਦੀ ਬੋਤਲ ਹੋ ਗਈ। ਜਾਂ ਫਿਰ ਤੁਸੀਂ ਸਿਗਰਟ ਨੂੰ ਖੁਦ ਵੀ ਯੂਜ਼ ਕਰ ਸਕਦੇ ਹੋ, ਖੁਦ ਵੀ ਸਿਗਰਟ ਪੀ ਸਕਦੇ ਹੋ, ਠੀਕ ਹੈ। ਤਾਂ ਮਤਲਬ ਇਹ ਆਪਣੇ ਆਪ ਦੇ ਵਿੱਚ ਵੀ ਯੂਜ਼ੇਜ ਹੋ ਸਕਦੀ ਹੈ ਇਸ ਚੀਜ਼ ਦੀ, ਠੀਕ ਹੈ। ਟਬੈਕੋ ਹੈ, ਤੁਸੀਂ ਆਪਣੇ ਆਪ ਵੀ ਯੂਜ਼ ਕਰ ਸਕਦੇ ਹੋ, ਇੱਕ ਇਹਨੂੰ ਮਨੀ ਦੇ ਤੌਰ 'ਤੇ ਵੀ ਯੂਜ਼ ਕਰ ਸਕਦੇ ਹੋ, ਆਪਣੇ ਆਪ ਵੀ ਯੂਜ਼ ਕਰ ਸਕਦੇ ਹੋ, ਠੀਕ ਹੈ। ਕੋਕੋ ਬੀਨਸ ਆਪਣੇ ਆਪ ਵੀ ਯੂਜ਼ ਕਰ ਸਕਦੇ ਹੋ। ਤਾਂ ਮਤਲਬ ਇਹਨਾਂ ਦੀ ਆਪਣੀ ਵੀ ਇੱਕ ਵੈਲਿਊ ਹੈਗੀ ਹੈ, ਠੀਕ ਹੈ। ਇੱਦਾਂ ਨਹੀਂ ਹੈਗਾ ਜੇ ਹੁਣ 100 ਰੁਪਏ ਦਾ ਨੋਟ ਹੈਗਾ ਰਾਜੇ, 100 ਰੁਪਏ ਦਾ ਨੋਟ ਹੈ, ਠੀਕ ਹੈ, ਇਹਦੀ ਇੱਕ ਮਨੀ ਵੈਲਿਊ ਤਾਂ ਹੈਗੀ ਵੀ 100 ਰੁਪਏ ਹੈ। ਕੀ ਇਸ ਪੇਪਰ ਦੀ ਆਪਦੀ ਕੋਈ ਵੈਲਿਊ ਹੈਗੀ ਹੈ? 100 ਰੁਪਏ ਤੋਂ ਇਲਾਵਾ ਮੈਂ ਹੋਰ ਕੋਈ ਯੂਜ਼ ਕਰ ਸਕਦਾ ਇਸ ਚੀਜ਼ ਦਾ, ਵੀ ਪੇਪਰ ਦਾ ਮੈਂ ਪੇਪਰ ਪਲੇਨ ਬਣਾ ਕੇ ਉਡਾ ਲਾਂ ਮੈਂ, ਠੀਕ ਹੈ, ਬਸ ਉਹੀ ਕਰ ਸਕਦਾ ਮੈਂ, ਕੋਈ ਦੀ ਹੋਰ ਵੈਲਿਊ ਤਾਂ ਨਹੀਂ ਹੈਗੀ ਕੋਈ ਇਸ ਚੀਜ਼ ਦੀ, ਠੀਕ ਹੈ। ਜਿਵੇਂ ਹੁਣ ਟਬੈਕੋ ਮੈਂ ਕੰਜ਼ਿਊਮ ਕਰ ਸਕਦਾ, ਸਿਗਰਟ ਮੈਂ ਕੰਜ਼ਿਊਮ ਕਰ ਸਕਦਾ, ਪੇਪਰ ਨੂੰ ਮੈਂ ਕਿਵੇਂ ਕੰਜ਼ਿਊਮ ਕਰੂੰਗਾ? ਹੋਰ ਉਹਦਾ ਕੋਈ ਵੈਲਿਊ ਨਹੀਂ ਹੈਗੀ, ਜਸਟ ਇੱਕ 100 ਰੁਪਏ ਦੀ, ਹਾਂ, ਜਿਹੜੀ ਇੱਕ ਮਨੀ ਵੈਲਿਊ ਉਹ ਜਸਟ ਉਹੀ ਹੈਗੀ। ਜਿਹੜੀ ਕੋਮੋਡਿਟੀ ਮਨੀ ਸੀਗੀ, ਇਹਨਾਂ ਦੀ ਆਪਣੀ ਇੰਟਰਿੰਸਿਕ ਵੈਲਿਊ ਵੀ ਹੈਗੀ ਹੈ, ਵੀ ਇੱਕ ਮਨੀ ਦੇ ਤੌਰ 'ਤੇ ਤੁਸੀਂ ਯੂਜ਼ ਕਰ ਹੀ ਸਕਦੇ ਹੋ, ਅਤੇ ਇਹਨਾਂ ਦੀ ਆਪਣੇ ਆਪ ਵੀ ਤੁਸੀਂ ਇਹਨੂੰ ਕੰਜ਼ਿਊਮ ਕਰ ਸਕਦੇ ਹੋ, ਠੀਕ ਹੈ। ਵੀ ਮੰਨ ਲਓ ਸਿਗਰਟਸ ਤੁਹਾਡੇ ਕੋਲ ਬਹੁਤ ਹੋ ਗਿਆ, ਹੁਣ ਤੁਸੀਂ ਆਪ ਵੀ ਸਿਗਰਟ ਪੀ ਸਕਦੇ ਹੋ ਉਸ ਚੀਜ਼ ਦਾ, ਠੀਕ ਹੈ। ਅਤੇ ਆਪਣੇ ਆਪ ਦੇ ਵਿੱਚ ਇਹਦੀ ਆਪਦੀ ਵੈਲਿਊ ਹੈ, ਇੰਟਰਿੰਸਿਕ ਵੈਲਿਊ ਆਪਾਂ ਇਸੇ ਚੀਜ਼ ਨੂੰ ਕਹਿੰਦੇ ਹਾਂ, ਠੀਕ ਹੈ। ਤਾਂ ਕੋਮੋਡਿਟੀ ਮਨੀ ਦਾ ਰਾਜੇ ਇੱਕ ਫਾਇਦਾ ਇਹ ਹੈਗਾ ਕਿ ਇਹਦੀ ਇੰਟਰਿੰਸਿਕ ਵੈਲਿਊ ਹੈਗੀ ਹੈ। ਕੁਛ ਚੀਜ਼ਾਂ ਇਹਦੇ ਨੁਕਸਾਨ ਨੇ ਰਾਜੇ, ਜਿਹੜੀ ਕੋਮੋਡਿਟੀ ਮਨੀ ਉਹਦੇ ਨੁਕਸਾਨ ਕੀ ਨੇਗੇ। ਇੱਕ ਤਾਂ ਰਾਜੇ ਕੀ, ਜਿਵੇਂ ਹੁਣ ਆਪਾਂ ਗੱਲ ਕਰਦੇ ਹਾਂ ਸੀਪੀਆਂ ਦੀ ਗੱਲ ਹੈ, ਠੀਕ ਹੈ। ਹੁਣ ਜਿਹੜੇ ਸਮੁੰਦਰ ਦੇ ਕੰਢੇ ਇਲਾਕੇ ਨੇ ਉੱਥੇ ਸੀਪੀਆਂ ਹੈਗੀਆਂ ਨੇ, ਲੋਕਾਂ ਨੂੰ ਪਤਾ ਸੀਪੀਆਂ ਕੁਛ ਹੁੰਦਾ ਹੈਗਾ, ਠੀਕ ਹੈ। ਹੁਣ ਜਿਹੜੇ ਰੇਗਿਸਤਾਨ ਦੇ ਵਿੱਚ ਲੋਕ ਨੇ ਰਾਜੇ, ਉਹ ਇਸ ਚੀਜ਼ ਨਾਲ ਅਵੇਅਰ ਹੀ ਨਹੀਂ ਹੈ ਵੀ ਸੀਪੀ ਕੁਛ ਹੁੰਦੀ ਹੈ, ਤਾਂ ਉਹਨਾਂ ਨੂੰ ਇਹਦੇ ਵੈਲਿਊ ਦਾ ਹੀ ਨਹੀਂ ਪਤਾ ਹੈਗਾ। ਤਾਂ ਜਿਹੜੀ ਕੋਮੋਡਿਟੀ ਮਨੀ ਹੈ ਰਾਜੇ, ਉਹਦੀ ਵੈਲਿਊ ਹਰੇਕ ਥਾਵੇਂ ਸੇਮ ਨਹੀਂ ਹੁੰਦੀ ਹੈਗੀ, ਠੀਕ ਹੈ। ਤਾਂ ਅਲੱਗ-ਅਲੱਗ ਜਗ੍ਹਾ 'ਤੇ ਜ਼ਿਆਦਾ ਤੁਸੀਂ ਟ੍ਰਾਂਜੈਕਸ਼ਨ ਨਹੀਂ ਕਰ ਸਕਦੇ। ਜਿਹੜੀ ਜਗ੍ਹਾ 'ਤੇ ਉਹ ਕਮੋਡਿਟੀ ਚੱਲਦੀ, ਉਹ ਮਨੀ ਚੱਲਦੀ, ਉੱਥੇ ਹੀ ਤੁਸੀਂ ਟ੍ਰਾਂਜੈਕਸ਼ਨ ਕਰ ਸਕਦੇ ਹੋ, ਪਹਿਲੀ ਗੱਲ ਤਾਂ, ਠੀਕ ਹੈ। ਜਿਹੜੇ ਹੁਣ ਬਾਹਰ ਦੇ ਲੋਕ ਨੇ ਉਹਨਾਂ ਵਾਸਤੇ, ਹੁਣ ਜਿਵੇਂ ਕੋਕੋ ਦੀ ਗੱਲ ਕਰਦੇ ਹਾਂ, ਐਜ਼ਟੈਕ ਦੇ ਲੋਕਾਂ ਨੂੰ ਤਾਂ ਉਹਨਾਂ ਦੀ ਵੈਲਿਊ ਦਾ ਪਤਾ ਹੈ, ਖੁਦ ਵੀ ਕੰਜ਼ਿਊਮ ਕਰਦੇ ਨੇ ਉਹ। ਹੁਣ ਆਪਣੇ ਇੰਡੀਆ ਦੇ ਲੋਕਾਂ ਨੇ ਕਦੇ ਦੇਖੀ ਵੀ ਨਹੀਂ ਉਹ ਚੀਜ਼, ਤਾਂ ਆਪਾਂ ਉਹਦੀ ਵੈਲਿਊ ਨਹੀਂ ਲਗਾ ਪਾਵਾਂਗੇ, ਠੀਕ ਹੈ। ਤਾਂ ਫੇਸ ਵੈਲਿਊ ਹਰੇਕ ਜਗ੍ਹਾ 'ਤੇ ਸੇਮ ਨਹੀਂ ਹੈਗੀ। ਦੂਸਰਾ, ਇਹ ਪੈਰੀਸ਼ੇਬਲ ਹੈ ਬੱਚੇ, ਠੀਕ ਹੈ, ਪੈਰੀਸ਼ੇਬਲ ਹੈ। ਹੁਣ ਜਿਹੜੇ ਕੋਕੋ ਬੀਨਸ ਨੇ, ਕਿਉਂਕਿ ਇਹ ਦੇਖੋ ਨੈਚੁਰਲ ਚੀਜ਼ ਹੈਗੀ ਹੈ ਇੱਕ, ਅਤੇ ਇਹਦੀ ਕੁਛ ਲਾਈਫ ਸਾਈਕਲ ਹੁੰਦਾ, ਸ਼ੈਲਫ ਲਾਈਫ ਹੁੰਦੀ ਹੈ, ਕੁਛ ਟਾਈਮ ਬਾਅਦ ਇਹ ਖਰਾਬ ਹੋ ਜਾਊਗਾ, ਠੀਕ ਹੈ। ਤਾਂ ਮਤਲਬ ਆਪਾਂ ਇਨਡੈਫੀਨਿਟ ਟਾਈਮ ਲਈ ਇਹਨੂੰ ਸਟੋਰ ਕਰਕੇ ਨਹੀਂ ਰੱਖ ਸਕਦੇ ਹੈਗੇ, ਠੀਕ ਹੈ। ਤਾਂ ਇਹ ਪੈਰੀਸ਼ੇਬਲ ਆਪਾਂ ਕਵਾਂਗੇ, ਠੀਕ ਹੈ। ਜਿਵੇਂ ਟਮਾਟਰ ਨੇਗੇ, ਟਮਾਟਰ ਨੂੰ ਆਪਾਂ ਜ਼ਿਆਦਾ ਦੇਰ ਤੱਕ ਸਟੋਰ ਨਹੀਂ ਕਰ ਸਕਦੇ, ਕੁਛ ਟਾਈਮ ਬਾਅਦ ਖਰਾਬ ਹੋ ਜਾਊਗੀ, ਪੈਰੀਸ਼ੇਬਲ ਹੋ ਜਾਊਗੀ, ਠੀਕ ਹੈ। ਇਹਨਾਂ ਨੂੰ ਹੁਣ ਜਿਵੇਂ ਬੜੇ ਫਰੂਟ ਵੈਜੀਟੇਬਲਸ ਨੇ, ਦੇ ਆਰ ਆਲ ਪੈਰੀਸ਼ੇਬਲ, ਠੀਕ ਹੈ, ਕੁਛ ਟਾਈਮ ਬਾਅਦ ਖਰਾਬ ਹੋ ਸਕਦੇ ਨੇ, ਠੀਕ ਹੈ ਜੀ। ਔਰ ਅਗਰ ਇੱਦਾਂ ਹੁੰਦਾ ਰਾਜੇ, ਜਾਂ ਫਿਰ ਕੀ ਹੋ ਸਕਦਾ ਹੈਗਾ, ਇੱਕ ਤਾਂ ਦੇਖੋ ਪੈਰੀਸ਼ੇਬਲ ਨੇਗੇ, ਦੂਸਰਾ ਰਾਜੇ ਕੀ ਹੈਗਾ, ਹੁਣ ਜਦੋਂ ਆਪਾਂ ਕਹਿ ਰਹੇ ਵੀ ਸਮੁੰਦਰ ਦੇ ਕੰਢੇ ਇਹ ਚੀਜ਼ਾਂ ਮਿਲਦੀਆਂ ਨੇਗੀਆਂ, ਤਾਂ ਹਰ ਕੋਈ ਕੋਸ਼ਿਸ਼ ਕਰੂਗਾ ਵੀ ਮੈਂ ਸਮੁੰਦਰ ਦੇ ਵਿੱਚੋਂ ਇਹ ਚੀਜ਼ ਕੱਢ ਲਾਂ, ਮੈਂ, ਠੀਕ ਹੈ, ਸਮੁੰਦਰ ਦੇ ਵਿੱਚ ਕੱਢ ਲਾਂ, ਅਤੇ ਅਲਟੀਮੇਟਲੀ ਜਿਹੜੀ ਕਿ ਇਹਦੀ ਵੈਲਿਊ ਘਟਣੀ ਸਟਾਰਟ ਹੋ ਜਾਊਗੀ, ਠੀਕ ਹੈ। ਆਪਾਂ ਅੱਗੇ ਪੜ੍ਹਾਂਗੇ ਕੀ ਹੁੰਦਾ ਹਾਈਪਰ ਇਨਫਲੇਸ਼ਨ, ਕੀ ਹੁੰਦੀ ਚੀਜ਼, ਠੀਕ ਹੈ। ਹੁਣ ਮੰਨ ਲਓ ਪਹਿਲਾਂ 10 ਸਿੱਪੀਆਂ ਦੀ ਇੱਕ ਕੋਈ ਚੀਜ਼ ਮਿਲਦੀ ਸੀਗੀ, ਇੱਕ ਪੇਅਰ ਆਫ ਸ਼ਰਟ ਮਿਲਦਾ ਸੀਗਾ, ਇੱਕ ਸ਼ਰਟ ਮਿਲਦੀ ਸੀਗੀ, 10 ਸਿੱਪੀਆਂ ਦੀ ਇੱਕ ਸ਼ਰਟ ਮਿਲਦੀ ਸੀ ਪਹਿਲਾਂ, ਠੀਕ ਹੈ।
ਹੁਣ ਦੇਖੋ ਕਈ ਸਾਰੇ ਲੋਕ ਜਿਵੇਂ ਆਪਾਂ ਮਹਿੰਗਾਈ ਕਰਦੇ ਹੁੰਦੇ ਸੀ, ਮਹਿੰਗਾਈ ਇਸੇ ਚੀਜ਼ 'ਤੇ ਕਰਦੇ ਹੁੰਦੇ ਸੀ ਵੀ ਹੁਣ ਪਹਿਲਾਂ ਤਾਂ ਤੁਹਾਡੇ ਕੋਲ ਇਕੱਲੇ ਕੋਲ ਸੀਪੀਆਂ ਸੀਗੀਆਂ, ਤੁਸੀਂ ਇਸ ਦੀ ਸ਼ਰਟ ਲੈ ਲਈ, ਹੁਣ ਤੁਹਾਡੇ ਪਿੱਛੇ ਪਿੱਛੇ 4 ਬੰਦੇ ਹੋਰ ਆ ਗਏ 10-10 ਸੀਪੀਆਂ ਲੈ ਕੇ, ਠੀਕ ਹੈ, ਬਲਕਿ 20-20 ਸੀਪੀਆਂ ਲੈ ਕੇ, ਸ਼ਰਟ ਇੱਕੋ ਹੀ ਹੈਗੀ, ਤਾਂ ਤੁਹਾਡਾ ਫਰੈਂਡ ਕਹਿ ਰਿਹਾ ਵੀ ਮੈਂ ਤੁਹਾਨੂੰ 15 ਸੀਪੀਆਂ ਦੂੰ, ਸ਼ਰਟ ਮੈਨੂੰ ਦੇ ਦੇ, ਇੱਕ ਵਾਰ ਮੈਂ 20 ਸੀਪੀਆਂ ਦਊਂਗਾ, ਠੀਕ ਹੈ। ਹੁਣ ਕਿਉਂਕਿ ਇੰਨੀਆਂ ਸੀਪੀਆਂ ਸਾਰੇ ਕੋਲੇ ਹੋਣ ਲੱਗ ਗਈਆਂ ਤਾਂ ਵੱਧੋ ਵੱਧ ਚੜ੍ਹ ਕੇ ਅਗਲਾ ਦੇਣ ਦੀ ਕੋਸ਼ਿਸ਼ ਕਰੂਗਾ ਤਾਂ ਕਿ ਚੀਜ਼ ਮਿਲ ਜਾਏ ਉਹਨੂੰ, ਠੀਕ ਹੈ। ਤਾਂ ਇਸ ਨਾਲ ਕੀ ਹੋਊਗਾ ਰਾਜੇ, ਜਦੋਂ ਸਾਰੇ ਹੀ ਉਸ ਚੀਜ਼ ਨੂੰ ਕੀ ਹੈ ਕੱਢਣ ਲੱਗ ਜਾਣਗੇ ਸੀਪੀਆਂ ਨੂੰ, ਤਾਂ ਉਹਦੀ ਵੈਲਿਊ ਘੱਟ ਜਾਊਗੀ, ਠੀਕ ਹੈ। ਜਿਹੜੀ ਚੀਜ਼ ਪਹਿਲਾਂ ਤੁਹਾਨੂੰ 10 ਸੀਪੀਆਂ ਦੀ ਮਿਲ ਰਹੀ ਸੀ, ਹੁਣ ਉਹੀ ਚੀਜ਼ ਤੁਹਾਨੂੰ ਮੰਨ ਕੇ 20 ਸੀਪੀਆਂ ਦੀ ਮਿਲੂਗੀ, ਠੀਕ ਹੈ। ਤਾਂ ਜਿਹੜੀ ਸੀਪੀ ਦੀ ਵੈਲਿਊ ਹੈ, ਇੱਕ ਸੀਪੀ ਦੀ ਵੈਲਿਊ ਉਹ ਘਟ ਰਹੀ ਹੈ, ਇਸੇ ਚੀਜ਼ ਨੂੰ ਆਪਾਂ ਹਾਈਪਰ ਇਨਫਲੇਸ਼ਨ ਕਹਿੰਦੇ ਹਾਂ, ਠੀਕ ਹੈ। ਮਹਿੰਗਾਈ ਹੁੰਦੀ ਹੈ, ਫਿਰ ਆਪਾਂ ਨੇ ਪੜ੍ਹਿਆ ਸੀ ਜਦੋਂ ਬਹੁਤ ਜ਼ਿਆਦਾ ਮਹਿੰਗਾਈ ਹੈ ਜਿਹਨੂੰ ਹਾਈਪਰ ਇਨਫਲੇਸ਼ਨ ਕਿਹਾ ਸੀ ਆਪਾਂ ਨੇ, ਠੀਕ ਹੈ। ਇੱਕ ਰਾਜੇ ਬਲਕੀ ਟੂ ਕੈਰੀ ਹੈ, ਇਹਨੂੰ ਚੱਕਣਾ ਔਖਾ ਹੈਗਾ ਥੋੜ੍ਹਾ ਜਿਹਾ, ਠੀਕ ਹੈ। ਤੇ ਰਾਜੇ ਡਿਵੀਜ਼ਨ ਆਫ ਲੇਬਰ ਇਹਦੇ ਵਿੱਚ ਨਹੀਂ ਹੈਗੀ, ਬਿਕਾਜ਼ ਦੇਖੋ ਹੁਣ ਆਪਾਂ ਗੱਲ ਕਰ ਰਹੇ ਸੀਗੇ ਕੋਕੋ ਬੀਨਸ ਦੀ, ਠੀਕ ਹੈ। ਹੁਣ ਜੇ ਕੋਕੋ ਬੀਨਸ ਐਜ਼ ਅ ਮਨੀ ਯੂਜ਼ ਹੋ ਰਿਹਾ ਹੈ ਤਾਂ ਰਾਜੇ ਸਾਰੇ ਹੀ ਕੀ ਕੋਸ਼ਿਸ਼ ਕਰਨਗੇ, ਚਾਹੇ ਕੋਈ ਕਣਕ ਉਗਾਉਂਦਾ, ਚਾਹੇ ਕੋਈ ਰਾਈਸ ਉਗਾ ਰਿਹਾ ਹੈਗਾ, ਚਾਹੇ ਕੋਈ ਸ਼ੂਗਰ ਕੇਨ ਉਗਾ ਰਿਹਾ, ਸਾਰੇ ਆਪਣੇ ਆਪਣੇ ਜਿਹੜੀਆਂ ਚੀਜ਼ਾਂ ਨੂੰ ਛੱਡ ਕੇ ਸਾਰੇ ਕੋਕੋ ਬੀਨਸ ਉਗਾਉਣ ਦੀ ਕਲਟੀਵੇਸ਼ਨ ਕਰਨ ਦੀ ਕੋਸ਼ਿਸ਼ ਕਰਨਗੇ, ਠੀਕ ਹੈ, ਕਿਉਂਕਿ ਇਹ ਮਨੀ ਹੈਗੀ ਇੱਕ ਤਰ੍ਹਾਂ ਦੀ, ਠੀਕ ਹੈ। ਜੇ ਆਪਾਂ ਕਹੀਏ ਵੀ ਘਰੇ ਪ੍ਰਿੰਟਿੰਗ ਪ੍ਰੈਸ ਲਾ ਲਈ, ਆਪਣੇ ਪੈਸੇ ਛਾਪਣ ਵਾਲੀ ਮਸ਼ੀਨ ਲਾ ਲਈ, ਠੀਕ ਹੈ, ਉਸੇ ਤਰ੍ਹਾਂ ਹਰ ਕੋਈ ਚਾਹੂਗਾ ਕਿ ਮੈਂ ਇਸ ਮਨੀ ਨੂੰ ਉਗਾਵਾਂ, ਠੀਕ ਹੈ, ਇਸ ਕੋਮੋਡਿਟੀ ਨੂੰ ਉਗਾਵਾਂ ਮੈਂ, ਠੀਕ ਹੈ। ਤਾਂ ਜਿਹੜੀ ਡਿਵੀਜ਼ਨ ਆਫ ਲੇਬਰ ਉਹ ਨਹੀਂ ਰਹੇਗੀ ਬੱਚੇ, ਠੀਕ ਹੈ। ਮਤਲਬ ਜਿਵੇਂ ਕੀ ਹੈ, ਕੋਈ ਵੀਟ ਉਗਾ ਰਿਹਾ ਸੀ, ਕੋਈ ਰਾਈਸ ਉਗਾ ਰਿਹਾ ਸੀ, ਤਾਂ ਸਭ ਕੁਝ ਛੱਡ ਕੇ ਸਾਰੇ ਬੰਦੇ ਕੋਕੋ ਬੀਨਸ ਦੀ ਕਲਟੀਵੇਸ਼ਨ ਕਰਨ ਲੱਗ ਜਾਣਗੇ, ਜਿਹੜੀ ਕਿ ਬਿਲਕੁਲ ਵੀ ਰਿਕੁਆਇਰਡ ਨਹੀਂ ਹੈਗੀ, ਠੀਕ ਹੈ, ਕਿਉਂਕਿ ਹੋਰ ਇਹ ਚੀਜ਼ਾਂ ਵੀ ਤਾਂ ਚਾਹੀਦੀਆਂ ਨੇ ਨਾ, ਫਿਰ ਇਹ ਚੀਜ਼ਾਂ ਕਿੱਥੋਂ ਲੈ ਕੇ ਆਵਾਂਗੇ ਆਪਾਂ। ਤਾਂ ਡਿਵੀਜ਼ਨ ਆਫ ਲੇਬਰ ਨਹੀਂ ਰਹਿਣੀ ਹੈਗੀ, ਹਰ ਬੰਦਾ ਇੱਕੋ ਹੀ ਕੰਮ ਕਰਨ ਦੀ ਕੋਸ਼ਿਸ਼ ਕਰੂਗਾ, ਠੀਕ ਹੈ। ਇਹ ਕੀ ਪੜ੍ਹਿਆ ਬੱਚੇ ਆਪਾਂ ਨੇ, ਇਹ ਆਪਾਂ ਨੇ ਕੁਝ ਕੌਨਸ ਪੜ੍ਹੇ ਨੇ ਕਾਹਦੇ, ਕੋਮੋਡਿਟੀ ਮਨੀ ਦੇ। ਇੱਕੋ ਹੀ ਇਹਦਾ ਮੇਨ ਜਿਹੜਾ ਹੈਗਾ ਅੱਛੀ ਚੀਜ਼ ਪ੍ਰੋਜ਼ ਇੱਕੋ ਹੀ ਚੀਜ਼ ਹੈਗੀ ਹੈ ਕਿ ਇਹਦੀ ਇੰਟਰੈਂਸਿਕ ਵੈਲਿਊ ਹੈਗੀ ਹੈ, ਠੀਕ ਹੈ, ਤੁਸੀਂ ਖੁਦ ਕੰਜ਼ਿਊਮ ਕਰ ਸਕਦੇ ਹੋ ਇਸ ਚੀਜ਼ ਨੂੰ, ਠੀਕ ਹੈ ਜੀ। ਨੈਕਸਟ ਆਪਾਂ ਪੜ੍ਹਦੇ ਹਾਂ ਬੱਚੇ ਮੈਟੈਲਿਕ ਮਨੀ, ਠੀਕ ਹੈ। ਕੋਮੋਡਿਟੀ ਮਨੀ ਤੋਂ ਬਾਅਦ ਮੈਟੈਲਿਕ ਮਨੀ, ਤੁਸੀਂ ਪਲੀਜ਼ ਇਹ ਹਾਇਰਾਰਕੀ ਯਾਦ ਕਰਨਾ, ਠੀਕ ਹੈ। ਫਿਰ ਆਪਾਂ ਹੁਣ ਅੱਧੋ ਬਾਅਦ 'ਚ ਪੇਪਰ ਮਨੀ ਪੜ੍ਹਾਂਗੇ। ਹੁਣ ਪਹਿਲਾਂ ਪੜ੍ਹਦੇ ਹਾਂ ਮੈਟੈਲਿਕ ਮਨੀ। ਤਾਂ ਰਾਜੇ ਮੈਟੈਲਿਕ ਮਨੀ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ, ਇਟ ਸਟਾਰਟਡ ਐਜ਼ ਅ ਕੋਮੋਡਿਟੀ ਮਨੀ, ਠੀਕ ਹੈ। ਪਹਿਲਾਂ ਸਿੱਧਾ ਹੀ ਕੋਇਨਸ ਨਹੀਂ ਬਣਨੇ ਸਟਾਰਟ ਹੋ ਗਏ ਸੀਗੇ, ਪਹਿਲਾਂ ਜਸਟ ਐਜ਼ ਅ ਮਤਲਬ ਇੱਕ ਧਾਤੂ ਯੂਜ਼ ਹੁੰਦਾ ਸੀ, ਜਿਵੇਂ ਕੋਮੋਡਿਟੀ ਯੂਜ਼ ਹੁੰਦੀ ਸੀਗੀ, ਠੀਕ ਹੈ। ਜਿਵੇਂ ਇਹ ਸੀਪੀਆਂ, ਇੱਕ ਮੁੱਠੀ ਕੋਕੋ ਬੀਨਸ ਦੀ ਕੁਛ ਚੀਜ਼ ਮਿਲਦੀ ਸੀ, 10 ਸੀਪੀਆਂ ਦੀ ਕੁਛ ਚੀਜ਼ ਮਿਲਦੀ ਸੀ, ਉਸੇ ਤਰ੍ਹਾਂ ਰਾਜੇ ਆਪਾਂ ਕਹਿੰਦੇ ਸੀਗੇ ਵੀ ਤੁਸੀਂ ਮੇਰੇ ਕੋਲ ਅੱਧਾ ਕਿਲੋ ਸੋਨਾ ਲੈ ਕੇ ਆਓ, ਤੁਹਾਨੂੰ ਇਹ ਚੀਜ਼ ਮੈਂ ਦੇ ਦੂੰਗਾ, ਠੀਕ ਹੈ। ਤਾਂ ਐਜ਼ ਅ ਕੋਮੋਡਿਟੀ ਯੂਜ਼ ਹੋ ਰਿਹਾ ਸੀ ਪਹਿਲਾਂ, ਤਾਂ ਇਹ ਸਟਾਰਟ ਤਾਂ ਉੱਦਾਂ ਹੀ ਹੋਇਆ। ਫਿਰ ਜਦੋਂ ਰਾਜੇ ਮਹਾਰਾਜੇ ਬੱਚੇ ਆਏ ਤਾਂ ਉਹਨਾਂ ਨੇ ਕੀ ਕੀਤਾ, ਉਹਨਾਂ ਨੇ ਕੁਛ ਰਿਫੋਰਮਸ ਲੈ ਕੇ ਆਂਦੇ ਵੀ ਤੁਸੀਂ ਐਜ਼ ਅ ਕੋਮੋਡਿਟੀ ਨਹੀਂ, ਇਹਨੂੰ ਆਪਾਂ ਹੋਰ ਯੂਨੀਫਾਰਮਿਟੀ ਦਿੰਦੇ ਹਾਂ, ਇਹਨੂੰ ਪ੍ਰੈਸੀਜਨ ਦਿੰਦੇ ਹਾਂ। ਤਾਂ ਉਹਨਾਂ ਨੇ ਕੀ ਕੀਤਾ ਰਾਜੇ, ਕੋਇਨੇਜ ਸਟਾਰਟ ਕੀਤੀ, ਠੀਕ ਹੈ। ਫਿਰ ਰਾਜੇ ਕਿਵੇਂ ਹੁੰਦਾ ਸੀ, ਜਿਵੇਂ ਕੋਈ ਅੱਛਾ ਧਾਤੂ ਜਿਹੜਾ ਗੋਲਡ ਹੈ ਉਹਦੀ ਹਾਈ ਵੈਲਿਊ ਕੋਇਨਸ ਹੁੰਦੇ ਸੀ, ਸਿਲਵਰ ਸੀ ਉਹਦਾ ਮੋਡਰੇਟ, ਕਾਪਰ ਬ੍ਰੌਂਜ਼ ਵਗੈਰਾ ਦੇ ਕੋਇਨ ਜਿਹੜੇ ਸੀਗੇ ਰਾਜੇ ਡੇ ਟੂ ਡੇ ਪਰਚੇਜ਼ ਵਾਸਤੇ ਜਿਹੜੇ ਆਮ ਲੋਕ ਯੂਜ਼ ਕਰ ਸਕਦੇ ਸੀਗੇ, ਠੀਕ ਹੈ। ਹੁਣ ਤੁਹਾਨੂੰ ਪਤਾ ਰਾਜੇ ਸੁਲਤਾਨ ਇਲਤੁਤਮਿਸ਼ ਜਿਹੜਾ ਕਿ ਸਲੇਵ ਡਾਇਨੈਸਟੀ ਦਾ ਸੀਗਾ, ਤਾਂ ਉਹਨੇ ਇੱਕ ਕੋਇਨ ਇੰਟਰੋਡਿਊਸ ਕੀਤੇ, ਟੰਕਾ ਤੇ ਜੀਤਲ। ਟੰਕਾ ਕੀ ਸੀ ਰਾਜੇ, ਸਿਲਵਰ ਦਾ ਕੋਇਨ ਸੀਗਾ, ਜੀਤਲ ਕੀ ਸੀ, ਕਾਪਰ ਦਾ ਕੋਇਨ, ਠੀਕ ਹੈ। ਤਾਂ ਇੱਕ ਟੰਕਾ ਇਜ਼ ਇਕੁਅਲ ਟੂ 48 ਜੀਤਲ ਸੀ। ਇਹ ਕੁਐਸਚਨ ਵੀ ਕਾਫੀ ਵਾਰੀ ਆਉਂਦਾ ਹੁੰਦਾ ਹੈਗਾ ਤੁਹਾਡੇ ਮਿਡੇਵਲ ਹਿਸਟਰੀ ਦੇ ਵਿੱਚ, ਠੀਕ ਹੈ। ਤਾਂ ਇੱਥੇ ਆਪਾਂ ਉਹ ਚੀਜ਼ ਵੀ ਕਵਰ ਕਰ ਲਈ ਕਿ 1 ਟੰਕਾ ਇਜ਼ ਇਕੁਅਲ ਟੂ 48 ਜੀਤਲ। ਕਿਹਨੇ ਲੈ ਕੇ ਆਉਂਦੇ ਸੀ ਰਾਜੇ, ਸੁਲਤਾਨ ਇਲਤੁਤਮਿਸ਼ ਨੇਗੇ, ਠੀਕ ਹੈ ਜੀ। ਚਲੋ ਨੈਕਸਟ ਬੱਚੇ ਆਪਣੇ ਕੋਲ ਆਉਂਦਾ ਹੁਣ ਮੈਟੈਲਿਕ ਮਨੀ ਦੇ ਆਪਾਂ ਕੁਝ ਫਾਇਦੇ ਦੇਖਦੇ ਕੀ ਹੈਗਾ। ਇੱਕ ਤਾਂ ਦੇਖੋ ਇਹਦੀ ਇੰਟਰੈਂਸਿਕ ਵੈਲਿਊ ਡੈਫੀਨੇਟਲੀ ਹੈਗੀ ਹੈ, ਠੀਕ ਹੈ। ਹੁਣ ਗੋਲਡ ਦਾ ਤੁਸੀਂ ਕੋਇਨ ਬਣਾ ਲਓ, ਚਾਹੇ ਤੁਸੀਂ ਗੋਲਡ ਨੂੰ ਮੈਲਟ ਕਰਕੇ ਕੀ ਹੈ ਐਜ਼ ਅ ਗੋਲਡ ਯੂਜ਼ ਕਰ ਲਓ, ਠੀਕ ਹੈ। ਤਾਂ ਇੰਟਰੈਂਸਿਕ ਵੈਲਿਊ ਡੈਫੀਨੇਟਲੀ ਹੈਗੀ ਹੈ ਇਹਦੀ। ਨੋਨ ਪੈਰੀਸ਼ੇਬਲ ਹੈ ਬੱਚੇ, ਤੁਸੀਂ ਗੋਲਡ ਨੂੰ ਜਿੰਨਾ ਮਰਜ਼ੀ ਚੀਜ਼ ਸਟੋਰ ਕਰਕੇ ਰੱਖੋ ਕਦੇ ਖਰਾਬ ਨਹੀਂ ਹੋਊਗਾ। ਡਿਵਿਜ਼ੀਬਲ ਹੈਗਾ, ਠੀਕ ਹੈ। ਮੰਨ ਲਓ ਇੱਕ ਕੋਇਨ ਹੈਗਾ ਜਿਹੜਾ 10 ਗ੍ਰਾਮ ਦਾ ਹੈਗਾ, ਠੀਕ ਹੈ। ਤੁਸੀਂ ਇਹਨੂੰ 5-5 ਗ੍ਰਾਮ ਦੇ 2 ਟੁਕੜੇ ਬਣਾ ਸਕਦੇ ਹੋ, ਕੋਈ ਇਹਦੀ ਇੱਦਾਂ ਨਹੀਂ ਹੈਗਾ ਵੀ ਵੈਲਿਊ ਘੱਟ ਜਾਊਗੀ, ਠੀਕ ਹੈ। 5-5 ਗ੍ਰਾਮ ਪਲੱਸ ਦੀ ਵੀ ਉਨੀ ਵੈਲਿਊ ਹੋਊਗੀ ਅਤੇ 10 ਗ੍ਰਾਮ ਦੀ ਵੀ ਉਨੀ ਵੈਲਿਊ ਹੋਊਗੀ, ਓਬਵੀਅਸ ਜੀ ਗੱਲ ਹੈ, ਠੀਕ ਹੈ। ਤੁਸੀਂ ਫਿਰ 5-5 ਨੂੰ ਇਕੱਠਾ ਕਰਕੇ ਫਿਰ 10 ਗ੍ਰਾਮ ਵੀ ਬਣਾ ਸਕਦੇ ਹੋ, ਤਾਂ ਮਤਲਬ ਡਿਵਿਜ਼ੀਬਲ ਹੈਗੀ ਹੈ ਇਹ ਚੀਜ਼। ਫੰਜੀਬਿਲਿਟੀ ਵੀ ਹੈਗੀ ਹੈ। ਫੰਜੀਬਿਲਿਟੀ ਵੀ ਆਪਾਂ ਇਸ ਚੀਜ਼ ਨੂੰ ਕਹਿ ਦਿੰਦੇ ਹੁੰਦੇ ਹਾਂ ਵੀ ਜਦੋਂ ਆਪਾਂ ਇੱਕ ਤੋਂ ਦੂਸਰੀ ਚੀਜ਼ ਬਣਾ ਲਈਏ ਫਿਰ ਦੁਬਾਰਾ ਫਿਰ ਉਹੀ ਚੀਜ਼ ਬਣਾ ਸਕੀਏ, ਠੀਕ ਹੈ। ਇਹਨੂੰ ਵੀ ਆਪਾਂ ਫੰਜੀਬਿਲਿਟੀ ਕਹਿੰਦੇ ਹਾਂ। ਅੱਗੇ ਪੜ੍ਹਦੇ ਆਪਾਂ ਫੰਜੀਬਿਲਿਟੀ ਹੋਰ ਡਿਟੇਲ ਦੇ ਵਿੱਚ ਕੀ ਹੁੰਦੀ ਹੈਗੀ, ਠੀਕ ਹੈ। ਮੈਲਟ ਕੰਬਾਈਨ ਵੀ ਮੈਲਟ ਕਰਕੇ ਆਪਾਂ ਕੰਬਾਈਨ ਦੁਬਾਰਾ ਫੇਰ ਕਰ ਸਕਦੇ ਹਾਂ। ਫੋਰਨ ਟ੍ਰੇਡ ਵੀ ਪੋਸੀਬਲ ਹੈਗੀ ਹੈ ਰਾਜੀ, ਬਿਕਾਜ਼ ਮੈਟਲ ਦਾ ਹਰ ਕਿਤੇ ਯੂਜ਼ ਹੁੰਦਾ ਹੈ, ਸੋਨੇ ਦਾ ਹਰ ਕਿਤੇ ਯੂਜ਼ ਹੁੰਦਾ ਹੈਗਾ, ਠੀਕ ਹੈ। ਤਾਂ ਫੋਰਨ ਟ੍ਰੇਡ ਵੀ ਇਹਦੇ ਨਾਲ ਪੋਸੀਬਲ ਹੈਗੀ ਹੈ। ਈਵਨ ਰਾਜੇ ਪ੍ਰੋਡਕਸ਼ਨ ਇਹਦੀ ਬਹੁਤ ਜ਼ਿਆਦਾ ਨਹੀਂ ਹੋ ਸਕਦੀ, ਜਿਵੇਂ ਅਸੀਂ ਕਿਹਾ ਸੀ ਸੀਪੀਆਂ ਨਹੀਂ ਆ। ਸੀਪੀਆਂ ਦਾ ਹੁਣ ਤੁਸੀਂ ਹਰ ਕੋਈ ਬੰਦਾ ਕੋਸ਼ਿਸ਼ ਕਰੂਗਾ ਕਿ ਕੀ ਹੈ ਸਮੁੰਦਰ ਦੇ ਵਿੱਚੋਂ ਕੱਢਣ ਦੀ ਕੋਸ਼ਿਸ਼ ਕਰੂਗਾ, ਠੀਕ ਹੈ। ਤਾਂ ਬਹੁਤ ਜ਼ਿਆਦਾ ਸੀਪੀਆਂ ਹੋ ਸਕਦੀਆਂ ਨੇ, ਤਾਂ ਮਤਲਬ ਹਾਈਪਰ ਇਨਫਲੇਸ਼ਨ ਆ ਸਕਦੀ ਹੈਗੀ, ਠੀਕ ਹੈ। ਕਾਹਦੇ ਨਾਲ, ਹੋਰ ਚੀਜ਼ਾਂ ਦੇ ਨਾਲ ਜਿਹੜੀ ਕਿ ਕੋਮੋਡਿਟੀ ਮਨੀ ਸੀਗੀਆਂ। ਬਟ ਹੁਣ ਮੈਟੈਲਿਕ ਮਨੀ ਤਾਂ ਰਾਜੀ ਕੁਛ ਲਿਮਿਟਡ ਹੀ ਹੈਗੀ ਹੈ ਨਾ, ਤੁਸੀਂ ਇਨਡੈਫੀਨਿਟ ਪ੍ਰੋਡਕਸ਼ਨ ਨਹੀਂ ਕਰ ਸਕਦੇ ਗੋਲਡ ਦੀ, ਕੁਛ ਲਿਮਿਟਡ ਪ੍ਰੋਡਕਸ਼ਨ ਹੀ ਹੋਊਗੀ, ਓਬਵੀਅਸ ਗੱਲ ਹੈ। ਕੁਛ ਲਿਮਿਟਡ ਰਿਜ਼ਰਵਸ ਨੇਗੇ, ਲਿਮਿਟਡ ਹੀ ਪ੍ਰੋਡਕਸ਼ਨ ਹੋਏਗੀ, ਓਬਵੀਅਸ ਗੱਲ ਹੈ।
ਤਾਂ ਰਾਜੇ ਮਤਲਬ ਪ੍ਰੋਡਕਸ਼ਨ ਅਗਰ ਲੋ ਰਹੀ ਹੈ ਤਾਂ ਹਾਈਪਰ ਇਨਫਲੇਸ਼ਨ ਨਹੀਂ ਆ ਸਕਦੀ ਹੈਗੀ, ਠੀਕ ਹੈ। ਪ੍ਰਾਈਸਿਸ ਕੀ ਹੈ, ਸਟੇਬਲ ਰਹਿਣਗੇ। ਕੋਮੋਡਿਟੀ ਮਨੀ ਦੇ ਵਿੱਚ ਆਪਾਂ ਨੇ ਦੇਖਿਆ ਸੀਗਾ ਕਿ ਹਰ ਕੋਈ ਬੰਦਾ ਇਹਨਾਂ ਨੂੰ ਕੀ ਹੈ ਕੋਕੋ ਬੀਨਸ ਉਗਾ ਰਿਹਾ ਸੀ ਜਾਂ ਫਿਰ ਸੀਪੀਆਂ ਜਿਹੜਾ ਕੱਢ ਰਿਹਾ ਸੀਗਾ, ਤਾਂ ਇਹਦੇ ਨਾਲ ਹਾਈਪਰ ਇਨਫਲੇਸ਼ਨ ਆ ਗਈ ਸੀ ਆਪਣੇ ਕੋਲੇ, ਠੀਕ ਹੈ। ਹਾਈਪਰ ਇਨਫਲੇਸ਼ਨ ਆ ਗਈ ਸੀ ਕਿਉਂਕਿ ਇੱਕ ਚੀਜ਼ ਜਿਹੜੀ ਪਹਿਲਾਂ 10 ਰੁਪਏ ਦੀ ਮਿਲ ਰਹੀ ਸੀ, 10 ਸੀਪੀਆਂ ਦੀ ਮਿਲ ਰਹੀ ਸੀ, ਹੁਣ ਉਹੀ ਚੀਜ਼ 20 ਸੀਪੀਆਂ ਦੀ ਮਿਲ ਰਹੀ ਹੈ। ਜੇ ਹੋਰ ਵੀ ਵਧਾਓਗੇ ਤਾਂ ਮੰਨ ਕੇ 200 ਸੀਪੀਆਂ ਦੀ ਮਿਲਣ ਲੱਗ ਜੇ, ਤਾਂ ਇਹਨੂੰ ਆਪਾਂ ਕਹਿੰਦੇ ਹਾਂ ਇਨਫਲੇਸ਼ਨ ਪਲੱਸ ਹਾਈਪਰ ਇਨਫਲੇਸ਼ਨ ਹੋ ਜਾਂਦੀ ਹੈ, ਠੀਕ ਹੈ। ਬਹੁਤ ਜ਼ਿਆਦਾ ਇਨਫਲੇਸ਼ਨ ਜਦੋਂ ਹੋ ਜਾਂਦੀ ਹੈ, ਠੀਕ ਹੈ ਜੀ। ਤਾਂ ਮੈਟੈਲਿਕ ਮਨੀ ਦੇ ਵਿੱਚ ਹਾਈਪਰ ਇਨਫਲੇਸ਼ਨ ਕਦੇ ਨਹੀਂ ਆਊਗੀ ਕਿਉਂਕਿ ਇਹਨਾਂ ਦੀ ਜਿਹੜੀ ਪ੍ਰੋਡਕਸ਼ਨ ਹੈ ਉਹ ਲਿਮਿਟਡ ਲੈਵਲ ਦੀ ਹੁੰਦੀ ਹੈ, ਤੁਸੀਂ ਇਨਡੈਫੀਨਿਟ ਪ੍ਰੋਡਕਸ਼ਨ ਨਹੀਂ ਕਰ ਸਕਦੇ ਹੈਗੇ, ਠੀਕ ਹੈ। ਹੁਣ ਆਪਾਂ ਫੰਜੀਬਿਲਿਟੀ ਦੀ ਗੱਲ ਕਰ ਰਹੇ ਸੀ ਬੱਚੇ ਕਿ ਫੰਜੀਬਲ ਕੀ ਹੁੰਦਾ ਹੈਗਾ। ਫੰਜੀਬਿਲਿਟੀ, ਤਾਂ ਫੰਜੀਬਿਲਿਟੀ ਦੀ ਬੇਸਿਕ ਗੱਲ ਇਹੀ ਹੈਗੀ ਹੈ ਕਿ ਮਿਊਚੁਅਲੀ ਸਬਸਟੀਟਿਊਟ ਹੋ ਸਕਣ ਦੋ ਟੁਕੜੇ, ਠੀਕ ਹੈ। ਹੁਣ 2000 ਦਾ ਨੋਟ ਰਾਜੇ ਆਪਾਂ ਚਾਹੇ 2000 ਦੇ 500 ਦੇ ਨੋਟ ਲੈ ਲਈ 4, ਚਾਹੇ 500 ਦੇ ਨੋਟ ਦਾ ਇੱਕ 2000 ਦਾ ਨੋਟ ਲੈ ਲਈਏ, ਤਾਂ ਆਪਸ ਦੇ ਵਿੱਚ ਮਿਊਚੁਅਲੀ ਸਬਸਟੀਟਿਊਟ ਕਰ ਸਕਦੇ ਹਾਂ ਆਪਾਂ, ਠੀਕ ਹੈ। ਦਿਸ ਇਜ਼ ਵਾਟ ਵੀ ਕਾਲ ਫੰਜੀਬਿਲਿਟੀ। ਹੁਣ ਰਾਜੇ ਇਹ ਤਾਂ ਚਲੋ ਆਪਾਂ ਨੂੰ ਸਮਝ ਜਾਂਦਾ ਕਿ ਫੰਜੀਬਲ ਹੈਗਾ, ਠੀਕ ਹੈ, ਕਿ 500 ਦਾ ਨੋਟ 2000 ਦੇ ਵਿੱਚ ਬਦਲ ਸਕਦੇ ਹਾਂ, 2000 ਦਾ 500 ਦੇ ਵਿੱਚ ਬਦਲ ਸਕਦੇ ਹਾਂ। ਹੁਣ ਮੈਨੂੰ ਦੱਸੋ ਰਾਜੇ ਕਿ ਡਾਇਮੰਡ ਵੀ ਫੰਜੀਬਲ ਹੈਗਾ। ਇੱਕ ਵੱਡਾ ਟੁਕੜਾ ਤੁਸੀਂ ਡਾਇਮੰਡ ਦਾ ਉਹਨੂੰ ਅਸੀਂ ਬ੍ਰੇਕ ਕਰਕੇ ਛੋਟੇ ਟੁਕੜੇ ਬਣਾ ਲਏ ਰਾਜੇ, ਠੀਕ ਹੈ। ਅਗਰ ਤੁਹਾਨੂੰ ਮੇਰੀ ਇਮੇਜ ਆ ਰਹੀ ਹੈ ਇਹਦੇ ਉੱਪਰ, ਤਾਂ ਇੱਥੇ ਛੋਟੇ ਛੋਟੇ ਟੁਕੜੇ ਡਾਇਮੰਡਸ ਦੇ ਪਏ ਨੇ, ਕੀ ਇਹ ਚੀਜ਼ ਵੀ ਫੰਜੀਬਲ ਹੈਗੀ ਆ ਰਾਜੇ, ਠੀਕ ਹੈ। ਹੁਣ ਇੱਥੇ ਤਾਂ ਆਪਾਂ ਕਹਿ ਰਹੇ ਸੀ 2000 ਦੇ ਨੋਟ ਦੀ ਵੀ ਉਹੀ ਵੈਲਿਊ ਸੇਮ ਵੈਲਿਊ ਹੈ ਅਤੇ 500 ਨੋਟਾਂ ਦੀ ਵੀ ਸੇਮ ਵੈਲਿਊ ਹੈ, ਠੀਕ ਹੈ। ਉਨੀ ਹੀ ਚੀਜ਼ ਤੁਹਾਨੂੰ ਇਸ ਚੀਜ਼ ਦੀ ਇਸ ਪੇਪਰ ਦੇ ਟੁਕੜੇ 'ਤੇ ਮਿਲੂਗੀ, ਉਨੀ ਹੀ ਚੀਜ਼ ਤੁਹਾਨੂੰ ਇਹਨਾਂ 4 ਟੁਕੜਿਆਂ 'ਤੇ ਮਿਲੂਗੀ, ਠੀਕ ਹੈ, ਅਗਰ ਤੁਸੀਂ ਮਾਰਕੀਟ ਦੇ ਵਿੱਚ ਖਰਚਣ ਜਾਓਗੇ। ਕੀ ਹੁਣ ਡਾਇਮੰਡ ਦੇ ਕੇਸ ਦੇ ਵਿੱਚ ਵੀ ਸੇਮ ਹੈ ਰਾਜੇ? ਬਿਲਕੁਲ ਵੀ ਨਹੀਂ, ਬਿਲਕੁਲ ਵੀ ਨਹੀਂ ਬੱਚੇ, ਕਿਉਂਕਿ ਆਪਾਂ ਨੂੰ ਪਤਾ ਹੈ ਇੱਕ ਵੱਡੇ ਡਾਇਮੰਡ ਦੀ ਵੈਲਿਊ ਅਲੱਗ ਅਕੋਰਡਿੰਗ ਹੁੰਦੀ ਹੈ, ਬੇਸਿਸ 'ਤੇ ਡਿਸਾਈਡ ਹੁੰਦੀ ਹੈ, ਔਰ ਉਨੇ ਹੀ ਵੇਟ ਦੇ ਤੁਸੀਂ ਛੋਟੇ ਛੋਟੇ ਡਾਇਮੰਡ ਕਰ ਦੋਗੇ ਤਾਂ ਉਹਨਾਂ ਦੀ ਜਿਹੜੀ ਵੈਲਿਊ ਹੈ ਅਲੱਗ ਤਰੀਕੇ ਨਾਲ ਡਿਸਾਈਡ ਹੋਊਗੀ, ਠੀਕ ਹੈ। ਓਬਵੀਅਸਲੀ ਜਿੰਨਾ ਵੱਡਾ ਡਾਇਮੰਡ ਹੈ ਰਾਜੇ ਉਨੀ ਜ਼ਿਆਦਾ ਰੇਸ਼ੋ ਦੇ ਵਿੱਚ ਉਹਦੀ ਰੇਟ ਵੱਧਦਾ ਹੈਗਾ, ਠੀਕ ਹੈ। ਕੋਈ ਜ਼ਰੂਰੀ ਨਹੀਂ ਹੈਗਾ ਵੀ ਸੇਮ ਵੇਟ ਦੀ ਸੇਮ ਕੀ ਰੇਟ ਹੋਵੇ, ਠੀਕ ਹੈ। ਮੰਨ ਲਓ ਇਹ 10 ਗ੍ਰਾਮ ਦਾ ਇੱਕ ਟੁਕੜਾ ਹੈਗਾ ਰਾਜੇ, 10 ਗ੍ਰਾਮ ਦਾ ਇੱਕ ਡਾਇਮੰਡ ਹੈਗਾ, ਅਤੇ ਤੁਸੀਂ 10 ਗ੍ਰਾਮ ਦੇ 10 ਛੋਟੇ ਛੋਟੇ 1 ਗ੍ਰਾਮ ਦੇ ਰਾਜੇ ਕੀ ਬਣਾ ਲਏ, 1 ਗ੍ਰਾਮ ਦੇ 10 ਡਾਇਮੰਡ ਬਣਾ ਲਏ, ਠੀਕ ਹੈ। ਹੁਣ ਇਹਨਾਂ 10 ਹੀਰਿਆਂ ਦੀ ਕੀਮਤ ਮੰਨ ਲਓ ਰਾਜੇ ਕੀ ਹੁੰਦੀ ਹੈ, 1 ਕਰੋੜ ਰੁਪਏ ਹੁੰਦੀ ਹੈ ਮੰਨ ਲਓ, ਠੀਕ ਹੈ। ਬਟ ਜਿਹੜਾ 10 ਗ੍ਰਾਮ ਦਾ ਇਕੱਲਾ ਟੁਕੜਾ ਨਾ ਰਾਜੇ, ਇਹਦੀ ਇਕੱਲੇ ਦੀ ਕੀਮਤ ਹੀ 2 ਕਰੋੜ ਹੋ ਸਕਦੀ ਹੈਗੀ, ਠੀਕ ਹੈ, ਕਿਉਂਕਿ ਵੱਡੇ ਦੀ ਡਾਇਮੰਡ ਦੀ ਕੀਮਤ ਆਮ ਨਾਲੋਂ ਜ਼ਿਆਦਾ ਹੁੰਦੀ ਹੈਗੀ ਹੈ, ਠੀਕ ਹੈ। ਤਾਂ ਮਤਲਬ ਕੀ ਹੈ, ਇੱਕ 10 ਗ੍ਰਾਮ ਦਾ ਡਾਇਮੰਡ 1 ਗ੍ਰਾਮ ਦੇ ਡਾਇਮੰਡ ਦੇ ਨਾਲ ਮਿਊਚੁਅਲੀ ਸਬਸਟੀਟਿਊਟ ਨਹੀਂ ਹੈਗਾ, ਠੀਕ ਹੈ। ਪਹਿਲੀ ਇੱਕ ਗੱਲ ਤਾਂ ਇਹ ਹੈਗੀ ਕਿ ਅਸੀਂ ਦੁਬਾਰਾ ਜੋੜ ਕੇ ਡਾਇਮੰਡ ਨਹੀਂ ਬਣਾ ਸਕਦੇ, ਠੀਕ ਹੈ, ਇੱਕ ਤਾਂ ਇਹ ਵੀ ਗੱਲ ਹੈ। ਦੂਸਰੀ ਵੈਲਿਊ ਦਾ ਵੀ ਫਰਕ ਹੈਗਾ, ਠੀਕ ਹੈ। ਇੱਕ ਵੱਡੇ ਡਾਇਮੰਡ ਦੀ ਵੈਲਿਊ ਕੁਝ ਹੋਰ ਹੋਊਗੀ, 10 ਛੋਟੇ ਡਾਇਮੰਡ ਦੀ ਵੈਲਿਊ ਕੁਝ ਹੋਰ ਹੋਊਗੀ, ਠੀਕ ਹੈ। ਤਾਂ ਆਪਸ ਦੇ ਵਿੱਚ ਮਿਊਚੁਅਲੀ ਸਬਸਟੀਟਿਊਟ ਨਹੀਂ ਕਰ ਸਕਦੇ ਆਪਾਂ। ਫੰਜੀਬਲ, ਦਿਸ ਇਜ਼ ਵਾਈ ਕਿ ਜਿਹੜਾ ਡਾਇਮੰਡ ਹੈ ਉਹ ਫੰਜੀਬਲ ਨਹੀਂ ਹੈਗਾ, ਧਿਆਨ ਦੇਣਾ ਇਸ ਚੀਜ਼ 'ਤੇ, ਫੰਜੀਬਲ ਨਹੀਂ ਹੈਗਾ ਡਾਇਮੰਡ, ਠੀਕ ਹੈ ਜੀ। ਚਲੋ ਪੇਪਰ ਦੇ ਵਿੱਚ ਆ ਸਕਦਾ ਬੱਚੇ ਵੀ ਕਿਹੜੀ ਚੀਜ਼ ਫੰਜੀਬਲ ਹੈਗੀ ਹੈ, ਤਾਂ ਡਾਇਮੰਡ ਫੰਜੀਬਲ ਨਹੀਂ ਹੈਗਾ, ਠੀਕ ਹੈ। ਗੋਲਡ ਡੈਫੀਨੇਟਲੀ ਫੰਜੀਬਲ ਹੈਗਾ, ਠੀਕ ਹੈ। 10 ਗ੍ਰਾਮ ਗੋਲਡ ਦੀ ਵੀ ਉਹੀ ਵੈਲਿਊ ਹੋਊਗੀ ਅਤੇ 10 ਛੋਟੇ ਛੋਟੇ 1 ਗ੍ਰਾਮ ਦੇ ਟੁਕੜਿਆਂ ਦੇ ਵੀ ਉਹੀ ਸੇਮ ਵੈਲਿਊ ਹੋਊਗੀ, ਠੀਕ ਹੈ। ਤੁਸੀਂ ਇਹਨੂੰ ਇਹਦੇ ਵਿੱਚ ਕਨਵਰਟ ਕਰ ਸਕਦੇ ਹੋ, ਇਹਨੂੰ ਇਹਦੇ ਵਿੱਚ ਕਨਵਰਟ ਕਰ ਸਕਦੇ ਹੋ, ਆਪਸ ਦੇ ਵਿੱਚ ਮਿਊਚੁਅਲੀ ਸਬਸਟੀਟਿਊਟ ਕਰ ਸਕਦੇ ਹੋ ਤੁਸੀਂ, ਠੀਕ ਹੈ ਜੀ। ਕੁਛ ਇਹਦੇ ਨੁਕਸਾਨ ਵੀ ਹੈਗੇ ਨੇ। ਹੁਣ ਮੈਟੈਲਿਕ ਮਨੀ ਦੇ ਆਪਣੇ ਫਾਇਦੇ ਤਾਂ ਦੇਖ ਲਏ ਬੱਚੇ, ਠੀਕ ਹੈ। ਮੈਟੈਲਿਕ ਮਨੀ ਦੇ ਸਾਰੇ ਫਾਇਦੇ ਦੇਖੇ ਸੀ ਆਪਣੇ ਕਿ ਇੰਟਰੈਂਸਿਕ ਵੈਲਿਊ ਹੁੰਦੀ ਹੈ ਇਹਦੀ, ਆਪਸੀ ਅੰਦਰਲੀ ਕੋਈ ਵੈਲਿਊ ਹੁੰਦੀ ਹੈਗੀ ਹੈ, ਠੀਕ ਹੈ। ਡਿਵਿਜ਼ੀਬਲ ਹੈਗਾ, ਨੋਨ ਪੈਰੀਸ਼ੇਬਲ ਹੈਗਾ। ਹੁਣ ਆਪਾਂ ਕੁਛ ਇਹਦੇ ਨੁਕਸਾਨ ਦੇਖਦੇ ਹਾਂ ਕੀ ਨੇਗੇ, ਅਤੇ ਕੁਛ ਕੌਨਸ ਨੇ। ਇੱਕ ਤਰ੍ਹਾਂ 'ਚ ਸਟਿਲ ਇਟ ਇਜ਼ ਬਲਕੀ ਟੂ ਕੈਰੀ, ਠੀਕ ਹੈ। ਤੁਸੀਂ ਕਿੰਨੇ ਕੁ ਜਿਹੜੇ ਸੋਨੇ ਦੇ ਸਿੱਕੇ ਜਾਂ ਚਾਂਦੀ ਦੇ ਸਿੱਕੇ ਆਪਣੀ ਜੇਬ ਦੇ ਵਿੱਚ ਪਾ ਕੇ ਫਿਰੋਗੇ, ਠੀਕ ਹੈ। ਅੱਜ ਕੱਲ੍ਹ ਤਾਂ ਆਪਣੇ ਵਾਲਟ ਦੇ ਵਿੱਚ ਜੇ 2 ਕੋਇਨ ਹੋ ਜਾਣ ਆਪਾਂ ਨੂੰ ਉਹੀ ਔਖੇ ਲੱਗਦੇ ਨੇ, ਠੀਕ ਹੈ। ਤਾਂ ਮੈਟੈਲਿਕ ਮਨੀ ਸਟਿਲ ਬਲਕੀ ਟੂ ਕੈਰੀ, ਸਮਝ ਆਉਂਦਾ। ਇੱਕ ਰਾਜੇ ਹੋਰ ਵੱਡੀ ਪ੍ਰੋਬਲਮ ਹੈ ਡੀਬੇਸਮੈਂਟ। ਡੀਬੇਸਮੈਂਟ ਕੀ ਹੁੰਦੀ ਹੈ, ਮੰਨ ਲਓ ਇੱਕ ਸਮਰਾਟ ਨੇ, ਇੱਕ ਮਤਲਬ ਰਾਜੇ ਨੇ 20 ਗ੍ਰਾਮ ਦੇ ਸਿੱਕੇ ਬਣਾਏ, ਠੀਕ ਹੈ। ਅਤੇ ਰਾਜੇ ਸਰਕੂਲੇਟ ਹੋ ਰਹੇ ਨੇ ਸਿੱਕੇ, ਬਟ ਵਿਦ ਟਾਈਮ ਕੀ ਹੋਊਗਾ ਆਪਾਂ ਨੂੰ ਪਤਾ ਹੈ, ਇਹ ਸਿੱਕੇ ਰਾਜੇ ਘਸ ਜਾਣਗੇ, ਠੀਕ ਹੈ। ਜਿਹੜਾ 20 ਗ੍ਰਾਮ ਦਾ ਸੀ ਉਹ ਕਿਤੇ 13 ਗ੍ਰਾਮ ਦਾ ਰਹਿ ਜਾਊਗਾ। ਤਾਂ ਇਸ ਚੀਜ਼ ਨੂੰ ਆਪਾਂ ਕਹਿੰਦੇ ਹਾਂ ਬੱਚੇ ਡੀਬੇਸਮੈਂਟ, ਠੀਕ ਹੈ। ਮਤਲਬ ਕਿਉਂਕਿ ਸਮਝ ਆਉਂਦਾ ਆਪਾਂ ਨੂੰ ਘਸਣਗੇ, ਵਿਦ ਟਾਈਮ ਚੀਜ਼ ਘਸੂਗੀ ਤਾਂ ਉਹਨੂੰ ਡੀਬੇਸਮੈਂਟ ਕਹਿੰਦਾ। ਤਾਂ ਇਹ ਵੀ ਇੱਕ ਪ੍ਰੋਬਲਮ ਹੈ ਮੈਟੈਲਿਕ ਮਨੀ ਦੀ, ਠੀਕ ਹੈ ਜੀ। ਹੁਣ ਆਪਾਂ ਗੱਲ ਕਰਦੇ ਹਾਂ ਬੱਚੇ ਮੈਟੈਲਿਕ ਮਨੀ ਤੋਂ ਬਾਅਦ ਪੇਪਰ ਮਨੀ ਦੀ, ਠੀਕ ਹੈ। ਪੇਪਰ ਮਨੀ ਇੱਕ ਤਰ੍ਹਾਂ ਦੀ ਫੀਐਟ ਮਨੀ ਵੀ ਹੁੰਦੀ ਆ, ਠੀਕ ਹੈ। ਪਹਿਲਾਂ ਤਾਂ ਆਪਾਂ ਫੀਐਟ ਮਨੀ ਹੀ ਦੇਖ ਲੈਣਾ ਕੀ ਹੁੰਦੀ ਹੈ ਫੀਐਟ ਮਨੀ। ਤਾਂ ਰਾਜੇ ਫੀਐਟ ਮਨੀ ਕੀ ਹੈ? ਫੀਐਟ ਮਨੀ ਉਹ ਹੁੰਦੀ ਹੈ ਰਾਜੇ ਜਿਹਨੂੰ ਕਿ ਲੀਗਲੀ ਬਾਈਂਡਿੰਗ ਕਮਾਂਡ ਹੁੰਦੀ ਹੈ, ਠੀਕ ਹੈ। ਕਿਸੇ ਦੇਸ਼ ਦੀ ਸਰਕਾਰ ਨੇ ਸੈਂਟਰਲ ਬੈਂਕ ਨੇ ਜਿਹੜੀ ਕਰੰਸੀ ਨੂੰ ਇੱਕ ਲੀਗਲ ਬਾਈਂਡਿੰਗ ਦਿੱਤੀ ਹੋਈ ਹੈ, ਇੱਕ ਲੀਗਲ ਬੈਕਿੰਗ ਦਿੱਤੀ ਹੋਈ ਹੈ, ਉਹਨੂੰ ਅਸੀਂ ਫੀਐਟ ਮਨੀ ਕਹਿੰਦੇ ਹਾਂ। ਮਤਲਬ ਜਿਹੜੀ ਸਰਕਾਰ ਲੈ ਕੇ ਆਉਂਦੀ ਹੈ, ਠੀਕ ਹੈ। ਹੁਣ ਆਪਣੀ ਇੰਡੀਅਨ ਕਰੰਸੀ ਹੈ ਰਾਜੇ, ਇੰਡੀਅਨ ਰੁਪੀ ਹੈ, ਉਹ ਸਰਕਾਰ ਦੀ ਕਰੰਸੀ ਹੈਗੀ, ਠੀਕ ਹੈ। ਤਾਂ ਦੈਟ ਇਜ਼ ਵਾਈ ਇਹ ਫੀਐਟ ਮਨੀ ਹੈਗੀ ਹੈ, ਠੀਕ ਹੈ। US ਡਾਲਰ, ਇੰਡੀਅਨ ਰੁਪੀ, ਯੂਰੋ, ਯੈਨ, ਚਾਈਨੀਜ਼ ਯੂਆਨ,
ਇਹ ਸਭ ਕਰੰਸੀਜ਼ ਜਿਹੜੀਆਂ ਹੈਗੇ ਇਹ ਫੀਐਟ ਕਰੰਸੀਜ਼ ਨੇ, ਬਿਕਾਜ਼ ਇਹ ਸਰਕਾਰ ਦੁਆਰਾ ਬਣਾਈਆਂ ਗਈਆਂ ਨੇਗੀਆਂ, ਠੀਕ ਹੈ ਜੀ। ਦੇ ਆਰ ਲੀਗਲੀ ਰਿਕਗਨਾਈਜ਼ਡ ਟੂ ਸੈਟਲ ਆਲ ਡੈਟਸ ਐਂਡ ਪੇਮੈਂਟਸ ਵਿਦਨ ਟੈਰੀਟੋਰੀਅਲ ਜੁਰਿਸਡਿਕਸ਼ਨ, ਠੀਕ ਹੈ। ਉਸ ਹੁਣ ਜੇ ਆਪਣੇ ਦੇਸ਼ ਦੇ ਵਿੱਚ ਗੱਲ ਕਰੀਏ, ਤੁਸੀਂ ਅਗਰ 100 ਰੁਪਏ ਲੈ ਕੇ ਕੋਈ ਚੀਜ਼ ਖਰੀਦਣ ਜਾਓਗੇ ਤਾਂ ਤੁਹਾਨੂੰ ਕੋਈ ਡਿਨਾਈ ਨਹੀਂ ਕਰੂਗਾ ਕੋਈ ਚੀਜ਼, ਠੀਕ ਹੈ। ਕੋਈ ਵੀ ਡਿਨਾਈ ਨਹੀਂ ਕਰ ਸਕਦਾ ਇਹ 100 ਰੁਪਏ ਦੇ ਨੋਟ ਨੂੰ, ਠੀਕ ਹੈ। ਤੁਹਾਨੂੰ ਹਰ ਚੀਜ਼ ਮਿਲੂਗੀ ਜਿਹੜੀ 100 ਰੁਪਏ ਦੇ ਵਿੱਚ ਆ ਜਾਂਦੀ ਹੈ, ਠੀਕ ਹੈ। ਤਾਂ ਇਹ ਲੀਗਲੀ ਰਿਕਗਨਾਈਜ਼ਡ ਨੇਗੇ। ਤੁਹਾਨੂੰ ਪਤਾ ਰਾਜੇ ਦੇਖੋ ਹਰ ਕਰੰਸੀ ਨੋਟ ਦੇ ਉੱਪਰ RBI ਗਵਰਨਰ ਦੇ ਸਾਈਨ ਹੁੰਦੇ ਨੇ, ਤੇ ਲਿਖਿਆ ਹੁੰਦਾ ਹੈ ਕਿ ਧਾਰਕ ਕੋ ਇਸ ਜੇ 100 ਰੁਪਏ ਦਾ ਨੋਟ ਹੈ ਤਾਂ ਧਾਰਕ ਨੂੰ ਜਿਹੜਾ 100 ਰੁਪਏ ਹੈ ਉਹਦੀ ਗਰੰਟੀ ਮਿਲੂਗੀ ਵੀ 100 ਰੁਪਏ ਦੀ ਤੁਹਾਨੂੰ ਚੀਜ਼ ਮਿਲੂਗੀ, ਠੀਕ ਹੈ। ਤਾਂ ਗਰੰਟੀ ਆ ਉਸ ਚੀਜ਼ ਦੀ, ਲੀਗਲੀ ਰਿਕਗਨਾਈਜ਼ਡ ਆ ਉਹ ਚੀਜ਼, ਠੀਕ ਹੈ। ਹੁਣ ਗੱਲ ਕਰੀ ਰਾਜੇ ਫੀਐਟ ਮਨੀ ਕਿਹੜੀ ਨਹੀਂ ਹੈਗੀ। ਇਹ ਤਾਂ ਸਭ ਸੀਗਾ ਕਿ ਫੀਐਟ ਮਨੀ ਕਿਹੜੀ ਚੀਜ਼ ਹੈ। ਹੁਣ ਫੀਐਟ ਮਨੀ ਕਿਹੜੀ ਨਹੀਂ ਹੈਗੀ ਉਹ ਵੀ ਦੇਖ ਲੈਂਦੇ ਆਪਾਂ। ਵਾਟ ਇਜ਼ ਨਾਟ ਅ ਫੀਐਟ ਮਨੀ। ਸਭ ਤੋਂ ਪਹਿਲੀ ਗੱਲ ਤਾਂ ਉਹਦੇ ਕੋਲ ਲੀਗਲ ਬੈਕਿੰਗ ਨਹੀਂ ਹੋਊਗੀ, ਠੀਕ ਹੈ। ਮਤਲਬ ਸਰਕਾਰ ਦੁਆਰਾ ਨਹੀਂ ਹੋਊਗਾ ਉਹ, ਜਿਹੜਾ ਸਰਕਾਰ ਦੁਆਰਾ ਹੋਊਗਾ ਡੈਫੀਨਿਟਲੀ ਉਹ ਲੀਗਲ ਮਨੀ ਹੈਗਾ, ਠੀਕ ਹੈ। ਤੇ ਦੂਸਰੀ ਗੱਲ ਸਭ ਨੂੰ ਐਕਸੈਪਟੇਬਲ ਹੋਵੇ। ਤਾਂ ਫੀਐਟ ਮਨੀ ਦੇ ਦੋ ਚੀਜ਼ਾਂ ਆ ਜਾਂਦੀਆਂ ਨੇ ਰਾਜੇ, ਇੱਕ ਤਾਂ ਦੇਖੋ ਸਰਕਾਰ ਦੁਆਰਾ ਬਣਾਈ ਗਈ ਹੋਵੇ ਉਹ ਚੀਜ਼, ਦੂਸਰੀ ਰਾਜੇ ਸਾਰਿਆਂ ਨੂੰ ਐਕਸੈਪਟੇਬਲ ਹੋਵੇ, ਠੀਕ ਹੈ। ਤੁਹਾਨੂੰ ਕੋਈ ਡਿਨਾਈ ਨਾ ਕਰੇ ਤਾਂ ਉਹ ਫੀਐਟ ਮਨੀ ਹੁੰਦੀ ਹੈ ਆਪਣੀ, ਠੀਕ ਹੈ। ਵੀ ਜੇ 100 ਰੁਪਏ ਦਾ ਨੋਟ ਹੈਗਾ ਤੁਹਾਨੂੰ ਕੋਈ ਵੀ ਡਿਨਾਈ ਨਹੀਂ ਕਰੂਗਾ, ਅਨਲੈਸ ਕੋਈ ਚੇਂਜ ਦੀ ਪ੍ਰੋਬਲਮ ਆਵੇ ਵੀ ਹਾਂ ਖੁੱਲ੍ਹੇ ਦੇ ਦਿਓ ਜੀ ਮੈਨੂੰ 10 ਰੁਪਏ ਦੀ ਕੋਈ ਚੀਜ਼ ਲੈਣੀ ਤੁਸੀਂ ਤਾਂ ਖੁੱਲ੍ਹੇ ਦੇ ਦਿਓ, ਅਦਰਵਾਈਜ਼ ਤੁਹਾਨੂੰ ਕੋਈ ਡਿਨਾਈ ਨਹੀਂ ਕਰੂਗਾ 100 ਰੁਪਏ ਦੀ ਚੀਜ਼ 'ਤੇ, ਠੀਕ ਹੈ। ਤਾਂ ਉਹਨੂੰ ਆਪਾਂ ਫੀਐਟ ਮਨੀ ਕਹਾਂਗੇ ਆਪਾਂ। ਹੁਣ ਫੀਐਟ ਮਨੀ ਕਿਹੜੀ ਨਹੀਂ ਹੈਗੀ ਰਾਜੇ। ਹੁਣ ਤੁਸੀਂ ਸੁਪਰ ਮਾਰਕੀਟ ਦੇ ਵਿੱਚ ਜਾਂਦੇ ਹੋ, ਤੁਹਾਨੂੰ ਪਲਾਸਟਿਕ ਦੇ ਕੋਇਨ ਦੇ ਦਿੰਦੇ ਨੇ, ਖੁੱਲ੍ਹੀ ਹੈ ਨਹੀਂ ਵੀ ਤੁਸੀਂ ਨੈਕਸਟ ਟਾਈਮ ਕੀ ਹੈ ਰਿਡੀਮ ਕਰਵਾ ਲਿਓ, ਕੂਪਨ ਨੇ, ਓਬਵੀਅਸਲੀ ਗੱਲ ਹੈ ਇਹ ਫੀਐਟ ਨਹੀਂ ਹੈਗਾ, ਠੀਕ ਹੈ। ਫੇਕ ਕਰੰਸੀ ਈਵਨ ਕਿ ਰਾਜੇ ਜਿਹੜਾ ਆਪਣਾ ਗਵਰਨਮੈਂਟ ਸਿਕਿਉਰਿਟੀ ਹੈ, ਚਾਹੇ ਆਪਾਂ ਕਹਿ ਰਹੇ ਸੀ ਵੀ ਗਵਰਨਮੈਂਟ ਦੁਆਰਾ ਹੀ ਇਸ਼ੂ ਹੁੰਦਾ ਹੈ, ਬਟ ਸਟਿਲ ਇਟ ਇਜ਼ ਨਾਟ ਅ ਫੀਐਟ ਮਨੀ, ਕਿਉਂਕਿ ਤੁਸੀਂ ਗਵਰਨਮੈਂਟ ਸਿਕਿਉਰਿਟੀ ਚੱਕ ਕੇ ਮਾਰਕੀਟ ਦੇ ਵਿੱਚ ਨਹੀਂ ਫਿਰ ਸਕਦੇ ਵੀ ਤੁਸੀਂ ਕੋਈ ਚੀਜ਼ ਖਰੀਦ ਲਿਓਗੇ। ਤੁਸੀਂ ਘਰ ਦਾ ਰਾਸ਼ਨ ਲੈਣ ਵਾਸਤੇ ਗਵਰਨਮੈਂਟ ਸਿਕਿਉਰਿਟੀ ਚੱਕ ਕੇ ਫਿਰ ਲਓਗੇ ਵੀ ਤੁਸੀਂ ਗਵਰਨਮੈਂਟ ਸਿਕਿਉਰਿਟੀ ਲੈ ਲਓ ਮੈਨੂੰ ਰਾਸ਼ਨ ਦੇ ਦਿਓ, ਨਹੀਂ, ਇਹ ਪੋਸੀਬਲ ਨਹੀਂ ਹੈਗਾ, ਕਿਉਂਕਿ ਇਹ ਹਰ ਜਗ੍ਹਾ ਐਕਸੈਪਟੇਬਲ ਨਹੀਂ ਹੈਗੀ, ਠੀਕ ਹੈ। ਅਗਰ ਕਿਸੇ ਨੂੰ ਗਵਰਨਮੈਂਟ ਸਿਕਿਉਰਿਟੀ ਚਾਹੀਦੀ ਹੈ, ਠੀਕ ਹੈ, ਅਦਰਵਾਈਜ਼ ਤੁਸੀਂ ਫੋਰਸ ਨਹੀਂ ਕਰ ਸਕਦੇ ਹੋ ਬੰਦੇ ਨੂੰ, ਠੀਕ ਹੈ। 100 ਰੁਪਏ ਤੁਸੀਂ ਓਬਵੀਅਸਲੀ 100 ਰੁਪਏ ਦਾ ਸਮਾਨ ਲੈ ਸਕਦੇ ਹੋ, ਬਟ ਗਵਰਨਮੈਂਟ ਸਿਕਿਉਰਿਟੀ ਦੇ ਅਗੇਂਸਟ ਸਮਾਨ ਤੁਸੀਂ ਲੈਣਾ ਪੋਸੀਬਲ ਨਹੀਂ ਹੈਗਾ ਉੱਦਾਂ, ਠੀਕ ਹੈ, ਕਿਉਂਕਿ ਹਰੇਕ ਬੰਦੇ ਨੂੰ ਐਕਸੈਪਟੇਬਲ ਨਹੀਂ ਹੈਗੀ ਇਹ ਚੀਜ਼, ਤਾਂ ਇਹ ਫੀਐਟ ਮਨੀ ਨਹੀਂ ਹੈਗਾ। ਉਸੇ ਤਰ੍ਹਾਂ ਬੱਚੇ ਚੈੱਕਸ ਵਗੈਰਾ, ਕ੍ਰੈਡਿਟ ਕਾਰਡ, ATM ਕਾਰਡ, ਇਹ ਵੀ ਅਗੇਨ ਫੀਐਟ ਨਹੀਂ ਹੈਗਾ ਐਜ਼ ਸੱਚ, ਠੀਕ ਹੈ, ਕਿਉਂਕਿ ਹਰ ਜਗ੍ਹਾ ਐਕਸੈਪਟੇਬਲ ਨਹੀਂ ਹੈਗੀ ਇਹ ਚੀਜ਼। ਤੁਸੀਂ ਦੁਕਾਨਦਾਰ ਤੁਹਾਨੂੰ ਡਿਨਾਈ ਕਰ ਸਕਦਾ ਵੀ ਮੈਂ ਕ੍ਰੈਡਿਟ ਕਾਰਡ ਸਰ ਐਕਸੈਪਟ ਨਹੀਂ ਕਰਦਾ, ਹੋਰ ਨਹੀਂ ਕਰ ਸਕਦਾ, ਤਾਂ ਤੁਹਾਨੂੰ ਡਿਨਾਈ ਕਰ ਸਕਦਾ ਦੁਕਾਨਦਾਰ। 100 ਰੁਪਏ ਕੈਸ਼ ਜਦੋਂ ਤੁਹਾਨੂੰ ਦੁਕਾਨਦਾਰ ਡਿਨਾਈ ਕਦੇ ਵੀ ਨਹੀਂ ਕਰੂਗਾ, ਠੀਕ ਹੈ ਜੀ। ਹੁਣ ਅਗੇਨ ਬਿਟਕੋਇਨ ਜਾਂ ਹੋਰ ਡਿਜੀਟਲ ਕਰੰਸੀ, ਇਹ ਸਾਰੀਆਂ ਰਾਜੇ ਫੀਐਟ ਮਨੀ ਨਹੀਂ ਹੈਗੀਆਂ। ਧਿਆਨ ਦੇਣਾ, ਫੀਐਟ ਮਨੀ ਦੀ ਡੈਫੀਨੇਸ਼ਨ ਬਹੁਤ ਇੰਪੋਰਟੈਂਟ ਹੈ, ਤੁਸੀਂ ਧਿਆਨ ਦੇਣਾ। ਇੱਕ ਤਾਂ ਦੇਖੋ ਇਹੀ ਚੀਜ਼ ਹੈ ਵੀ ਸਰਕਾਰ ਦੁਆਰਾ ਬਣਾਈ ਜਾਵੇ, ਦੂਸਰੀ ਕੀ ਲੀਗਲੀ ਐਕਸੈਪਟੇਬਲ ਹੋਵੇ ਇਹ, ਠੀਕ ਹੈ, ਇਹਦੀ ਲੀਗਲ ਬੈਕਿੰਗ ਹੋਵੇ ਔਰ ਸਭ ਨੂੰ ਐਕਸੈਪਟੇਬਲ ਹੋਵੇ, ਸਾਰੇ ਇਹਨੂੰ ਐਕਸੈਪਟ ਕਰਨ ਇਸ ਮਨੀ ਨੂੰ, ਤਾਂ ਉਹਨੂੰ ਆਪਾਂ ਫੀਐਟ ਮਨੀ ਕਹਾਂਗੇ, ਠੀਕ ਹੈ ਜੀ। ਚਲੋ ਇੰਡੀਆ ਦੇ ਕੇਸ ਵਿੱਚ ਕੀ ਹੈ ਰਾਜੇ, ਜਿਹੜੇ ਆਪਣੇ ਕਰੰਸੀ ਨੋਟਸ ਨੇ 2 ਰੁਪਏ ਤੋਂ ਲੈ ਕੇ 2000 ਰੁਪਏ ਤੱਕ ਦੇ ਨੋਟਸ ਜਿਹੜੇ ਬਣਾਉਂਦਾ ਉਹ RBI ਪ੍ਰਿੰਟ ਕਰਦਾ, ਇਸ਼ੂ ਕਰਦਾ, ਠੀਕ ਹੈ। ਸਮਝ ਆਉਂਦੀ ਆਪਾਂ ਨੂੰ ਪਤਾ ਹੈ ਕਿਸ ਐਕਟ ਦੇ ਅੰਡਰ ਰਾਜੇ, RBI ਐਕਟ 1934 ਦੇ ਅੰਡਰ RBI ਨੂੰ ਇਹ ਮੈਂਡੇਟ ਹੈ ਕਿ 2 ਰੁਪਏ ਤੋਂ ਲੈ ਕੇ 2000 ਰੁਪਏ ਵਾਲੇ ਨੋਟ ਸਾਰੇ RBI ਬਣਾਏਗਾ, ਪਹਿਲੀ ਗੱਲ। ਹੁਣ ਰਾਜੀ ਇੱਕ ਥੋੜ੍ਹਾ ਜਿਹਾ ਕੈਚ ਇਹਦੇ ਵਿੱਚ ਹੈਗਾ, MCQ ਤੋਂ ਕਈ ਵਾਰੀ MCQ ਬਣਦਾ ਹੈਗਾ, ਡੈਫੀਨਿਟਲੀ ਬਣਦਾ ਕਿ ਸਰਕਾਰ ਵੀ ਕੋਈ ਨੋਟ ਇਸ਼ੂ ਕਰਦੀ ਹੈਗੀ, ਠੀਕ ਹੈ। ਉਹ ਹੈਗਾ ਰਾਜੇ 1 ਰੁਪਏ ਦਾ ਨੋਟ, ਠੀਕ ਹੈ। ਬਾਕੀ ਜਿਹੜਾ ਸਾਰੇ ਨੋਟਸ ਨੇ ਰਾਜੇ ਉਹ RBI ਇਸ਼ੂ ਕਰਦੀ ਹੈਗੀ, RBI ਪ੍ਰਿੰਟ ਕਰਦੀ ਹੈ। ਜਿਹੜਾ 1 ਰੁਪਏ ਵਾਲਾ ਨੋਟ ਹੈ ਉਹ ਗਵਰਨਮੈਂਟ ਇਸ਼ੂ ਕਰਦੀ ਹੈ, ਠੀਕ ਹੈ। 1 ਰੁਪਏ ਦਾ ਨੋਟ ਪਲੱਸ ਜਿਹੜੇ ਸਾਰੇ ਕੋਇਨਸ ਨੇਗੇ, ਠੀਕ ਹੈ, 10 ਰੁਪਏ ਦਾ ਕੋਇਨ, 5 ਰੁਪਏ ਦਾ ਕੋਇਨ, ਇਹ ਸਭ ਗਵਰਨਮੈਂਟ ਇਸ਼ੂ ਕਰਦੀ ਹੈਗੀ ਹੈ, ਠੀਕ ਹੈ। ਹਾਲਾਂਕਿ ਜਿਹੜੇ 1 ਰੁਪਏ ਤੇ 2 ਰੁਪਏ ਦੇ ਨੋਟ ਨੇ ਰਾਜੇ ਹੁਣ ਨਵੀਂ ਇਹਦੀ ਪ੍ਰਿੰਟਿੰਗ ਨਹੀਂ ਹੋ ਰਹੀ ਹੈਗੀ, ਠੀਕ ਹੈ। ਜਿਹੜੇ ਆਲਰੇਡੀ ਹੈਗੇ ਨੇ ਉਹ ਸਰਕੂਲੇਟ ਹੋ ਰਹੇ ਨੇ, ਬਟ 1 ਰੁਪਏ ਤੇ 2 ਰੁਪਏ ਦੀ ਜਿਹੜੀ ਪ੍ਰਿੰਟਿੰਗ ਸੀ ਉਹ ਬੰਦ ਹੋ ਚੁੱਕੀ ਹੈ ਬਹੁਤ ਟਾਈਮ ਪਹਿਲਾਂ। ਜਿਹੜਾ ਰਾਜੇ ਕੋਇਨੇਜ ਦੀ ਗੱਲ ਕਰ ਰਹੇ ਆਪਾਂ ਕਿ ਜਿਹੜੇ ਸਾਰੇ ਸਿੱਕੇ ਨੇਗੇ, ਇਹ ਕੋਇਨੇਜ ਐਕਟ 2011 ਦੇ ਅੰਡਰ, ਠੀਕ ਹੈ, ਕੀ ਹੈ ਜਿਹੜਾ ਫਾਈਨੈਂਸ ਸੈਕਟਰੀ ਜਿਹੜਾ ਕੀ ਹੈ, ਜਿਹੜਾ 1 ਰੁਪਏ ਦੀ ਮੈਂ ਨੋਟ ਦੀ ਗੱਲ ਕਰ ਰਿਹਾ, 1 ਰੁਪਏ ਦਾ ਜਿਹੜਾ ਨੋਟ ਹੈ ਰਾਜੇ, ਉਸ ਦੇ ਨੀਚੇ ਸਾਈਨ ਕਿਹਦੇ ਹੁੰਦੇ ਨੇ, TV ਸੋਮਨਾਥਨ ਦੇ, ਫਾਈਨਾਂਸ ਸੈਕਟਰੀ ਦਾ ਸਾਈਨ ਹੁੰਦੇ ਨੇਗੇ। ਜਿਵੇਂ ਆਪਣੇ ਹੋਰ ਸਾਰੇ ਨੋਟਸ ਦੇ ਵਿੱਚ ਰਾਜੇ ਕਿਹਦੇ ਸਾਈਨ ਹੁੰਦੇ ਨੇ, RBI ਗਵਰਨਰ ਦੇ ਗਵਰਨਰ ਦੇ ਸਾਈਨ ਹੁੰਦੇ ਨੇ ਸਾਰੇ ਨੋਟਾਂ ਦੇ ਨੀਚੇ। ਜਿਹੜਾ 1 ਰੁਪਏ ਦਾ ਨੋਟ ਹੈ ਰਾਜੇ, ਠੀਕ ਹੈ, ਹਾਲਾਂਕਿ ਇਹਦੀ ਪ੍ਰਿੰਟਿੰਗ ਬੰਦ ਹੋ ਗਈ ਨਵੀਂ, ਬਟ ਜਿਹੜਾ ਆਲਰੇਡੀ ਤੁਸੀਂ ਅਗਰ ਕਦੇ ਤੁਹਾਨੂੰ ਮੌਕਾ ਮਿਲੇ 1 ਰੁਪਏ ਦਾ ਨੋਟ ਦੇਖਣ ਦਾ, ਤਾਂ ਉਹਦੇ ਨੀਚੇ ਜਿਹੜੇ ਸਾਈਨ ਹੋਣਗੇ ਰਾਜੇ ਉਹ ਫਾਈਨਾਂਸ ਸੈਕਟਰੀ ਦੇ ਹੋਣਗੇ, ਧਿਆਨ ਦੇਣਾ ਇਸ ਚੀਜ਼ ਦਾ। ਅਦਰਵਾਈਜ਼ ਸਾਰੇ ਨੋਟਸ ਕਿਹਦਾ ਸਾਈਨ ਹੁੰਦੇ ਨੇ, RBI ਗਵਰਨਰ ਦੇ ਸਾਈਨ ਹੁੰਦੇ ਨੇ, ਠੀਕ ਹੈ ਜੀ, ਤਾਂ ਧਿਆਨ ਦੇਣਾ ਹੈਗਾ। ਤੇ ਪ੍ਰੈਜ਼ੈਂਟ ਜਿਹੜੇ ਆਪਣੇ ਰਾਜੇ ਅਪ੍ਰੈਲ ਦੇ ਵਿੱਚ ਨਵੇਂ ਬਣੇ ਨੇਗੇ, TV ਸੋਮਨਾਥਨ ਫਾਈਨਾਂਸ ਸੈਕਟਰੀ ਬਣੇ ਨੇਗੇ, ਠੀਕ ਹੈ, ਤੁਸੀਂ ਇਹ ਵੀ ਨੋਟ ਕਰ ਸਕਦੇ ਹੋ। TV ਸੋਮਨਾਥਨ ਸਾਡੇ ਅਪ੍ਰੈਲ ਦੇ ਵਿੱਚ ਫਾਈਨਾਂਸ ਸੈਕਟਰੀ ਬਣੇ ਨੇਗੇ, ਠੀਕ ਹੈ ਜੀ। ਹੁਣ ਰਾਜੇ ਫੀਐਟ ਮਨੀ ਦੀਆਂ ਵੀ ਕੁਝ ਪ੍ਰੋਬਲਮਸ ਹੈਗੀਆਂ ਨੇ, ਜਿਹੜੇ ਸਾਡੀ ਫੀਐਟ ਮਨੀ ਹੈਗੀ ਹੈ, ਠੀਕ ਹੈ।
ਇੱਕ ਤਾਂ ਦੇਖੋ ਰਾਜੇ ਕਰੰਸੀ ਦੀ ਅਗੇਨ ਜੇ ਆਪਾਂ ਓਵਰ ਪ੍ਰਿੰਟਿੰਗ ਕਰ ਦਿੰਦੇ ਹਾਂ, ਠੀਕ ਹੈ, ਤੁਹਾਡੇ ਦਿਮਾਗ ਦੇ ਵਿੱਚ ਹਮੇਸ਼ਾ ਆਉਂਦੀ ਹੋਣੀ ਕਿ ਕਿਉਂ ਨਹੀਂ ਸਰਕਾਰ ਵੱਧੋ ਵੱਧ ਪੈਸੇ ਛਾਪ ਕੇ ਸਾਰਿਆਂ ਦੀ ਗਰੀਬੀ ਦੂਰ ਕਰਦੇ, ਵੀ ਸਾਰਿਆਂ ਨੂੰ ਲੱਖ ਲੱਖ ਰੁਪਏ ਵੰਡ ਦੇ, ਚਲੋ ਜੀ ਕੰਮ ਖਤਮ। ਛਾਪਣੇ ਹੀ ਨੇ ਨੋਟ, ਛਾਪਣੇ ਦੀ ਕਿੱਡੀ ਗੱਲ ਹੈਗੀ, ਠੀਕ ਹੈ, 2-2 ਹਜ਼ਾਰ ਦੇ ਨੋਟ ਛਾਪ ਕੇ ਸਾਰਿਆਂ ਨੂੰ ਦੇ ਦਿਓ, ਠੀਕ ਹੈ। ਬਟ ਰਾਜੇ ਹੁਣ ਤੱਕ ਆਪਾਂ ਨੂੰ ਸਮਝ ਆ ਗਈ ਹੋਣੀ ਕਿ ਜ਼ਿਆਦਾ ਪੈਸਾ ਹਮੇਸ਼ਾ ਕੰਮ ਨਹੀਂ ਕਰਦਾ ਹੈਗਾ, ਠੀਕ ਹੈ। ਜਿੰਨਾ ਜ਼ਿਆਦਾ ਪੈਸਾ ਹੋਊਗਾ ਉਨੀ ਇਨਫਲੇਸ਼ਨ ਹੋਊਗੀ, ਠੀਕ ਹੈ। ਜਿਹੜੀ ਚੀਜ਼ ਪਹਿਲਾਂ 100 ਰੁਪਏ ਦੀ ਮਿਲਦੀ ਸੀ ਉਹ 1000 ਰੁਪਏ ਦੀ ਮਿਲਣ ਲੱਗ ਜੂਗੀ, ਠੀਕ ਹੈ। ਤਾਂ ਮਤਲਬ ਜ਼ਿਆਦਾ ਪ੍ਰਿੰਟ ਕਰਕੇ ਤੁਸੀਂ ਕੁਝ ਕਰ ਨਹੀਂ ਪਾਓਗੇ, ਉਹਦੇ ਨਾਲ ਕੀ ਆਊਗਾ ਰਾਜੇ, ਉਹਦੇ ਨਾਲ ਹਾਈਪਰ ਇਨਫਲੇਸ਼ਨ ਆਊਗੀ ਚੀਜ਼, ਠੀਕ ਹੈ। ਆਪਾਂ ਪੜ੍ਹ ਚੁੱਕੇ ਹਾਂ ਆਲਰੇਡੀ ਕੀ ਹੁੰਦੀ ਹੈ ਇਨਫਲੇਸ਼ਨ, ਜਦੋਂ ਲੋਕਾਂ ਕੋਲੇ ਬਹੁਤ ਜ਼ਿਆਦਾ ਪੈਸਾ ਆ ਜੇ। ਹੁਣ ਜੇ ਤੁਸੀਂ ਹਰ ਇੱਕ ਨੂੰ 1-1 ਲੱਖ ਰੁਪਏ ਵੰਡਤਾ ਤਾਂ ਲੋਕਾਂ ਕੋਲੇ ਪੈਸਾ ਆ ਜਾਊਗਾ। ਹੁਣ ਜਿਹੜੀ ਚੀਜ਼ 100 ਰੁਪਏ ਦੀ ਮਿਲ ਰਹੀ ਸੀ ਹਰ ਬੰਦਾ ਕੀ ਚਾਹੂਗਾ, ਕਿਉਂਕਿ ਸਪਲਾਈ ਤਾਂ ਉਨੀ ਹੈਗੀ ਆ, ਸਪਲਾਈ ਤਾਂ ਉਨੀ ਹੈ ਨਾ, ਸਪਲਾਈ ਤਾਂ ਨਹੀਂ ਵਧੀ ਹੈਗੀ, ਡਿਮਾਂਡ ਬਹੁਤ ਵੱਧ ਜੂਗੀ ਕਿਉਂਕਿ ਸਭ ਕੋਲੇ ਪੈਸਾ ਆ ਗਿਆ, ਹਰ ਬੰਦੇ ਕੋਲੇ ਪੈਸਾ ਆ ਗਿਆ, ਡਿਮਾਂਡ ਵੱਧ ਜੂਗੀ ਅਤੇ ਜਿਹੜੀ ਚੀਜ਼ ਦਾ ਪ੍ਰਾਈਸ ਪਹਿਲਾਂ 100 ਰੁਪਏ ਸੀ ਰਾਜੇ ਉਹ 1000 ਰੁਪਏ ਹੋ ਜਾਊਗਾ, ਠੀਕ ਹੈ। ਤਾਂ ਮਤਲਬ ਹਾਈਪਰ ਇਨਫਲੇਸ਼ਨ ਆ ਜੂਗੀ, ਠੀਕ ਹੈ। ਤਾਂ ਇਹ ਇੱਕ ਫੀਐਟ ਮਨੀ ਦੀ ਪ੍ਰੋਬਲਮ ਹੈਗੀ, ਠੀਕ ਹੈ। ਇਸੇ ਚੀਜ਼ ਨੂੰ ਬੱਚੇ ਆਪਾਂ ਡਿਬੇਸਮੈਂਟ ਵੀ ਕਹਿ ਦਿੰਦੇ ਹਾਂ, ਜਿਵੇਂ ਅਸੀਂ ਸਿੱਕਿਆਂ ਵੇਲੇ ਕੀਤਾ ਸੀਗਾ ਕਿ ਸਿੱਕੇ ਘਸ ਜਾਂਦੇ ਨੇ, ਸਿੱਕਿਆਂ ਦੀ ਵੈਲਿਊ ਘੱਟ ਜਾਂਦੀ ਹੈ, ਉਸੇ ਤਰ੍ਹਾਂ ਓਵਰ ਪ੍ਰਿੰਟਿੰਗ ਦੇ ਨਾਲ ਉਹ ਕਰੰਸੀ ਦੀ ਵੈਲਿਊ ਘੱਟ ਜਾਂਦੀ ਹੈ, ਠੀਕ ਹੈ। ਹਾਈਪਰ ਇਨਫਲੇਸ਼ਨ ਆ ਜਾਂਦੀ ਹੈ ਉਸ ਚੀਜ਼ ਨਾਲ, ਠੀਕ ਹੈ ਜੀ। ਸਟਿਲ ਇਟ ਇਜ਼ ਬਲਕੀ ਟੂ ਕੈਰੀ, ਠੀਕ ਹੈ। ਤੁਸੀਂ ਹੁਣ 100 ਰੁਪਏ ਦੇ 10,000 ਦੀ ਗੱਡੀ ਬਣਾ ਕੇ ਕਿੱਥੇ ਕਿੱਥੇ ਚੱਕਦੇ ਫਿਰੋਗੇ, ਠੀਕ ਹੈ। ਜਾਂ ਫਿਰ ਈਵਨ ਕਿ ਵੱਧ ਤੋਂ ਵੱਧ ਤੁਸੀਂ 2 ਲੱਖ ਰੁਪਏ ਚੱਕ ਸਕਦੇ ਹੋ ਇੱਕ ਗੱਡੀ ਦੇ ਵਿੱਚ, ਠੀਕ ਹੈ। ਤਾਂ ਅਗਰ ਤੁਸੀਂ ਕੋਈ ਮੋਟੀ ਟ੍ਰਾਂਜੈਕਸ਼ਨ ਕਰਨੀ ਹੈ ਜਾਂ ਮਤਲਬ ਕਿਤੇ ਪੈਸੇ ਲੈ ਕੇ ਜਾਣੇ ਨੇ, ਕੈਸ਼ ਲੈ ਕੇ ਜਾਣਾ ਹੈ, ਤਾਂ ਫਿਰ ਸਟਿਲ ਇਟ ਇਜ਼ ਬਲਕੀ ਟੂ ਕੈਰੀ, ਠੀਕ ਹੈ। ਚੋਰੀ ਹੋਣ ਦਾ ਡਰ ਹੈਗਾ ਰਾਜੇ, ਠੀਕ ਹੈ। ਨਕਲੀ ਨੋਟਾਂ ਦਾ ਵੀ ਡਰ ਹੈਗਾ, ਕਾਊਂਟਰੀਫੀਟ ਮਤਲਬ ਨਕਲੀ ਨੋਟ, ਠੀਕ ਹੈ ਜੀ। ਚੇਂਜ ਦੀ ਪ੍ਰੋਬਲਮ ਆਉਂਦੀ ਹੈ, ਕੀ ਪੜ੍ਹ ਰਹੇ ਆਪਾਂ, ਫੀਐਟ ਮਨੀ ਦੀ ਪ੍ਰੋਬਲਮ ਪੜ੍ਹ ਰਹੇ ਹਾਂ, ਜਿਹੜੇ ਆਪਣਾ ਕਰੰਸੀ ਨੋਟਸ ਨੇ, ਪ੍ਰਿੰਟ ਪੈਸੇ ਨੇ, ਪੇਪਰ ਮਨੀ ਹੈ, ਉਹਦੀਆਂ ਪ੍ਰੋਬਲਮ ਪੜ੍ਹ ਰਹੇ ਹਾਂ। ਚੇਂਜ ਦੀ ਪ੍ਰੋਬਲਮ ਬੜੀ ਆਉਂਦੀ ਹੈਗੀ, ਠੀਕ ਹੈ। ਹਰ ਚੀਜ਼ ਆਪਣੇ ਕੋਲ 99 ਰੁਪਏ ਦੀ ਹੁੰਦੀ ਹੈ, 199 ਦੀ ਹੁੰਦੀ ਹੈ, 999 ਦੀ ਹੁੰਦੀ ਹੈ, ਹੈ ਨਾ। ਤਾਂ ਜਿਹੜਾ ਇਹ 1 ਰੁਪਇਆ ਰਹਿੰਦਾ ਜਿਹੜਾ ਜੀ ਕੋਈ ਚੇਂਜ ਨਹੀਂ ਕਰਦਾ, ਤੁਹਾਨੂੰ ਵਾਪਸ ਕੋਈ ਨਹੀਂ ਦਿੰਦਾ ਹੈਗਾ, ਠੀਕ ਹੈ। ਤਾਂ ਇਹ 1 ਰੁਪਇਆ ਆਪਣਾ ਵਿੱਚੇ ਵੜ ਜਾਂਦਾ, ਠੀਕ ਹੈ। ਈਵਨ ਕਿ ਕਈ ਚੀਜ਼ਾਂ ਜਿਹੜੀਆਂ ਪੈਸਿਆਂ ਦੇ ਵਿੱਚ ਹੁੰਦੀਆਂ ਨੇਗੀਆਂ, ਤਾਂ ਸਟਿਲ ਜਿਹੜਾ ਹੁਣ ਰਾਊਂਡਿੰਗ ਆਫ ਦੀ ਪ੍ਰੋਬਲਮ ਅਗੇਨ ਆਉਂਦੀ ਹੈਗੀ, ਠੀਕ ਹੈ। ਮੰਨ ਲਓ 40 ਪੈਸੇ ਦੀ ਕੋਈ ਚੀਜ਼ ਜਿਹੜੀ ਕਿ ਅਲੱਗ ਪੈ ਰਹੀ ਹੈਗੀ, ਠੀਕ ਹੈ, ਵੀ 10 ਰੁਪਏ ਕੀ ਸੀਗਾ, 9 ਰੁਪਏ 60 ਪੈਸੇ ਦੀ ਕੋਈ ਚੀਜ਼ ਸੀਗੀ, ਠੀਕ ਹੈ। ਤਾਂ ਤੁਸੀਂ ਹਰ ਬੰਦਾ 10 ਰੁਪਏ ਪੇ ਕਰ ਰਿਹਾ ਇਸ ਚੀਜ਼ ਦੇ, ਠੀਕ ਹੈ, 40 ਪੈਸੇ ਐਕਸਟਰਾ ਪੇ ਕਰ ਰਹੇਗਾ। ਜੇ ਇੱਦਾਂ 1 ਲੱਖ ਬੰਦਾ ਨੇ ਪੇ ਕੀਤਾ ਰਾਜੇ 40,000 ਦਾ ਫਰਕ ਪੈ ਗਿਆ, ਠੀਕ ਹੈ। ਤਾਂ ਮਤਲਬ ਕਾਫੀ ਫਰਕ ਪੈਂਦਾ ਵੱਡੇ ਸਕੇਲ ਦੇ ਉੱਪਰ, ਛੋਟੇ ਸਕੇਲ ਦੇ ਉੱਪਰ ਨਹੀਂ ਪਤਾ ਲੱਗਦਾ, ਬਟ ਵੱਡੇ ਸਕੇਲ ਦੇ ਉੱਪਰ ਕਾਫੀ ਫਰਕ ਪੈਂਦਾ। ਤਾਂ ਸਟਿਲ ਇਟ ਇਜ਼ ਅ ਪ੍ਰੋਬਲਮ ਆਫ ਫੀਐਟ ਮਨੀ, ਠੀਕ ਹੈ ਜੀ। ਹੁਣ ਰਾਜੇ ਇਸ ਚੀਜ਼ਾਂ ਨੂੰ ਓਵਰਕਮ ਕਰਦੇ ਹੋਏ ਦੇਖੋ ਇਵੋਲੂਸ਼ਨ ਦਾ ਕੀ ਮਤਲਬ ਹੈ, ਵੀ ਪਹਿਲਾਂ ਵਾਲੀ ਚੀਜ਼ ਦੇ ਵਿੱਚ ਜਿਹੜੀ ਕਮੀਆਂ ਸੀ ਉਹਨੂੰ ਦੂਰ ਕਰਕੇ ਨਵੀਂ ਚੀਜ਼ ਬਣਾਈ ਜਾਵੇ, ਇਹੀ ਰਾਜੇ ਐਵੋਲੂਸ਼ਨ ਹੁੰਦੀ ਹੈ। ਹੁਣ ਆਪਣੇ ਫੀਐਟ ਮਨੀ ਦੀ, ਕੋਮੋਡਿਟੀ ਮਨੀ ਦੀ, ਮੈਟੈਲਿਕ ਮਨੀ ਦੀ ਸਾਰੀਆਂ ਦੀਆਂ ਪ੍ਰੋਬਲਮਸ ਵੀ ਕਰ ਲਈਆਂ, ਉਹਨਾਂ ਦੇ ਫਾਇਦੇ ਵੀ ਕਰ ਲਏ। ਹੁਣ ਵਿਦ ਟਾਈਮ ਰਾਜੇ ਆਪਾਂ ਜਿਹੜੇ ਪ੍ਰੋਬਲਮ ਸੀ ਉਹਨੂੰ ਘਟਾਈ ਜਾ ਰਹੇ ਹਾਂ, ਠੀਕ ਹੈ, ਕਿ ਹੋਰ ਨਵੀਂ ਚੀਜ਼ ਕਿਵੇਂ ਲੈ ਕੇ ਆਈ ਜਾਵੇ, ਠੀਕ ਹੈ। ਅਤੇ ਹੁਣ ਬੈਂਕ ਮਨੀ ਦੇ ਵਿੱਚ ਉਹੀ ਚੀਜ਼ ਹੈਗੀ, ਜਿਹੜੀਆਂ ਵੀ ਹੁਣ ਫੀਐਟ ਮਨੀ ਦੇ ਵਿੱਚ ਪ੍ਰੋਬਲਮਸ ਸੀਗੀਆਂ, ਹੁਣ ਅਸੀਂ ਉਹਨੂੰ ਸੋਲਵ ਕਰਕੇ ਬੈਂਕ ਮਨੀ ਨੂੰ ਲੈ ਕੇ ਆਏ ਹਾਂ, ਠੀਕ ਹੈ। ਕੀ ਐਗਜ਼ਾਮਪਲ ਨੇ ਰਾਜੇ ਬੈਂਕ ਮਨੀ ਦੇ, ਚੈੱਕ ਹੋ ਗਏ, ਬੈਂਕ ਡਰਾਫਟ ਹੋ ਗਏ, ਕ੍ਰੈਡਿਟ ਡੈਬਿਟ ਕਾਰਡ ਹੋ ਗਏ, ਵੀਜ਼ਾ, ਮਾਸਟਰ, ਰੁਪੇ ਕਾਰਡ ਹੋ ਗਏ, ਹੈ ਨਾ। ਹੋਰ ਵੀ ਜਿਹੜੇ ਐਨਐਫਟ ਹੋ ਗਏ, ਆਰਟੀਜੀਐਸ ਹੋ ਗਈ, ਇਹ ਸਭ ਬੈਂਕ ਮਨੀ ਦੇ ਵਿੱਚ ਆ ਜਾਊਗਾ ਜੀ, ਠੀਕ ਹੈ ਜੀ। ਪੜ੍ਹਦੇ ਅੱਗੇ ਹੋਰ ਕੀ ਫਾਇਦੇ ਬੱਚੇ, ਈਜ਼ੀ ਟੂ ਟਰਾਂਸਫਰ ਹੈ, ਮਨੀ ਤੁਸੀਂ ਲੰਬੇ ਡਿਸਟੈਂਸ ਤੱਕ ਟਰਾਂਸਫਰ ਕਰ ਸਕਦੇ ਹੋ, ਕੋਈ ਦਿੱਕਤ ਨਹੀਂ। ਚੇਂਜ ਦੀ ਕੋਈ ਪ੍ਰੋਬਲਮ ਨਹੀਂ ਹੈਗੀ, ਐਗਜ਼ੈਕਟ ਅਮਾਊਂਟ ਟਰਾਂਸਫਰ ਕਰ ਸਕਦੇ ਹੋ, ਸਮਝ ਆਉਂਦੀ ਆਪਾਂ ਨੂੰ। ਨਕਲੀ ਨੋਟ ਬਣਾਉਣ, ਨਕਲੀ ਜੀ ਕਰੰਸੀ ਬਣਾਉਣ ਦੇ ਵਿੱਚ ਮਤਲਬ ਬਹੁਤ ਮੁਸ਼ਕਿਲ ਆਊਗੀ ਅਗਰ ਕੋਈ ਬਣਾ ਲਵੋ। ਨਕਲੀ ਡੈਬਿਟ ਕਾਰਡ ਤੁਸੀਂ ਕਦੇ ਸੁਣਿਆ ਕਿ ਨਕਲੀ ਡੈਬਿਟ ਕਾਰਡ ਹੈ, ਨਹੀਂ, ਗਲਤ ਹੈਗਾ, ਠੀਕ ਹੈ। ਅਗਰ ਕਿਤੇ ਚੋਰੀ ਵੀ ਹੋ ਜਾਂਦਾ ਰਾਜੇ, ਆਪਾਂ ਕਿਹਾ ਸੀ ਕਿ ਜਿਹੜਾ ਪੇਪਰ ਮਨੀ ਹੈ ਉਹ ਚੋਰੀ ਹੋਣ ਦਾ ਡਰ ਹੁੰਦਾ ਹੈ। ਜੇ ਤੁਹਾਡਾ ਕਾਰਡ ਕਦੇ ਚੋਰੀ ਹੋ ਜਾਂਦਾ ਤੁਸੀਂ ਬੰਦ ਕਰਾ ਸਕਦੇ ਹੋ, ਨਾਲ ਦੇ ਨਾਲ ਫਰੀਜ਼ ਕਰਵਾ ਸਕਦੇ ਹੋ, ਠੀਕ ਹੈ। ਲੀਗਲੀ ਰਿਕਗਨਾਈਜ਼ਡ ਫॉर ਹਾਈ ਵੈਲਿਊ ਪੇਮੈਂਟ, ਤੁਹਾਨੂੰ ਪਤਾ ਰਾਜੇ 2 ਲੱਖ ਸਾਡੇ ਦੇਸ਼ ਦੇ ਵਿੱਚ 2 ਲੱਖ ਤੋਂ ਵੱਡੀ ਅਗਰ ਤੁਸੀਂ ਕੋਈ ਪੇਮੈਂਟ ਕਰਨੀ ਹੈ, ਟ੍ਰਾਂਜੈਕਸ਼ਨ ਕਰਨੀ ਹੈ, ਤਾਂ ਮੈਂਡੇਟਰੀਲੀ ਤੁਹਾਨੂੰ ਕੀ ਹੈ, ਡਿਜੀਟਲ ਮੀਡੀਅਮ ਦੇ ਨਾਲ ਕਰਨੀ ਪਊਗੀ। ਕੈਸ਼ ਦੇ ਵਿੱਚ ਐਡੀ ਵੱਡੀ ਪੇਮੈਂਟ ਵੈਲਿਡ ਹੀ ਨਹੀਂ ਹੈਗੀ। ਤੁਸੀਂ ਮੰਨ ਲਓ ਕੋਈ ਕਾਰ ਬਾਏ ਕਰਨੀ ਹੈ 10 ਲੱਖ ਰੁਪਏ ਦੀ, ਠੀਕ ਹੈ, ਤਾਂ ਤੁਸੀਂ 10 ਲੱਖ ਰੁਪਏ ਕੈਸ਼ ਲੈ ਕੇ ਨਹੀਂ ਜਾ ਸਕਦੇ ਹੈਗੇ, ਠੀਕ ਹੈ। ਤੁਹਾਨੂੰ ਇਹ ਡਿਜੀਟਲੀ ਹੀ ਪੇ ਕਰਨਾ ਪਊਗਾ। 2 ਲੱਖ ਤੋਂ ਵੱਧ ਕੋਈ ਵੀ ਟ੍ਰਾਂਜੈਕਸ਼ਨ ਇੰਡੀਆ ਦੇ ਵਿੱਚ ਵੈਲਿਡ ਨਹੀਂ ਹੈਗੀ ਕੈਸ਼ ਦੇ ਵਿੱਚ, ਇਹ ਤੁਹਾਨੂੰ ਪਤਾ ਹੋਣਾ ਚਾਹੀਦਾ, ਠੀਕ ਹੈ। ਕਿਉਂਕਿ ਤੁਸੀਂ ਸਾਰਾ ਦਿਨ ਮਾਰਕੀਟ ਦੇ ਵਿੱਚ ਰਹਿੰਦੇ ਹੋ ਤਾਂ ਇੰਨੀ ਚੀਜ਼ਾਂ ਪਤਾ ਹੋਣੀ ਚਾਹੀਦੀ ਹੈ ਕਿ 2 ਲੱਖ ਤੋਂ ਵੱਧ ਕੋਈ ਵੀ ਕੈਸ਼ ਦੇ ਵਿੱਚ ਟ੍ਰਾਂਜੈਕਸ਼ਨ ਵੈਲਿਡ ਨਹੀਂ ਹੈਗੀ, ਠੀਕ ਹੈ। ਤਾਂ ਇਸੇ ਕਰਕੇ ਜਿਹੜਾ ਲੀਗਲੀ ਰਿਕਗਨਾਈਜ਼ਡ ਹੈ ਕਿ ਹਾਈ ਵੈਲਿਊ ਟ੍ਰਾਂਜੈਕਸ਼ਨ ਵਾਸਤੇ ਇਹੀ ਲੀਗਲੀ ਰਿਕਗਨਾਈਜ਼ਡ ਹੈ, ਠੀਕ ਹੈ, ਜਿਹੜੀ ਕੀ ਹੈ ਡਿਜੀਟਲ ਪੇਮੈਂਟਸ ਨੇਗੀਆਂ, ਠੀਕ ਹੈ ਬੱਚੇ। ਹੁਣ ਕੋਮੋਡਿਟੀ ਹੋ ਗਈ, ਮੈਟੈਲਿਕ ਹੋ ਗਈ, ਪੇਪਰ ਹੋ ਗਈ, ਬਲੈਕ ਮਨੀ ਹੋ ਗਈ, ਅਤੇ ਹੁਣ ਫਾਈਨਲੀ ਆਪਾਂ ਆਉਂਦੇ ਹਾਂ ਰਾਜੇ ਕ੍ਰਿਪਟੋ ਕਰੰਸੀ ਦੇ ਉੱਪਰ, ਠੀਕ ਹੈ। ਵੀ ਹੁਣ ਬੈਂਕ ਮਨੀ ਦੇ ਵਿੱਚ ਵੀ ਕੀ ਪ੍ਰੋਬਲਮ ਸੀਗੀਆਂ, ਅਤੇ ਹੁਣ ਅਸੀਂ ਕਿਉਂ ਲੈ ਕੇ ਆਏ ਹਾਂ, ਠੀਕ ਹੈ। ਵਰਚੁਅਲ ਕਰੰਸੀ ਕਿਉਂ ਲੈ ਕੇ ਆਏ ਹਾਂ, ਕ੍ਰਿਪਟੋ ਕਰੰਸੀ ਜਾਂ ਫਿਰ ਵਰਚੁਅਲ ਕਰੰਸੀ, ਠੀਕ ਹੈ, ਇਹ ਦੇਖਦੇ ਹਾਂ ਆਪਾਂ। ਰਾਜੇ ਤੁਹਾਨੂੰ ਪਤਾ 2008 ਦੇ ਵਿੱਚ ਫਾਈਨੈਂਸ਼ੀਅਲ ਕ੍ਰਾਈਸਿਸ ਆਈ ਸੀ ਸਾਰੇ ਦੁਨੀਆ ਦੇ ਵਿੱਚ, ਅਮਰੀਕਾ ਦੇ ਵਿੱਚ ਸਟਾਰਟ ਹੋਈ ਸੀਗੀ, ਠੀਕ ਹੈ। ਬਟ ਅਮਰੀਕਾ ਦੇ ਨਾਲ ਸਾਰੇ ਦੇਸ਼ਾਂ ਦੇ ਉੱਪਰ ਕੀ ਅਸਰ ਪਿਆ ਸੀਗਾ, ਇਹਨੂੰ ਆਪਾਂ ਕਹਿੰਦੇ ਹਾਂ ਰਾਜੇ ਸਬ ਪ੍ਰਾਈਮ ਕ੍ਰਾਈਸਿਸ। ਤੇ ਰਾਜੇ ਇਸ ਦੇ ਵਿੱਚ ਕੀ ਹੋਇਆ ਸੀਗਾ, ਕਿਉਂਕਿ
ਡਾਲਰ ਦੀ ਜਿਹੜੀ ਪਰਚੇਜ਼ਿੰਗ ਪਾਵਰ ਹੈ ਉਹ ਘਟ ਗਈ ਸੀ। ਠੀਕ ਹੈ, ਆਪਾਂ ਹੁਣੀ ਪੜ੍ਹ ਕੇ ਆਏ ਰਹੇ ਹਾਈਪਰ ਇਨਫਲੇਸ਼ਨ ਕੀ ਹੁੰਦੀ ਹੈਗੀ ਹੈ। ਤਾਂ ਆਲਮੋਸਟ ਇਹ ਜਿਹਾ ਕੁਝ ਹੋਇਆ ਸੀ ਵੀ ਡਾਲਰ ਇੰਨਾ ਕੁ ਜ਼ਿਆਦਾ ਲੋਕਾਂ ਕੋਲੇ ਆ ਗਿਆ ਸੀਗਾ ਕਿ ਡਾਲਰ ਦੀ ਪਰਚੇਜ਼ਿੰਗ ਪਾਵਰ ਘਟ ਗਈ ਸੀਗੀ। ਠੀਕ ਹੈ, ਮਤਲਬ ਇਨਫਲੇਸ਼ਨ ਆ ਗਈ ਸੀ, ਸਿੰਪਲ ਜੀ ਗੱਲ ਹੈ। ਠੀਕ ਹੈ, ਦੂਸਰਾ ਰਾਜੇ ਬੈਂਕ ਦੇ ਜਦੋਂ ਆਪਾਂ ਬੈਂਕ ਦੇ ਵਿੱਚ ਟ੍ਰਾਂਜੈਕਸ਼ਨ ਕਰਦੇ ਹਾਂ ਜਾਂ ਆਨਲਾਈਨ ਟ੍ਰਾਂਸਫਰ ਕਰਦੇ ਹਾਂ, ਨੈਫਟ ਕਰਦੇ ਹਾਂ, ਆਰਟੀਜੀਐਸ ਕਰਦੇ ਹਾਂ, ਤਾਂ 6 ਰੁਪਏ 12 ਰੁਪਏ ਕੁਛ ਨਾ ਕੁਛ ਨੋਮੀਨਲ ਜਿਹੜੀ ਅਮਾਊਂਟ ਹੈਗਾ ਬੈਂਕ ਚਾਰਜ ਕਰਦਾ ਆਪਣੇ ਕੋਲ। ਠੀਕ ਹੈ, ਆਪਾਂ ਨੂੰ ਕ੍ਰੈਡਿਟ ਕਾਰਡ ਤੇ ਡੈਬਿਟ ਕਾਰਡ ਦਾ ਵੀ ਜਿਹੜਾ ਕੀ ਹੈ ਮੰਥਲੀ ਜਾਂ ਕੁਆਟਰਲੀ ਕੀ ਹੈ ਆਪਾਂ ਨੂੰ ਚਾਰਜਸ ਦੇਣੇ ਪੈਂਦੇ ਨੇਗੇ। ਤਾਂ ਬੈਂਕ ਦੇ ਜਿਹੜਾ ਆਪਣੇ ਕੋਲੇ ਬੈਂਕ ਮਨੀ ਆ ਉਹਦੇ ਕੁਛ ਨਾ ਕੁਛ ਚਾਰਜਸ ਪੈਂਦੇ ਨੇਗੇ। ਠੀਕ ਹੈ, ਆਪਾਂ ਕੀ ਪੜ੍ਹਦੇ ਹਾਂ ਇਹ ਵੀ ਇਹ ਹੁਣ ਬੈਂਕ ਮਨੀ ਦਾ ਰਾਜੇ ਇੱਕ ਪ੍ਰੋਬਲਮ ਹੈ ਬੈਂਕ ਮਨੀ ਦੀ। ਠੀਕ ਹੈ, ਵੀ ਆਨਲਾਈਨ ਸਾਡੇ ਤੋਂ ਚਾਰਜਸ ਲਏ ਜਾਂਦੇ ਨੇਗੇ ਅਗਰ ਆਪਾਂ ATM ਵਗੈਰਾ ਯੂਜ਼ ਕਰਦੇ ਹਾਂ। ਠੀਕ ਹੈ, ਤਾਂ ਇਹ ਬੈਂਕ ਮਨੀ ਦੀ ਇੱਕ ਪ੍ਰੋਬਲਮ ਹੈ। ਈਵਨ ਰਾਜੇ ਹੁਣ ਜਦੋਂ ਤੇ ਬੈਂਕ ਮਨੀ ਦੀ ਇਹ ਵੀ ਪ੍ਰੋਬਲਮ ਹੈ ਕਿ ਜਦੋਂ ਦੇਖੋ ਇਹ ਜੀ ਫਾਈਨੈਂਸ਼ੀਅਲ ਕ੍ਰਾਈਸਿਸ ਆਉਂਦੀ ਹੈਗੀ ਹੈ ਤਾਂ ਜਿਹੜੀ ਤੁਹਾਡੀ ਲੀਗਲ ਮਨੀ ਹੈਗੀ ਸੀਗੀ, ਜਿਹੜੀ ਤੁਹਾਡੀ ਪੇਪਰ ਮਨੀ ਸੀ ਜਾਂ ਹੋਰ ਬੈਂਕ ਮਨੀ ਸੀ, ਉਹਦੀ ਪਰਚੇਜ਼ਿੰਗ ਪਾਵਰ ਘਟ ਜਾਂਦੀ ਹੈ। ਠੀਕ ਹੈ, ਉਹ ਮਤਲਬ ਵਾਰੀ ਹੁਣ ਆਪਾਂ ਇੰਡੀਅਨ ਰੁਪੀ ਦੇਖਦੇ ਰਾਜੇ, ਕਦੇ 70 ਦਾ ਰਹਿ ਗਿਆ, ਕਦੇ 75 ਦਾ ਹੋ ਜਾਂਦਾ, ਕਦੇ 80 ਰੁਪਏ ਦਾ ਹੋ ਜਾਂਦਾ ਹੈ ਨਾ। ਤਾਂ ਮਤਲਬ ਕੀ ਆ, ਫਲਕਚੁਏਸ਼ਨ ਹੁੰਦੀ ਰਹਿੰਦੀ ਹੈ ਵੀ ਜਿਹੜੀ ਸਰਕਾਰ ਦੁਆਰਾ ਤੁਸੀਂ ਸਰਕਾਰ ਪੈਸਾ ਲੈ ਕੇ ਆਉਂਦੀ ਹੈ, ਇੰਡੀਅਨ ਗਵਰਨਮੈਂਟ ਜਾਂ ਕੋਈ ਵੀ ਗਵਰਨਮੈਂਟ, ਉਹਦੀ ਮਤਲਬ ਇੰਨੀ ਕੁ ਸਾਡੇ ਕੋਲ ਕੀ ਹੈ ਸ਼ੋਰਿਟੀ ਨਹੀਂ ਹੈਗੀ ਵੀ ਉਹਦੀ ਵੈਲਿਊ ਕੀ ਨਹੀਂ ਰਹੂਗੀ, ਕਦੇ ਉੱਪਰ ਚਲਾ ਗਿਆ, ਕਦੇ ਨੀਚੇ ਚਲਾ ਗਿਆ। ਹੁਣ ਜਿਹੜੇ ਐਸੇ ਲੋਕ ਨੇ ਰਾਜੇ ਜਿਹੜੇ ਕਿ ਮਤਲਬ ਅਨਾਰਕਿਸਟ ਆਪਾਂ ਕਹਿ ਦਿੰਦੇ ਹਾਂ। ਅਨਾਰਕਿਸਟ ਕੌਣ ਹੁੰਦੇ ਨੇਗੇ? ਜਿਹੜੇ ਕਿ ਗਵਰਨਮੈਂਟ ਦੀ ਪੋਲਿਸੀ ਦੇ ਵਿੱਚ ਵਿਸ਼ਵਾਸ ਨਹੀਂ ਕਰਦੇ। ਹੁਣ ਇਹ PCS ਦੇ ਵਿੱਚ ਕੁਐਸਚਨ ਆਇਆ ਸੀ ਰਾਜੇ, ਸ਼ਾਇਦ ਲਾਸਟ ਈਅਰ ਆਇਆ ਸੀਗਾ ਜਾਂ ਇਸ ਵਾਰੀ ਆਇਆ ਸੀ ਕਿ ਕਿ ਉਸ ਬੰਦੇ ਦਾ ਨਾਮ ਦੱਸੋ, 1 ਵਰਡ ਸਬਸਟੀਟਿਊਸ਼ਨ ਸੀਗੀ, ਉਹ ਬੰਦਾ ਦੱਸੋ ਜਿਹੜਾ ਕਿ ਗਵਰਨਮੈਂਟ ਪੋਲਿਸੀ ਦੇ ਵਿੱਚ ਵਿਸ਼ਵਾਸ ਨਹੀਂ ਰੱਖਦਾ ਹੈਗਾ। ਠੀਕ ਹੈ, ਤਾਂ ਉਹਦਾ ਆਨਸਰ ਆਉਣਾ ਸੀ ਅਨਾਰਕਿਸਟ ਲਿਖ ਕੇ ਆਉਣਾ ਸੀ। PCS ਦੇ ਵਿੱਚ ਕੁਐਸਚਨ ਦੱਸ ਰਿਹਾ ਮੈਂ। ਠੀਕ ਹੈ, ਤਾਂ ਇਹ ਜਿਹੇ ਲੋਕ ਜਿਹੜੇ ਸਰਕਾਰ ਦੇ ਵਿੱਚ ਪਹਿਲਾਂ ਹੀ ਨਹੀਂ ਵਿਸ਼ਵਾਸ ਰੱਖਦੇ, ਉੱਪਰ ਦੀ ਇਹੋ ਜਿਹੀਆਂ ਘਟਨਾਵਾਂ ਹੋ ਜਾਂਦੀਆਂ ਨੇਗੀਆਂ। ਠੀਕ ਹੈ, ਵੀ ਸਰਕਾਰ ਦੁਆਰਾ ਜਿਹੜੇ ਚੀਜ਼ਾਂ ਕੀਤੀਆਂ ਗਈਆਂ ਨੇ ਉਹ ਫੇਲ ਹੋ ਗਈਆਂ। ਠੀਕ ਹੈ, ਇੱਕ ਤਰ੍ਹਾਂ ਦਾ ਸਬਪ੍ਰਾਈਮ ਕ੍ਰਾਈਸਿਸ ਰਾਜੇ, ਉਹ ਇੱਕ ਤਰ੍ਹਾਂ ਦਾ ਗਵਰਨਮੈਂਟ ਫੇਲੀਅਰ ਹੀ ਸੀਗਾ। ਅਮਰੀਕਾ ਦੀ ਗਵਰਨਮੈਂਟ ਦਾ ਇੱਕ ਤਰ੍ਹਾਂ ਦਾ ਫੇਲੀਅਰ ਸੀਗਾ ਵੀ ਉਹ ਪਹਿਲਾਂ ਪ੍ਰੀਡਿਕਟ ਨਹੀਂ ਕਰ ਪਾਏ ਹੈਗੇ। ਠੀਕ ਹੈ, ਤਾਂ ਇੱਦਾਂ ਦੇ ਜਿਹੜੇ ਲੋਕ ਨੇ ਵੀ ਪਹਿਲਾਂ ਹੀ ਗਵਰਨਮੈਂਟ ਤੋਂ ਪਰੇਸ਼ਾਨ ਨੇਗੇ, ਫਿਰ ਜਦੋਂ ਗਵਰਨਮੈਂਟ ਇਹੋ ਜਿਹੇ ਪੁੱਠੇ ਕੰਮ ਕਰਦੀ ਹੈ ਤਾਂ ਓਬਵੀਅਸਲੀ ਉਹਨਾਂ ਦਾ ਮਨ ਬਿਲਕੁਲ ਹੋਰ ਡੋਲਦਾ। ਠੀਕ ਹੈ, ਤਾਂ ਫਿਰ ਇਹੋ ਜਿਹੇ ਲੋਕ ਕੀ ਕਹਿੰਦੇ ਨੇ ਵੀ ਸਾਨੂੰ ਤਾਂ ਫੀਐਟ ਕਰੰਸੀ ਦੇ ਵਿੱਚ ਵਿਸ਼ਵਾਸ ਹੀ ਨਹੀਂ ਹੈਗਾ। ਤੁਸੀਂ ਜਿਹੜੇ ਸਾਨੂੰ ਨੋਟਸ ਵਗੈਰਾ ਇਸ਼ੂ ਕਰਦੇ ਹੋ, ਸਾਨੂੰ ਤਾਂ ਉਹ 'ਤੇ ਵਿਸ਼ਵਾਸ ਹੀ ਨਹੀਂ, ਅਸੀਂ ਤਾਂ ਯੂਜ਼ ਕਰਨਾ ਹੀ ਨਹੀਂ, ਅਸੀਂ ਤਾਂ ਤੁਹਾਡੀ ਕਰੰਸੀ ਲੈਣੀ ਹੀ ਨਹੀਂ ਹੈਗੀ, ਅਸੀਂ ਤਾਂ ਜਿਹੜੀ ਤੁਹਾਡੀ ਸੈਂਟਰਲਾਈਜ਼ਡ ਕਰੰਸੀ ਹੈ ਉਹਨੂੰ ਯੂਜ਼ ਹੀ ਨਹੀਂ ਕਰਨਾ, ਅਸੀਂ ਤਾਂ ਆਪਣੀ ਕਰੰਸੀ ਆਪ ਬਣਾਵਾਂਗੇ, ਅਸੀਂ ਤਾਂ ਆਪਣਾ ਬਿਟਕੋਇਨ ਆਪ ਬਣਾਵਾਂਗੇ। ਠੀਕ ਹੈ, ਦਿਸ ਇਜ਼ ਵਾਈ ਵਰਚੁਅਲ ਕਰੰਸੀਜ਼ ਸਟਾਰਟਡ। ਠੀਕ ਹੈ, ਪਹਿਲੀ ਗੱਲ ਤਾਂ ਕਿਉਂਕਿ ਲੋਕਾਂ ਨੂੰ ਇਸ ਦੇ ਵਿੱਚ ਵਿਸ਼ਵਾਸ ਨਹੀਂ ਰਿਹਾ ਸੀ। ਸਬ ਪ੍ਰਾਈਮ ਕ੍ਰਾਈਸਿਸ ਤੋਂ ਬਾਅਦ ਡਾਲਰ ਦੇ ਵਿੱਚ ਜਾਂ ਹੋਰ ਕਰੰਸੀ ਦੇ ਵਿੱਚ ਵਿਸ਼ਵਾਸ ਨਹੀਂ ਰਿਹਾ ਸੀ, ਲੋਕਾਂ ਦੇ ਬਹੁਤ ਘਾਟੇ ਹੋਏ। ਠੀਕ ਹੈ, ਤਾਂ ਲੋਕਾਂ ਨੇ ਜਿਹੜੇ ਇਹੋ ਜਿਹੇ ਲੋਕ ਸੀ ਜਿਹੜੇ ਕਿ ਅਨਾਰਕਿਸਟ ਲੋਕ ਸੀਗੇ, ਉਹਨਾਂ ਨੇ ਸੋਚਿਆ ਕਿ ਅਸੀਂ ਤਾਂ ਆਪਣੀ ਕਰੰਸੀ ਆਪ ਬਣਾਵਾਂਗੇ। ਠੀਕ ਹੈ, ਅਸੀਂ ਕਿ ਡੀਸੈਂਟਰਲਾਈਜ਼ਡ ਕਰੰਸੀ ਬਣਾਵਾਂਗੇ। ਠੀਕ ਹੈ, ਹੁਣ ਇਹਦਾ ਫਰਕ ਦੱਸਦਾ ਮੈਂ ਕੀ ਹੁੰਦਾ। ਜਿਹੜੀ ਬੱਚੇ ਸੈਂਟਰਲਾਈਜ਼ਡ ਕਰੰਸੀ ਹੁੰਦੀ ਹੈ, ਦੇਖੋ ਸੈਂਟਰਲਾਈਜ਼ਡ ਮਤਲਬ ਇੱਕ ਸੈਂਟਰ ਹੈਗਾ ਇਹਦਾ, RBI ਹੈਗਾ, RBI ਨੋਟ ਇਸ਼ੂ ਕਰਦੀ ਹੈ ਅਤੇ ਇਹੀ ਨੋਟ ਸਾਰੇ ਕਿਤੇ ਸਰਕੂਲੇਟ ਹੁੰਦੇ ਨੇਗੇ। ਠੀਕ ਹੈ, ਤਾਂ ਮਤਲਬ ਹਰ ਚੀਜ਼ ਦੇ ਸੈਂਟਰ ਦੇ ਵਿੱਚ RBI ਬੈਠਾ ਹੈਗਾ। ਤਾਂ ਦੈਟ ਇਜ਼ ਵਾਈ ਕਿ ਜਿਹੜੀ ਆਪਣੀ ਇੰਡੀਅਨ ਰੁਪੀ ਹੈ ਉਹ ਇੱਕ ਸੈਂਟਰਲਾਈਜ਼ਡ ਕਰੰਸੀ ਹੈ, ਇੱਕ ਸੈਂਟਰਲਾਈਜ਼ਡ ਬੋਡੀ ਬੈਠੀ ਹੈ ਜਿਹੜੀ ਕਿ ਸਾਰੀ ਚੀਜ਼ ਨੂੰ ਰੈਗੂਲੇਟ ਕਰਦੀ ਹੈ। ਬਟ ਡੀਸੈਂਟਰਲਾਈਜ਼ਡ ਦੇ ਵਿੱਚ ਕੀ ਹੋਊਗਾ ਰਾਜੇ, ਕੋਈ ਵੀ ਇੱਕ ਬੰਦਾ ਰੈਗੂਲੇਟ ਨਹੀਂ ਕਰ ਰਿਹਾ ਹੈਗਾ, ਇੱਥੇ ਤਾਂ ਸਾਰੀ ਚੀਜ਼ RBI ਤੋਂ ਸ਼ੁਰੂ ਹੁੰਦੀ ਹੈ, RBI 'ਤੇ ਖਤਮ ਹੋ ਜਾਂਦੀ ਹੈ ਹਰ ਚੀਜ਼। ਬਟ ਡੀਸੈਂਟਰਲਾਈਜ਼ ਦੇ ਵਿੱਚ ਕੋਈ ਇੱਕ ਬੰਦਾ ਰੂਲ ਨਹੀਂ ਕਰਦਾ ਹੈਗਾ, ਮਤਲਬ ਸਾਰੇ ਦੇ ਸਾਰੇ ਜਿਹੜੇ ਟ੍ਰਾਂਜੈਕਸ਼ਨ ਕਰ ਰਹੇ ਨੇ ਬਿਟਕੋਇਨ ਦੇ ਵਿੱਚ ਉਹ ਆਪਣੇ ਆਪ ਦੇ ਵਿੱਚ ਮਾਲਿਕ ਨੇਗੇ। ਠੀਕ ਹੈ, ਕਿਉਂਕਿ ਅਨਾਰਕਿਸਟ ਗਰੁੱਪ ਆਪਾਂ ਸੋਚ ਕੇ ਚੱਲਦੇ ਹਾਂ ਕਿ ਉਹ ਬੰਦੇ ਜਿਹੜੇ ਸਰਕਾਰ ਦੇ ਵਿੱਚ ਵਿਸ਼ਵਾਸ ਨਹੀਂ ਰੱਖਦੇ ਹੈਗੇ। ਠੀਕ ਹੈ, ਤਾਂ ਇਹੋ ਜਿਹੇ ਬੰਦੇ ਕਹਿਣਗੇ ਵੀ ਮੈਂ ਤਾਂ ਆਪਦਾ ਮਾਲਿਕ ਆਪ ਹੀ ਹਾਂ। ਠੀਕ ਹੈ, ਤਾਂ ਇਹੋ ਜਿਹੇ ਬੰਦੇ ਪ੍ਰਮੋਟ ਕਰਦੇ ਨੇ ਫਿਰ ਵਰਚੁਅਲ ਕਰੰਸੀਜ਼ ਨੂੰ, ਅਤੇ ਇਹਨੂੰ ਆਪਾਂ ਕਹਿੰਦੇ ਹਾਂ ਰਾਜੇ ਡੀਸੈਂਟਰਲਾਈਜ਼ਡ ਕਰੰਸੀ। ਕਿਉਂ ਕਹਿੰਦੇ ਹਾਂ? ਕਿਉਂਕਿ ਇਹਦੇ ਵਿੱਚ ਕੋਈ ਸੈਂਟਰਲਾਈਜ਼ਡ ਸਿਸਟਮ ਨਹੀਂ ਹੈਗਾ ਜਿਹੜਾ ਕਿ ਸਾਰੀ ਚੀਜ਼ ਨੂੰ ਰੈਗੂਲੇਟ ਕਰ ਰਿਹਾ ਹੈਗਾ। ਠੀਕ ਹੈ, ਇਹ ਆਪਣੇ ਆਪ ਦੇ ਵਿੱਚ ਹੀ ਡੀਰੈਗੂਲੇਟਡ ਹੈਗੀ ਹੈ, ਡੀਸੈਂਟਰਲਾਈਜ਼ਡ ਹੈ। ਠੀਕ ਹੈ, ਪੜ੍ਹਦੇ ਹਾਂ ਬੱਚੇ। ਤਾਂ ਬਿਟਕੋਇਨ ਬਾਰੇ ਪੜ੍ਹਦੇ ਹਾਂ ਥੋੜ੍ਹਾ ਜਿਹਾ। ਅਗੇਨ ਮੈਂ ਤੁਹਾਨੂੰ ਦੱਸਿਆ ਵੀ ਬਰੀਫ ਬਹੁਤ ਜ਼ਿਆਦਾ ਡੀਪ ਦੇ ਵਿੱਚ ਨਹੀਂ ਜਾਂਦੇ, ਬਟ ਸਟਿਲ ਜਿੰਨਾ ਕਿ ਰਿਕੁਆਇਰਡ ਉਹਨਾਂ ਕਰਾਂਗੇ। ਤਾਂ ਜਿਹੜੀ ਬਿਟਕੋਇਨ ਦੀ ਬੱਚੇ ਸਟਾਰਟਿੰਗ ਹੈਗੀ ਆ ਉਹ 2008 ਦੇ ਵਿੱਚ ਹੁੰਦੀ ਹੈ। ਪਹਿਲੀ ਗੱਲ ਤਾਂ 2008 ਦੇ ਵਿੱਚ ਸਟਾਰਟਿੰਗ ਹੁੰਦੀ ਹੈ। ਇੱਕ ਪਰਸਨ ਹੈ ਰਾਜੇ ਬਾਈ ਨੇਮ ਸਤੋਸ਼ੀ ਨਾਕਾਮੋਟੋ। ਠੀਕ ਹੈ, ਇੱਕ ਪੇਪਰ ਇਸ਼ੂ ਕੀਤਾ ਗਿਆ ਸੀ, ਇੱਕ ਪੇਪਰ ਪਬਲਿਕ ਦੇ ਵਿੱਚ ਸਰਫੇਸ ਹੋਇਆ। ਠੀਕ ਹੈ, ਜਿਹਦੇ ਵਿੱਚ ਸਾਰਾ ਕੁਝ ਲਿਖਿਆ ਹੋਇਆ ਸੀ ਕਿ ਬਿਟਕੋਇਨ ਕੀ ਹੈਗਾ, ਕਿਵੇਂ ਬਣਾਇਆ ਜਾ ਸਕਦਾ ਹੈ, ਕਿਵੇਂ ਇਹਨੂੰ ਯੂਜ਼ੇਜ ਕੀਤੀ ਜਾ ਸਕਦੀ ਹੈ। ਤਾਂ ਐਸਾ ਇੱਕ ਪੇਪਰ ਜਿਹੜਾ ਕੀ ਹੈ ਮੀਡੀਆ ਦੇ ਵਿੱਚ ਸਰਕੂਲੇਟ ਹੋਇਆ, ਅਤੇ ਨੀਚੇ ਜਿਹੜੇ ਸਾਈਨ ਸੀਗੇ ਉਹ ਸੀਗੇ ਸਤੋਸ਼ੀ ਨਾਕਾਮੋਟੋ, ਇਹ ਨਾਮ ਲਿਖਿਆ ਹੋਇਆ ਸੀ ਨੀਚੇ ਸਾਈਨ ਦਾ। ਹੁਣ ਐਕਚੁਅਲ ਦੇ ਵਿੱਚ ਇਹ ਬੰਦਾ ਕੌਣ ਹੈ ਰਾਜੇ, ਕਿਸੇ ਨੂੰ ਵੀ ਨਹੀਂ ਪਤਾ, ਅੱਜ ਤੱਕ ਨਹੀਂ ਪਤਾ ਹੈਗਾ। ਠੀਕ ਹੈ, 12-13 ਸਾਲ ਹੋ ਗਏ, ਅੱਜ ਤੱਕ ਨਹੀਂ ਪਤਾ ਕਿਸੇ ਨੂੰ ਵੀ ਕੌਣ ਬੰਦਾ ਇਹ। ਠੀਕ ਹੈ, ਤਾਂ ਉਹਨੇ ਜਸਟ ਇੱਕ ਨਾਮ ਯੂਜ਼ ਕਰ ਲਿਆ, ਬਟ ਸਾਨੂੰ ਅੱਜ ਤੱਕ ਨਹੀਂ ਪਤਾ ਵੀ ਕੌਣ ਬੰਦਾ ਇਹ। ਰੀਅਲ ਆਇਡੈਂਟੀਟੀ ਇਹਦੀ ਹਾਲੇ ਵੀ ਅਨਨੋਨ ਹੈਗੀ ਹੈ। ਅਤੇ ਇਸ ਪੇਪਰ ਤੋਂ ਬਾਅਦ ਰਾਜੇ ਬਿਟਕੋਇਨ ਜਿਹੜਾ ਸਟਾਰਟ ਹੋ ਗਿਆ ਸੀਗਾ 2000 ਦੇ ਵਿੱਚ। ਐਕਚੁਅਲ ਦੇ ਵਿੱਚ ਬਿਟਕੋਇਨ ਦੇ ਵਿੱਚ ਟ੍ਰਾਂਜੈਕਸ਼ਨਸ ਸਟਾਰਟ ਹੋ ਗਈਆਂ ਸੀਗੀਆਂ। ਠੀਕ ਹੈ, ਅੱਗੇ ਪੜ੍ਹਦੇ ਆਪਾਂ। ਹੁਣ ਰਾਜੇ ਇਹ ਇੱਕ ਵਾਲਟ ਹੈਗਾ, ਡਿਜੀਟਲ ਵਾਲਟ ਹੈਗਾ ਜਿਹੜਾ ਕਿ ਬਿਟਕੋਇਨਸ ਹੈ,
ਵੀ ਜਿਵੇਂ ਕਿਸੇ ਨੂੰ ਤੁਸੀਂ ਬਿਟਕੋਇਨਸ ਭੇਜਣੇ ਨੇ, ਪੈਸੇ ਟ੍ਰਾਂਸਫਰ ਕਰਨੇ ਨੇ, ਤਾਂ ਜਸਟ ਉਹਦਾ ਇੱਕ ਵਰਚੁਅਲ ਐਡਰੈਸ ਹੈਗਾ, ਠੀਕ ਹੈ। ਜਿਵੇਂ ਆਪਣੀ ਈਮੇਲ ਆਈਡੀ ਹੁੰਦੀ ਹੈ, ਉੱਦਾਂ ਇੱਕ ਵਰਚੁਅਲ ਐਡਰੈਸ ਹੈ। ਕੋਈ ਬੈਂਕ ਦਾ ਨਾਮ ਨਹੀਂ ਦੇਣਾ, ਕੋਈ ਤੁਸੀਂ ਆਪਣਾ ਨਾਮ ਨਹੀਂ ਦੇਣਾ, ਕੋਈ ਈਮੇਲ ਆਈਡੀ ਨਹੀਂ ਦੇਣੀ, ਕੁਛ ਨਹੀਂ ਦੇਣਾ, ਜਸਟ ਇੱਕ ਵਰਚੁਅਲ ਐਡਰੈਸ ਦੇਣਾ ਹੈਗਾ, ਠੀਕ ਹੈ। ਬਿਟਕੋਇਨ ਤੁਹਾਡਾ ਕੀ ਹੈ, ਅਕਾਊਂਟ ਬਣ ਜਾਊਗਾ, ਤੁਸੀਂ ਜਿਹਨੂੰ ਮਰਜ਼ੀ ਪੈਸੇ ਭੇਜ ਸਕਦੇ ਹੋ, ਠੀਕ ਹੈ। ਕੋਈ ਤੁਹਾਨੂੰ ਕੋਈ KYC ਦੀ ਲੋੜ ਨਹੀਂ, ਕੋਈ ਆਧਾਰ ਕਾਰਡ ਦੀ ਲੋੜ ਨਹੀਂ, ਕਾਸੇ ਦੀ ਲੋੜ ਨਹੀਂ ਹੈਗੀ, ਬਸ ਇੱਕ ਵਰਚੁਅਲ ਐਡਰੈਸ ਹੈ, ਬਸ ਹੋਰ ਕੁਛ ਨਹੀਂ, ਠੀਕ ਹੈ ਰਾਜੇ। ਤਾਂ ਹੁਣ ਜਿਹੜੀ ਰਾਜੇ ਮਾਈਨਿੰਗ ਹੁੰਦੀ ਹੈ, ਅਸਲ ਦੇ ਵਿੱਚ ਆਪਾਂ ਗੱਲ ਕਰਦੇ ਸੀ ਕਿ ਡੀਸੈਂਟਰਲਾਈਜ਼ਡ, ਠੀਕ ਹੈ। ਦੇਖੋ ਸੈਂਟਰਲਾਈਜ਼ਡ ਸਿਸਟਮ ਦੇ ਵਿੱਚ ਤਾਂ ਕੀ ਹੋਊਗਾ, ਇੱਕ ਸੈਂਟਰਲ ਇੰਸਟੀਟਿਊਟ ਹੋਊਗਾ, ਠੀਕ ਹੈ। ਜਿਵੇਂ ਸੈਂਟਰਲ ਬੈਂਕ ਆਪਾਂ ਕਹਿ ਦਿੰਦੇ ਹਾਂ, ਸੈਂਟਰਲ ਬੈਂਕ ਆਪਾਂ ਦੇਖੋ ਨਾਮ ਵੀ ਸੈਂਟਰਲ ਬੈਂਕ ਹੈ। ਤਾਂ ਜਿਹੜਾ ਉਹ ਸੈਂਟਰਲ ਬੈਂਕ ਉਹ ਨੋਟਸ ਇਸ਼ੂ ਕਰੂਗਾ, ਕਰੰਸੀ ਇਸ਼ੂ ਕਰੂਗਾ, ਫਿਰ ਕਿਤੇ ਕੰਮ ਚੱਲੂਗਾ। ਡੀਸੈਂਟਰਲਾਈਜ਼ ਦੇ ਵਿੱਚ ਕੀ ਹੁੰਦਾ ਰਾਜੇ, ਕੋਈ ਆਪਣੇ ਕੋਲ ਇੱਕ ਬੰਦਾ ਨਹੀਂ ਬੈਠਾ ਜਿਹੜਾ ਕਿ ਤੁਹਾਨੂੰ ਬਿਟਕੋਇਨ ਇਸ਼ੂ ਕਰ ਰਿਹਾ, ਇੱਦਾਂ ਕੁਝ ਨਹੀਂ ਹੈਗਾ ਵੀ ਕੋਈ ਆਫਿਸ ਹੈ ਉੱਥੋਂ ਬਿਟਕੋਇਨ ਇਸ਼ੂ ਹੋ ਰਹੇ ਨੇ, ਨਹੀਂ, ਇੱਦਾਂ ਕੁਝ ਨਹੀਂ ਹੈਗਾ। ਬਿਟਕੋਇਨ ਰਾਜੇ ਕੀ ਨੇ, ਕੰਪਿਊਟਰਸ ਦੇ ਵਿੱਚ ਹੀ ਜਿਹੜੇ ਕੀ ਨੇ ਖੁਦੇ ਹੋਏ ਨੇਗੇ। ਜਿਵੇਂ ਆਪਣੀਆਂ ਖਦਾਨਾਂ ਨੇ, ਖਦਾਨਾਂ ਦੇ ਵਿੱਚ ਕੋਇਲਾ ਖੁਦਿਆ ਪਿਆ, ਦੱਬਿਆ ਪਿਆ, ਸੋਨਾ ਦੱਬਿਆ ਪਿਆ, ਕਿਤੇ ਵੀ ਮਤਲਬ ਹੋਰ ਵੀ ਜਿਹੜੇ ਆਪਣੇ ਨੈਚੁਰਲ ਰਿਸੋਰਸਿਸ ਨੇ ਦੱਬੇ ਪਏ ਨੇ। ਇਸੇ ਤਰ੍ਹਾਂ ਜਿਹੜੇ ਬਿਟਕੋਇਨਸ ਨੇ ਰਾਜੇ, ਇਹ ਕੰਪਿਊਟਰ ਦੀ ਐਲਗੋਰਿਥਮ ਦੇ ਵਿੱਚ ਦੱਬੇ ਪਏ ਨੇ ਕਿਤੇ, ਠੀਕ ਹੈ। ਤਾਂ ਹੁਣ ਜਿਹੜੀ ਇਹ ਬਿਟਕੋਇਨਸ ਦੀ ਮਾਈਨਿੰਗ ਹੈ ਰਾਜੇ, ਆਪਾਂ ਜਦੋਂ ਕੱਢਦੇ ਹਾਂ ਇਹਨੂੰ ਮਾਈਨਿੰਗ ਦੇ ਨਾਲ ਕੱਢਦੇ ਹਾਂ ਆਪਾਂ। ਜਿਵੇਂ ਸਾਡੇ ਨੈਚੁਰਲ ਰਿਸੋਰਸਿਸ ਨੂੰ ਅਸੀਂ ਮਾਈਨਿੰਗ ਕਰਕੇ ਕੱਢਦੇ ਹਾਂ, ਉਸ ਤਰ੍ਹਾਂ ਬਿਟਕੋਇਨਸ ਨੂੰ ਵੀ ਮਾਈਨਿੰਗ ਦੇ ਨਾਲ ਕੱਢਦੇ ਹਾਂ। ਅਸਲ ਦੇ ਵਿੱਚ ਕੀ ਹੁੰਦਾ, ਮਾਈਨਿੰਗ ਕੀ ਹੁੰਦੀ ਹੈ, ਅਸਲ ਦੇ ਵਿੱਚ ਐਲਗੋਰਿਥਮ ਦੀ ਕੈਲਕੂਲੇਸ਼ਨਸ ਹੁੰਦੀਆਂ ਨੇਗੀਆਂ, ਠੀਕ ਹੈ। ਕੁਝ ਮੈਥਮੈਟੀਕਲ ਸਵਾਲ ਹੁੰਦੇ ਨੇ, ਕੁਐਸਚਨ ਹੁੰਦੇ ਨੇ, ਐਲਗੋਰਿਥਮ ਉਹਨੂੰ ਸੋਲਵ ਕਰਨਾ ਹੁੰਦਾ ਹੈਗਾ, ਠੀਕ ਹੈ। ਤਾਂ ਰਾਜੇ ਕੋਈ ਵੀ ਕੰਪਿਊਟਰ ਸੌਫਟਵੇਅਰ ਹੈਗਾ ਜਿਹੜਾ ਉਹ ਇਹਨੂੰ ਇਹੋ ਜਿਹੀ ਕੈਲਕੂਲੇਸ਼ਨ ਨੂੰ ਸੋਲਵ ਕਰਦਾ ਹੈ, ਇਹੋ ਜਿਹੀ ਐਲਗੋਰਿਥਮ ਨੂੰ ਸੋਲਵ ਕਰਦਾ ਹੈ, ਉਸ ਸੌਫਟਵੇਅਰ ਨੂੰ ਆਪਾਂ ਕਹਿੰਦੇ ਹਾਂ ਬੱਚੇ ਮਾਈਨਿੰਗ ਸੌਫਟਵੇਅਰ, ਠੀਕ ਹੈ। ਕਿਉਂਕਿ ਅਲਟੀਮੇਟਲੀ ਤੁਹਾਨੂੰ ਉਹ ਕੀ ਦਊਗਾ, ਜਦੋਂ ਤੁਸੀਂ ਕੋਈ ਐਲਗੋਰਿਥਮ ਸੋਲਵ ਕਰਦੇ ਤੁਹਾਨੂੰ ਮਿਲਣਗੇ ਬਿਟਕੋਇਨ, ਠੀਕ ਹੈ ਜੀ। ਤਾਂ ਮਤਲਬ ਬਿਟਕੋਇਨ ਕਿਵੇਂ ਬਣਦੇ ਨੇਗੇ, ਇੱਕ ਐਲਗੋਰਿਥਮ ਸੋਲਵ ਕਰਨੀ ਪੈਂਦੀ ਹੈਗੀ, ਠੀਕ ਹੈ। ਤਾਂ ਜਿਹੜੇ ਉਹ ਸੌਫਟਵੇਅਰ ਉਸ ਐਲਗੋਰਿਥਮ ਨੂੰ ਸੋਲਵ ਕਰਦੇ ਨੇ ਉਹਨਾਂ ਨੂੰ ਆਪਾਂ ਮਾਈਨਿੰਗ ਸੌਫਟਵੇਅਰ ਕਹਿ ਦਿੰਦੇ ਹਾਂ, ਠੀਕ ਹੈ। ਹੁਣ ਦੇਖੋ ਜਿਵੇਂ ਆਪਣੇ ਬੱਚੇ ਬਹੀ ਖਾਤੇ ਹੁੰਦੇ ਨੇਗੇ, ਲੈਜਰ ਹੁੰਦੇ ਨੇ ਬਹੀ ਖਾਤੇ, ਠੀਕ ਹੈ। ਜਿਹਦੇ ਵਿੱਚ ਕਿ ਜਿਹੜਾ ਕਿ ਆਪਣੇ ਦੁਕਾਨਦਾਰ ਨੇ ਸਾਰਾ ਕੁਝ ਲਿਖ ਕੇ ਰੱਖਦੇ ਨੇ, ਕਿਤੋਂ ਮੈंने ਕਿੰਨੇ ਪੈਸੇ ਲੈਣੇ, ਕਿੰਨੇ ਪੈਸੇ ਦੇਣੇ ਨੇਗੇ, ਹੈ ਨਾ। ਤਾਂ ਲੈਜਰ ਲਗਾ ਕੇ ਰੱਖਦੇ ਨੇ, ਆਪਣਾ ਇੱਕ ਖਾਤਾ ਬਹੀ ਖਾਤਾ ਲਗਾ ਕੇ ਰੱਖਦੇ ਨੇ, ਠੀਕ ਹੈ। ਉਸੇ ਤਰ੍ਹਾਂ ਇਸ ਬਲੌਕਚੇਨ ਦੇ ਵਿੱਚ, ਇਸ ਬਿਟਕੋਇਨ ਦੇ ਵਿੱਚ ਰਾਜੇ, ਕਿਸੇ ਵੀ ਵਰਚੁਅਲ ਕਰੰਸੀ ਦੇ ਵਿੱਚ ਇੱਕ ਲੈਜਰ ਹੁੰਦਾ, ਉਹਦਾ ਨਾਮ ਰੱਖਦੇ ਹਾਂ ਆਪਾਂ ਬਲੌਕਚੇਨ। ਇਸ ਲੈਜਰ ਦਾ ਨਾਮ ਹੈ, ਇਸ ਖਾਤੇ ਦਾ ਨਾਮ ਹੈ ਬਲੌਕਚੇਨ। ਕੋਈ ਵੀ ਟ੍ਰਾਂਜੈਕਸ਼ਨ ਹੋ ਰਹੀ ਹੈ ਬੱਚੇ, ਠੀਕ ਹੈ, ਵੀ ਤੁਸੀਂ ਇਸ ਬੰਦੇ ਨੂੰ ਇੰਨਾ ਪੈਸਾ ਭੇਜਤਾ, ਤਾਂ ਇਸ ਪਬਲਿਕ ਲੈਜਰ ਦੇ ਉੱਪਰ ਉਹ ਚੀਜ਼ ਰਿਕਾਰਡ ਹੋ ਜੂਗੀ, ਠੀਕ ਹੈ। ਇਹ ਜਿਹੜਾ ਖਾਤਾ ਰਾਜੇ ਹਰ ਇੱਕ ਬੰਦਾ ਦੇਖ ਸਕਦਾ ਹੈਗਾ, ਠੀਕ ਹੈ, ਵੀ ਕਿੱਥੋਂ ਪੈਸਾ ਕਿਵੇਂ ਗਿਆ। ਓਬਵੀਅਸ ਜੀ ਗੱਲ ਹੈ, ਕਿਸੇ ਨੂੰ ਕੁਝ ਨਹੀਂ ਪਤਾ ਵੀ ਕਿਹਦੇ ਕੋਲ ਕਿਵੇਂ ਗਿਆ, ਕਿਉਂਕਿ ਅਸਲ ਦੇ ਵਿੱਚ ਕੀ ਲਿਖਿਆ ਹੋਊਗਾ ਇੱਥੇ, ਸਿਰਫ ਵਰਚੁਅਲ ਐਡਰੈਸ ਲਿਖਿਆ ਹੋਊਗਾ, ਕਿਸੇ ਦਾ ਨਾਮ ਨਹੀਂ, ਕਿਸੇ ਦਾ ਪਤਾ ਨਹੀਂ, ਕੁਝ ਨਹੀਂ, ਠੀਕ ਹੈ। ਬਟ ਸਟਿਲ ਜਿਹੜੀ ਟ੍ਰਾਂਜੈਕਸ਼ਨ ਹੈ ਉਹ ਰਿਕਾਰਡ ਹੋ ਜੂਗੀ, ਠੀਕ ਹੈ। ਤਾਂ ਕੋਈ ਵੀ ਟ੍ਰਾਂਜੈਕਸ਼ਨ ਦੁਨੀਆ ਦੇ ਵਿੱਚ ਕਿੱਥੇ ਵੀ ਹੋ ਰਹੀ ਹੈ, ਇਸ ਲੈਜਰ ਦੇ ਵਿੱਚ ਉਹ ਰਿਕਾਰਡ ਹੋਈ ਜਾਂਦੀ ਹੈ ਰੀਅਲ ਟਾਈਮ ਦੇ ਵਿੱਚ, ਠੀਕ ਹੈ। ਜਦੋਂ ਵੀ ਟ੍ਰਾਂਜੈਕਸ਼ਨ ਹੋਊਗੀ ਨਾਲ ਦੇ ਨਾਲ ਕੀ ਹੈ, ਰਿਕਾਰਡ ਹੋ ਜੂਗੀ, ਠੀਕ ਹੈ। ਤਾਂ ਇਸ ਚੀਜ਼ ਨੂੰ ਆਪਾਂ ਕਹਿੰਦੇ ਰਾਜੇ ਕਿ ਬਲੌਕਚੇਨ ਟੈਕਨੋਲੋਜੀ ਯੂਜ਼ ਹੋ ਰਹੀ ਹੈਗੀ, ਠੀਕ ਹੈ। ਜਿਹੜੀਆਂ ਟ੍ਰਾਂਜੈਕਸ਼ਨਸ ਨੇਗੀਆਂ ਇਹ ਬਲੌਕਚੇਨ ਦੇ ਵਿੱਚ ਸਟੋਰ ਹੋਈ ਜਾਂਦੀਆਂ ਨੇਗੀਆਂ। ਤੁਸੀਂ ਮਾਈਨਿੰਗ ਕੀਤੀ, ਬਿਟਕੋਇਨ ਦੀ ਮਾਈਨਿੰਗ ਕੱਢ ਲਈ, ਤੁਸੀਂ ਆਪਣੇ ਕੰਪਿਊਟਰ ਸੌਫਟਵੇਅਰ ਕੁਝ ਕੈਲਕੂਲੇਸ਼ਨਾਂ ਕੀਤੀਆਂ, ਸਾਰਾ ਕੁਝ ਹੋ ਗਿਆ, ਬਿਟਕੋਇਨ ਤੁਸੀਂ ਖੁਦਾਈ ਕਰ ਲਈ, ਬਿਟਕੋਇਨ ਦੀ ਮਾਈਨਿੰਗ ਕਰ ਲਈ। ਹੁਣ ਬਿਟਕੋਇਨ ਤੁਸੀਂ ਕਿਸੇ ਕੋਲ ਭੇਜਣੇ ਨੇਗੇ, ਤਾਂ ਜਿਹੜੀ ਉਹ ਟ੍ਰਾਂਜੈਕਸ਼ਨ ਹੋ ਗਈ ਇਸ ਬਲੌਕਚੇਨ ਦੇ ਵਿੱਚ ਉਹ ਰਿਕਾਰਡ ਹੋ ਜੂਗੀ, ਪਹਿਲੀ ਗੱਲ ਤਾਂ, ਠੀਕ ਹੈ ਜੀ। ਇਹ ਸਾਰਿਆਂ ਨੂੰ ਆਪਾਂ ਰਾਜੇ ਬਲੌਕਚੇਨ ਟੈਕਨੋਲੋਜੀ ਵੀ ਕਹਿ ਦਿੰਦੇ ਹਾਂ, ਇਹ ਵੀ ਤੁਸੀਂ ਯਾਦ ਕਰਨਾ ਹੈ। ਅਗਰ ਕੁਐਸਚਨ ਆਉਂਦਾ ਕਿ ਬਿਟਕੋਇਨ ਦੇ ਵਿੱਚ ਕਿਹੜੀ ਟੈਕਨੋਲੋਜੀ ਯੂਜ਼ ਹੋ ਰਹੀ ਹੈ, ਤਾਂ ਬਲੌਕਚੇਨ ਟੈਕਨੋਲੋਜੀ ਯੂਜ਼ ਹੋ ਰਹੀ ਹੈਗੀ ਬਿਟਕੋਇਨ ਦੇ ਵਿੱਚ, ਠੀਕ ਹੈ ਜੀ। ਇਹ ਚੀਜ਼ ਯਾਦ ਕਰਨੀ ਹੈ। ਹੁਣ ਐਕਚੁਅਲ ਦੇ ਵਿੱਚ ਰਾਜੇ ਇੱਕ ਕੰਪਿਊਟਰ ਨਹੀਂ ਹੈਗਾ, ਹੁਣ ਤਾਂ ਇੱਥੇ ਤਾਂ ਮੈंने ਆਪਣਾ ਇੱਕ ਲੈਪਟਾਪ ਰੱਖਿਆ ਹੋਇਆ ਹੈਗਾ, ਠੀਕ ਹੈ, ਵੀ ਜਿਹੜਾ ਕਿ ਮਾਈਨਿੰਗ ਕਰ ਰਿਹਾ। ਐਕਚੁਅਲ ਦੇ ਵਿੱਚ ਇੰਨਾ ਕੁ ਹੈਵੀ ਲੋਡ ਹੁੰਦਾ, ਇੰਨੀ ਕੁ ਹੈਵੀ ਐਲਗੋਰਿਥਮ ਹੁੰਦੀਆਂ ਹੈਗੀਆਂ ਕਿ ਇੱਕ PC ਸੋਲਵ ਕਰਨ ਵਾਸਤੇ, ਮਤਲਬ ਜੇ ਇੱਕ ਸੋਲਵ ਕਰਨ ਲੱਗਿਆ ਤਾਂ ਬਹੁਤ ਜ਼ਿਆਦਾ ਕੁਝ ਨਹੀਂ ਕਰ ਪਾਉਣਾ, ਪ੍ਰੈਕਟੀਕਲ ਦੇ ਲੈਵਲ ਦੇ ਉੱਪਰ ਨਹੀਂ ਕਰ ਪਾਣੀ ਉਹ ਚੀਜ਼, ਠੀਕ ਹੈ। ਤਾਂ ਐਕਚੁਅਲ ਦੇ ਵਿੱਚ ਜਿਹੜੀ ਕੀ ਹੈ ਰਾਜੇ, ਵੱਡੇ ਜਿਹੜੇ ਕੀ ਆ ਗ੍ਰਾਫਿਕ ਕਾਰਡਸ ਪਾ ਕੇ, ਹੋਰ ਜਿਹੜੇ ਕੀ ਹੈ ਮਤਲਬ ਵਧੀਆ ਜਿਹੜੇ ਹਾਰਡਵੇਅਰ ਪਾ ਕੇ ਕੀ ਹੈ ਮਾਈਨਿੰਗ ਕੀਤੀ ਜਾਂਦੀ ਹੈ, ਔਰ ਕਈ ਜਿਹੜੇ CPUs ਨੇ ਅਟੈਚ ਕਰਕੇ ਫਿਰ ਮਾਈਨਿੰਗ ਹੁੰਦੀ ਹੈ, ਠੀਕ ਹੈ। ਇਹਨੂੰ ਆਪਾਂ ਕਹਿੰਦੇ ਰਾਜੇ ਮਾਈਨਿੰਗ ਰਿਗ, ਠੀਕ ਹੈ। ਜਿਹੜੇ ਸਾਰੇ ਆਪਣੇ ਹਾਰਡਵੇਅਰ ਯੂਜ਼ ਕਰ ਰਹੇ ਆਪਾਂ, ਇਹਨੂੰ ਆਪਾਂ ਮਾਈਨਿੰਗ ਰਿਗ ਕਹਿੰਦੇ ਹਾਂ। ਫਿਰ ਇਹ ਕਰ ਦਿੰਦੇ ਰਾਜੇ ਬਿਟਕੋਇਨ ਦੀ ਮਾਈਨਿੰਗ, ਠੀਕ ਹੈ, ਕਿ ਬਿਟਕੋਇਨ ਨੂੰ ਜਿਹੜੇ ਕੰਪਿਊਟਰ ਐਲਗੋਰਿਥਮ ਦੇ ਵਿੱਚ ਬਿਟਕੋਇਨ ਲੁਕੇ ਪਏ ਨੇ ਉਹਨਾਂ ਦੀ ਮਾਈਨਿੰਗ ਕਰਨੀ ਸੀ, ਉਹਨਾਂ ਦੀ ਖੁਦਾਈ ਕਰਨੀ ਹੈਗੀ, ਠੀਕ ਹੈ। ਤਾਂ ਇਹ ਕੰਪਿਊਟਰ ਸੌਫਟਵੇਅਰ ਨੇ, ਕੁਝ ਕਾਫੀ ਟਿਪੀਕਲ ਸੌਫਟਵੇਅਰ ਨੇ, ਕਾਫੀ ਹਾਰਡ ਵਰਕ ਹੁੰਦਾ ਹੈ, ਠੀਕ ਹੈ, ਮਤਲਬ ਕਾਫੀ ਸਟਰੋਂਗ ਵਰਕ ਹੁੰਦਾ ਹੈਗਾ, ਜਿਹੜਾ ਕਿ ਇਹ ਵੱਡੇ ਤਗੜੇ ਸੌਫਟਵੇਅਰ ਕਰਦੇ ਨੇ, ਹਾਰਡਵੇਅਰ ਕਰਦੇ ਨੇ, ਠੀਕ ਹੈ ਜੀ। ਹੁਣ ਰਾਜੇ ਜਿਹੜੀ 4 ਫੈਕਟਸ ਵਾਸਤੇ ਇੰਪੋਰਟੈਂਟ ਨੇ ਆਪਣੇ ਪੇਪਰ ਵਾਸਤੇ, ਉਹ ਕੀ ਚੀਜ਼ ਨੇਗੇ। ਜਿਵੇਂ ਰਾਜੇ ਹੁਣ ਆਪਣਾ ਇੱਕ ਕਹਿ ਸਕਦੇ ਹਾਂ ਵੀ ਇੱਕ ਬਿਟਕੋਇਨ ਹੈਗਾ ਜਿਹੜਾ, ਉਹਦੀਆਂ ਛੋਟੀ ਯੂਨਿਟਸ ਵੀ ਹੈਗੀਆਂ ਨੇਗੀਆਂ। ਜਿਵੇਂ ਆਪਣੇ 1 ਰੁਪਏ ਦੇ ਵਿੱਚ 100 ਪੈਸੇ ਨੇਗੇ, ਆਪਣੇ 1 ਰੁਪਏ ਦੇ ਵਿੱਚ 100 ਪੈਸੇ ਨੇ। ਉਸੇ ਤਰ੍ਹਾਂ ਜੀ ਇੱਕ ਬਿਟਕੋਇਨ ਦੇ ਵਿੱਚ ਕੁਝ ਹੋਰ ਛੋਟੀ ਯੂਨਿਟ ਹੈਗੀ ਆ, ਉਹਦਾ ਨਾਮ ਹੈ ਸਤੋਸ਼ੀ।
ਠੀਕ ਹੈ। ਉਸੇ ਬੰਦੇ ਦੇ ਨਾਮ ਤੋਂ ਇਹਦਾ ਨਾਮ ਪੈ ਗਿਆ, ਜਿਹੜਾ ਸਤੋਸ਼ੀ ਨਾਕਾਮੋਟੋ ਸੀਗਾ, ਜਿਹੜੇ ਬੰਦੇ ਨੇ ਬਿਟਕੋਇਨ ਦੀ ਜਿਹੜੀ ਇਨਵੈਂਸ਼ਨ ਆਪਾਂ ਕਹਿ ਸਕਦੇ ਕੀਤੀ, ਤਾਂ ਉਸੇ ਬੰਦੇ ਦੇ ਨਾਮ 'ਤੇ ਇਹਦਾ ਜਿਹੜੀ ਛੋਟੀ ਯੂਨਿਟ ਦਾ ਨਾਮ ਰੱਖਿਆ ਗਿਆ ਕਿ ਇੱਕ ਵੱਡਾ ਬਿਟਕੋਇਨ ਇਜ਼ ਇਕੁਅਲ ਟੂ 10 ਰੇਜ਼ ਟੂ ਪਾਵਰ 8 ਸਤੋਸ਼ੀਜ਼। ਇਹ ਬਹੁਤ ਇੰਪੋਰਟੈਂਟ ਰੇਸ਼ੋ ਰਾਜੇ, ਠੀਕ ਹੈ। ਜਿਵੇਂ ਆਪਾਂ ਪੜ੍ਹਿਆ ਸੀ ਰਾਜੇ ਕਿ ਇੱਕ ਟੰਗਾ ਇਜ਼ ਇਕੁਅਲ ਟੂ 48 ਜਿੱਤਲ ਹੈਗਾ, ਠੀਕ ਹੈ। ਤਾਂ ਜਿਹੜੀ ਰੇਸ਼ੋ ਸੀਗੀ ਇੱਥੇ, ਜਿਹੜੀ ਰੇਸ਼ੋ ਹੈ ਰਾਜੇ 1 ਬਿਟਕੋਇਨ ਇਜ਼ ਇਕੁਅਲ ਟੂ 10 ਰੇਜ਼ ਟੂ ਪਾਵਰ 8 ਸਤੋਸ਼ੀ, ਠੀਕ ਹੈ। ਜਾਂ ਫਿਰ ਇਹ ਚੀਜ਼ ਬਣੂਗੀ ਕਿ 1 ਸਤੋਸ਼ੀ ਇਜ਼ ਇਕੁਅਲ ਟੂ ਦਿਸ ਮਚ ਆਫ ਬਿਟਕੋਇਨਸ, ਠੀਕ ਹੈ ਜੀ। ਹੁਣ ਬੱਚੇ ਜਿਹੜੀ ਆਪਾਂ ਗੱਲ ਕਰਦੇ ਹਾਂ ਕਿ ਜਿਹੜੇ ਸਾਰੇ ਕੰਪਿਊਟਰਸ ਨੇਗੇ ਇਹ, ਠੀਕ ਹੈ, CPU ਨੇਗੇ, ਇਹ ਮਾਈਨਿੰਗ ਕਰਦੇ ਨੇਗੇ, ਠੀਕ ਹੈ। ਹੁਣ ਇਹਨਾਂ ਸਾਰਿਆਂ ਦੀ ਆਪਣੀ ਪਾਵਰ ਹੁੰਦੀ ਹੈ, ਠੀਕ ਹੈ। ਜਿਵੇਂ ਆਪਾਂ ਫ੍ਰੀਕੁਐਂਸੀ ਦੇ ਵਿੱਚ ਪੜ੍ਹਦੇ ਹੁੰਦੇ ਹਾਂ ਗੀਗਾਹਾਰਟ, ਕਿੰਨੇ ਗੀਗਾਹਾਰਟ ਦਾ ਪ੍ਰੋਸੈਸਰ ਹੈ, ਤੁਹਾਡਾ ਕੀ ਗੱਲਬਾਤ ਹੈ ਨਾ, ਆਪਾਂ ਉਹਦੇ ਵਿੱਚ ਪੜ੍ਹਦੇ ਹਾਂ। ਤਾਂ ਜਿਹੜੀ ਇਹ ਕੰਪਿਊਟੇਸ਼ਨਲ ਪਾਵਰ ਹੈ ਰਾਜੇ ਕਿ ਕਿਸੇ ਇੱਕ ਲੈਪਟਾਪ ਦੀ, ਕਿਸੇ ਇੱਕ ਕੰਪਿਊਟਰ ਦੀ ਕਿੰਨੇ ਟਾਈਮ ਦੇ ਵਿੱਚ ਕਿੰਨੇ ਬਿਟਕੋਇਨਸ ਜਿਹੜਾ ਮਾਈਨ ਕਰ ਸਕਦਾ ਹੈ, ਠੀਕ ਹੈ, ਕਿੰਨੀ ਪਾਵਰ ਹੈ ਮਾਈਨਿੰਗ ਦੀ, ਠੀਕ ਹੈ। ਉਸ ਪਾਵਰ ਨੂੰ ਕੈਲਕੂਲੇਟ ਕਰਨ ਵਾਸਤੇ ਰਾਜੇ ਆਪਾਂ ਇੱਕ ਟਰਮ ਯੂਜ਼ ਕਰਦੇ ਹਾਂ, ਹੈਸ਼ ਰੇਟ, ਠੀਕ ਹੈ। ਹੈਸ਼ ਰੇਟ ਕੀ ਹੈ ਰਾਜੇ? ਉਹ ਕੰਪਿਊਟੇਸ਼ਨਲ ਪਾਵਰ ਹੈ ਦੈਟ ਇਜ਼ ਬੀਇੰਗ ਯੂਜ਼ਡ ਟੂ ਮਾਈਨ ਐਂਡ ਪ੍ਰੋਸੈਸ ਟ੍ਰਾਂਜੈਕਸ਼ਨ, ਠੀਕ ਹੈ। ਕੋਈ ਕੰਪਿਊਟਰ, ਕੋਈ ਲੈਪਟਾਪ ਕਿੰਨੇ ਟਾਈਮ ਦੇ ਵਿੱਚ ਕਿੰਨੇ ਬਿਟਕੋਇਨਸ ਮਾਈਨ ਕਰ ਸਕਦਾ, ਉਹਨੂੰ ਆਪਾਂ ਰਾਜੇ ਕਹਾਂਗੇ ਹੈਸ਼ ਰੇਟ, ਠੀਕ ਹੈ। ਇੰਪੋਰਟੈਂਟ ਟਰਮ ਹੈਗੀ ਬਿਟਕੋਇਨ ਦੇ ਵਿੱਚ ਜੀ। ਸਿੰਪਲ ਜੀ ਗੱਲ ਹੈ ਕਿ ਬਿਟਕੋਇਨ ਦੀ ਮਾਈਨਿੰਗ ਪਾਵਰ ਕਿੰਨੀ ਹੈ ਬੰਦੇ ਦੀ, ਉਸ ਲੈਪਟਾਪ ਦੀ ਕਿੰਨੇ ਬਿਟਕੋਇਨ ਮਾਈਨ ਕਰ ਸਕਦਾ ਕਿ ਉਸ ਇੱਕ ਪਰਟੀਕੂਲਰ ਟਾਈਮ ਦੇ ਵਿੱਚ, ਤਾਂ ਆਪਾਂ ਉਹਨੂੰ ਕਹਾਂਗੇ ਹੈਸ਼ ਰੇਟ, ਠੀਕ ਹੈ ਜੀ। ਤੇ ਰਾਜੇ ਟੋਟਲ ਜਿਹੜੇ ਬਿਟਕੋਇਨਸ ਨੇ ਦੁਨੀਆ ਦੇ ਵਿੱਚ, ਜਿਵੇਂ ਆਪਾਂ ਕਹਿ ਰਹੇ ਕਿ ਜਿਹੜੇ ਹੁਣ ਮਾਈਨਿੰਗ ਹੈ ਰਾਜੇ, ਠੀਕ ਹੈ, ਮਾਈਨਿੰਗ ਹੈ, ਤਾਂ ਆਪਣੇ ਕੋਲ ਨੈਚੁਰਲ ਰਿਸੋਰਸਿਸ ਨੇ ਜਿਹੜੇ ਉਹ ਲਿਮਿਟਡ ਨੇਗੇ, ਤਾਂ ਇੱਕ ਟਾਈਮ ਦੇ ਵਿੱਚ ਆ ਕੇ ਬਾਅਦ ਉਹ ਐਗਜ਼ੌਸਟ ਹੋ ਜਾਣਗੇ, ਠੀਕ ਹੈ। ਇੱਦਾਂ ਨਹੀਂ ਹੈਗਾ ਵੀ ਦੁਬਾਰਾ ਬਣੀ ਜਾਣਗੇ ਚੀਜ਼ਾਂ, ਐਗਜ਼ੌਸਟ ਹੋ ਜਾਣਗੇ ਇੱਕ ਟਾਈਮ ਤੋਂ ਬਾਅਦ, ਹਾਲਾਂਕਿ ਬਹੁਤ ਟਾਈਮ ਲੱਗੂ ਬਟ ਐਗਜ਼ੌਸਟ ਹੋ ਜਾਣਗੇ। ਉਸੇ ਤਰ੍ਹਾਂ ਜਿਹੜੇ ਬਿਟਕੋਇਨਸ ਨੇ ਰਾਜੇ, ਜਿਨ੍ਹਾਂ ਦੀ ਆਪਾਂ ਮਾਈਨਿੰਗ ਕਰ ਰਹੇ ਹਾਂ, ਆਪਾਂ ਖੁਦਾਈ ਕਰ ਰਹੇ ਹਾਂ ਮਾਈਨਿੰਗ, ਜਿਹੜੇ ਆਪਣੇ ਸੌਫਟਵੇਅਰ ਖੁਦਾਈ ਕਰ ਰਹੇ ਨੇ ਬਿਟਕੋਇਨਸ ਦੀ, ਤਾਂ ਬਿਟਕੋਇਨਸ ਵੀ ਲਿਮਿਟਡ ਨੇਗੇ, ਇਨਡੈਫੀਨਿਟ ਨਹੀਂ ਹੈਗੇ ਵੀ ਸਾਰੀ ਉਮਰ ਨਿਕਲੀ ਜਾਣਗੇ। ਤਾਂ ਕੁਝ ਲਿਮਿਟਡ ਹੀ ਬਿਟਕੋਇਨਸ ਨੇ, ਔਰ ਉਸ ਲਿਮਿਟਡ ਬਿਟਕੋਇਨ ਦਾ ਨੰਬਰ ਹੈਗਾ ਰਾਜੇ ਆਪਣੇ ਕੋਲੇ 21 ਮਿਲੀਅਨ ਬਿਟਕੋਇਨਸ। ਤਾਂ ਟੋਟਲ ਦੁਨੀਆ ਦੇ ਵਿੱਚ ਜਿੰਨੇ ਬਿਟਕੋਇਨਸ ਆ ਸਕਦੇ ਨੇ ਵੱਧੋ ਵੱਧ, ਉਹ ਆ ਸਕਦੇ ਨੇ ਰਾਜੇ 21 ਮਿਲੀਅਨ ਬਿਟਕੋਇਨ, ਠੀਕ ਹੈ। ਮਤਲਬ ਕੀ ਹੈ ਰਾਜੇ 2 ਕਰੋੜ 10 ਲੱਖ। ਇਹ ਬਹੁਤ ਇੰਪੋਰਟੈਂਟ ਨੰਬਰ ਹੈ ਰਾਜੇ, ਤੁਹਾਨੂੰ ਡੈਫੀਨੇਟਲੀ ਪੇਪਰ ਦੇ ਵਿੱਚ ਫਸ ਜਾਊਗਾ ਕੋਈ ਨਾ ਕੋਈ। ਬਿਟਕੋਇਨਸ ਕਾਫੀ ਨਿਊਜ਼ ਦੇ ਵਿੱਚ ਚੱਲ ਰਿਹਾ, ਔਰ ਬਿਟਕੋਇਨ ਦੀ ਹਰ ਚੀਜ਼ ਇੰਪੋਰਟੈਂਟ ਬਣ ਜਾਂਦੀ ਹੈ ਹੁਣ, ਠੀਕ ਹੈ। ਤਾਂ ਜਿੰਨੀ ਪੇਪਰ ਪੁਆਇੰਟ ਵਿਊ ਤੋਂ ਇੰਪੋਰਟੈਂਟ ਆਪਾਂ ਚੀਜ਼ਾਂ ਕਰ ਰਹੇ ਹਾਂ, ਠੀਕ ਹੈ। ਹੁਣ ਮੈਂ ਤੁਹਾਨੂੰ ਕਹਿ ਰਿਹਾ ਵੀ 21 ਮਿਲੀਅਨ ਬਿਟਕੋਇਨਸ ਐਟ ਮੈਕਸ ਪੋਸੀਬਲ ਨੇ ਐਜ਼ ਔਨ ਫੈਬਰਰੀ 2021। ਇਸ ਸਾਲ ਦੀ ਫੈਬਰਰੀ ਦੇ ਵਿੱਚ 18 ਮਿਲੀਅਨ ਦੇ ਕਰੀਬ ਬਿਟਕੋਇਨਸ ਰਾਜੇ ਆਲਰੇਡੀ ਮਾਈਨ ਹੋ ਚੁੱਕੇ ਨੇਗੇ। ਤਾਂ ਜਿਹੜੇ ਰਿਮੇਨਿੰਗ ਨੇ ਰਾਜੇ ਸਿਰਫ 2.3 ਮਿਲੀਅਨ ਜਿਹੜੇ ਬਿਟਕੋਇਨਸ ਨੇ ਰਿਮੇਨਿੰਗ ਨੇ, ਦੈਟ ਆਰ ਟੂ ਬੀ ਮਾਈਨਡ, ਜਿਹੜੇ ਕਿ ਹਲੇ ਮਾਈਨ ਨਹੀਂ ਹੋਏ। ਤਾਂ ਸਿਰਫ ਇੰਨੇ ਬਿਟਕੋਇਨਸ ਬਾਕੀ ਨੇਗੇ। ਜਦੋਂ ਇਹ ਮਾਈਨ ਹੋ ਗਏ ਰਾਜੇ, ਸਾਰੇ ਦੇ ਸਾਰੇ ਬਿਟਕੋਇਨ ਐਗਜ਼ੌਸਟ ਹੋ ਜਾਣਗੇ, ਠੀਕ ਹੈ। ਹੁਣ ਉਦੋਂ ਬਾਅਦ ਤੁਹਾਨੂੰ ਤੁਸੀਂ ਕੀ ਕਹਿੰਦੇ ਹੋ ਵੀ ਕੀ ਹੋਊਗਾ, ਫਿਰ ਖਤਮ ਹੋ ਜੂ ਬਿਟਕੋਇਨ? ਨਹੀਂ, ਇੱਦਾਂ ਨਹੀਂ ਹੈਗਾ। ਹੁਣ ਦੇਖੋ, ਜਿੰਨੀ ਜ਼ਿਆਦਾ ਕੋਈ ਲਿਮਿਟਡ ਚੀਜ਼ ਹੋਈ ਉਨੀ ਜ਼ਿਆਦਾ ਉਹਦੀ ਵੈਲਿਊ ਹੋਊਗੀ। ਜਿਵੇਂ ਆਪਾਂ ਸੀਪੀਆਂ ਦੀ ਗੱਲ ਕਰ ਰਹੇ ਸੀਗੇ ਵੀ ਸੀਪੀਆਂ ਜਿੰਨੀਆਂ ਮਰਜ਼ੀ ਕੱਢੀ ਚਲੋ, ਜੋ ਮਰਜ਼ੀ ਕਰੀ ਚਲੋ, ਕੋਈ ਦਿੱਕਤ ਨਹੀਂ ਹੈਗਾ। ਉਹਦੇ ਨਾਲ ਕੀ ਆਉਣਾ ਸੀ? ਹਾਈਪਰ ਇਨਫਲੇਸ਼ਨ ਆਉਣੀ ਸੀਗੀ, ਠੀਕ ਹੈ। ਹੁਣ ਜਦੋਂ ਆਪਾਂ ਨੂੰ ਪਤਾ ਰਾਜੇ ਕਿ ਆਪਣੇ ਕੋਲ ਲਿਮਿਟਡ ਨੰਬਰ ਆਫ ਬਿਟਕੋਇਨਸ ਨੇਗੇ, ਤਾਂ ਕਦੇ ਵੀ ਬਿਟਕੋਇਨ ਦੇ ਵਿੱਚ ਹਾਈਪਰ ਇਨਫਲੇਸ਼ਨ ਨਹੀਂ ਆਊਗੀ, ਈਵਨ ਉਹਦੀ ਵੈਲਿਊ ਵਧੂਗੀ। ਵੈਲਿਊ ਹਾਈਪਰ ਇਨਫਲੇਸ਼ਨ ਨਾਲ ਕੀ ਹੁੰਦਾ ਹੈ, ਕਰੰਸੀ ਦੀ ਵੈਲਿਊ ਘਟਦੀ ਹੈ। ਵੀ ਜਿਹੜੀ ਚੀਜ਼ ਪਹਿਲਾਂ 10 ਰੁਪਏ ਦੀ ਮਿਲਦੀ ਸੀ, ਉਹ ਤੁਹਾਨੂੰ ਚੀਜ਼ 100 ਰੁਪਏ ਦੀ ਮਿਲਣ ਲੱਗ ਜੂਗੀ, ਠੀਕ ਹੈ। ਤਾਂ ਕਰੰਸੀ ਦੀ ਵੈਲਿਊ ਘਟੀ ਹੈ ਇਹਦੇ ਵਿੱਚ। ਬਿਟਕੋਇਨ ਕਿਉਂਕਿ ਆਪਣੇ ਕੋਲ ਲਿਮਿਟਡ ਨੇ, ਇੱਕ ਪਰਟੀਕੂਲਰ ਨੰਬਰ ਹੀ ਹੈਗਾ, ਉਦੋਂ ਬਾਅਦ ਬਿਟਕੋਇਨ ਬਣ ਹੀ ਨਹੀਂ ਸਕਦੇ ਹੈਗੇ, ਠੀਕ ਹੈ। ਤਾਂ ਮਤਲਬ ਜਿਹੜੀ ਡਿਮਾਂਡ ਹੈ ਉਹ ਤਾਂ ਉੱਥੇ ਹੀ ਰਹੂਗੀ, ਠੀਕ ਹੈ। ਮਤਲਬ ਬਿਟਕੋਇਨ ਦਾ ਜਿਹੜਾ ਨੰਬਰ ਹੈ ਉੱਥੇ ਹੀ ਰਹੂਗਾ, ਇਸ ਕਰਕੇ ਉਹਦੀ ਵੈਲਿਊ ਵਧੂਗੀ ਬਿਟਕੋਇਨ ਦੀ। ਸਮਝ ਰਹੇ ਹੋ ਮੇਰੀ ਗੱਲ? ਧਿਆਨ ਨਾਲ ਸੁਣ ਦੁਬਾਰਾ। ਇੱਥੇ ਹਾਈਪਰ ਇਨਫਲੇਸ਼ਨ ਕਿਉਂ ਆਈ ਸੀਗੀ? ਕਿਉਂਕਿ ਸਿੱਪੀਆਂ ਜਿਹੜੀਆਂ ਕੀਆਂ ਬਾਰ-ਬਾਰ ਆਪਾਂ ਕੱਢੀ ਗਏ, ਠੀਕ ਹੈ, ਹਾਈਪਰ ਇਨਫਲੇਸ਼ਨ ਆ ਗਈ। ਬਟ ਬਿਟਕੋਇਨ ਆਪਾਂ ਆਪਣੀ ਮਰਜ਼ੀ ਦੇ ਨਾਲ ਕੀ ਆ ਕੱਢ ਨਹੀਂ ਸਕਦੇ ਬਾਰ-ਬਾਰ, ਠੀਕ ਹੈ। ਇੱਕ ਇਹਦੀ ਸੈਚੂਰੇਸ਼ਨ ਆ ਜੂਗੀ 21 ਮਿਲੀਅਨ, ਠੀਕ ਹੈ। ਇਦੋਂ ਬਾਅਦ 'ਚ ਤੁਸੀਂ ਬਿਟਕੋਇਨ ਕੱਢ ਹੀ ਨਹੀਂ ਸਕਦੇ ਕਿਉਂਕਿ ਹੈ ਹੀ ਨਹੀਂ ਹੋਰ ਬਿਟਕੋਇਨ, ਠੀਕ ਹੈ। ਤਾਂ ਇਹਦੇ ਵਿੱਚ ਕਦੇ ਵੀ ਹਾਈਪਰ ਇਨਫਲੇਸ਼ਨ ਨਹੀਂ ਆ ਸਕਦੀ। ਹਾਈਪਰ ਇਨਫਲੇਸ਼ਨ ਕਿਉਂ ਆਈ ਸੀ? ਕਿਉਂਕਿ ਤੁਸੀਂ ਜਿਹੜੀ ਕਿ ਬਾਰ-ਬਾਰ ਚੀਜ਼ਾਂ ਨੂੰ ਕੱਢੀ ਗਏ ਸੀਗੇ, ਇੱਥੇ ਤੁਸੀਂ ਬਾਰ-ਬਾਰ ਚੀਜ਼ਾਂ ਨੂੰ ਕੱਢ ਨਹੀਂ ਸਕਦੇ, ਸਿੰਪਲ ਜੀ ਗੱਲ ਹੈ। ਤਾਂ ਇੱਥੇ ਹਾਈਪਰ ਇਨਫਲੇਸ਼ਨ ਕਦੇ ਵੀ ਨਹੀਂ ਆ ਸਕਦੀ। ਤਾਂ ਨੰਬਰ ਇਹੀ ਯਾਦ ਕਰਨਾ ਹੈ ਕਿ ਨੰਬਰ ਜਿਹੜਾ ਮੈਕਸਿਮਮ ਉਹ 21 ਮਿਲੀਅਨ ਹੈਗਾ। ਧਿਆਨ ਦੇਣਾ, 2.1 ਮਿਲੀਅਨ ਨਹੀਂ ਜਾਂ 21 ਕਰੋੜ ਨਹੀਂ ਹੈਗਾ, 2.1 ਮਿਲੀਅਨ ਹੈਗਾ, ਯਾਨੀ ਕਿ 2 ਕਰੋੜ 10 ਲੱਖ। ਮਿਲੀਅਨ ਤੁਹਾਨੂੰ ਪਤਾ ਨਾ 10 ਲੱਖ ਹੁੰਦਾ ਹੈ, 1 ਮਿਲੀਅਨ ਇਜ਼ ਇਕੁਅਲ ਟੂ 10 ਲੱਖ। ਤਾਂ 21 ਮਿਲੀਅਨ ਇਜ਼ ਇਕੁਅਲ ਟੂ 2 ਕਰੋੜ 10 ਲੱਖ, ਠੀਕ ਹੈ ਜੀ। ਠੀਕ ਹੈ ਬੱਚੇ, ਹੋਰ ਤਾਂ ਇਹਦੇ ਵਿੱਚ ਕੁਛ ਹੈ ਨਹੀਂਗਾ। ਹੁਣ ਰਾਜੇ ਆਪਣੇ ਕੋਲ 3 ਤਰੀਕੇ ਨੇ ਜਿਹਦੇ ਨਾਲ ਅਸੀਂ ਬਿਟਕੋਇਨ ਨੂੰ ਕੀ ਹੈ ਆਪਣੇ ਲੈ ਸਕਦੇ ਹਾਂ, ਠੀਕ ਹੈ। ਇੱਕ ਤਾਂ ਆਪਣੇ ਕਰ ਚੁੱਕਾ ਰਾਜੇ ਆਲਰੇਡੀ ਮੈਥਡ ਕਿ ਕੈਲਕੂਲੇਸ਼ਨ ਕਰਕੇ ਆਪਾਂ ਆਪਣੇ ਸੌਫਟਵੇਅਰ ਨੂੰ ਇੰਸਟਾਲ ਕਰੋ, ਕੈਲਕੂਲੇਸ਼ਨ ਕਰੋ, ਆਪਣੇ ਕੋਲ ਬਿਟਕੋਇਨ ਆ ਜਾਣਗੇ। ਤਾਂ ਇੱਕ ਪਰਪਸ ਤਾਂ ਇਹ, ਇੱਕ ਜ਼ਰੀਆ ਤਾਂ ਇਹ ਹੈ ਅਗਰ ਤੁਸੀਂ ਬਿਟਕੋਇਨ ਲੈਣਾ ਚਾਹੁੰਦੇ ਹੋ ਕਿ ਐਲਗੋਰਿਦਮ ਨੂੰ ਸੋਲਵ ਕਰੋ, ਤੁਸੀਂ ਆਪਣੇ ਸੌਫਟਵੇਅਰ ਨੂੰ ਕੰਮ 'ਤੇ ਲਗਾ ਦਿਓ।
ਦੂਸਰਾ ਕੀ ਚੀਜ਼ ਹੈ ਰਾਜੇ ਕਿ ਮਾਰਕੀਟ ਦੇ ਵਿੱਚ ਤੁਸੀਂ ਕੋਈ ਆਪਣੀ ਗੁੱਡਸ ਔਰ ਸਰਵਿਸਿਜ਼ ਵੇਚੋ, ਸੇਲ ਕਰੋ, ਠੀਕ ਹੈ। ਤੁਸੀਂ ਆਈਸਕ੍ਰੀਮ ਵੇਚੋ, ਤੁਸੀਂ ਐਪਲ ਵੇਚੋ, ਜਾਂ ਕੋਈ ਵੀ ਤੁਸੀਂ ਆਪਣੀ ਚੀਜ਼ ਵੇਚੋ, ਕੋਈ ਡਰੱਗਸ ਵੇਚੋ, ਕੋਈ ਐਲਕੋਹਲ ਵੇਚੋ, ਹੈ ਨਾ, ਚਾਹੇ ਕੋਈ ਇਲੀਗਲ ਚੀਜ਼ ਵੇਚੋ, ਚਾਹੇ ਕੋਈ ਲੀਗਲ ਚੀਜ਼ ਵੇਚੋ, ਕਿਉਂਕਿ ਬਿਟਕੋਇਨ ਦੇ ਵਿੱਚ ਕਾਫੀ ਕੁਝ ਹੁੰਦਾ ਆਪਾਂ ਦੇਖਦੇ ਹਾਂ ਕੀ ਹੁੰਦਾ ਹੈਗਾ। ਤਾਂ ਤੁਸੀਂ ਕੋਈ ਆਪਣੀ ਚੀਜ਼ ਵੇਚ ਕੇ ਵੀ ਕੀ ਹੈ ਕਿਸੇ ਬੰਦੇ ਤੋਂ ਬਿਟਕੋਇਨ ਲੈ ਸਕਦੇ ਹੋ। ਆਪਾਂ ਕੀ ਪੜ੍ਹ ਰਹੇ ਹਾਂ ਇਹ ਚੀਜ਼ ਇਸ ਸਲਾਈਡ ਦੇ ਵਿੱਚ ਕਿ ਕਿਹੜੇ ਤਰੀਕੇ ਨਾਲ ਤੁਸੀਂ ਬਿਟਕੋਇਨ ਨੂੰ ਲੈ ਸਕਦੇ ਹੋ। ਇੱਕ ਤਰੀਕਾ ਤਾਂ ਇਹੀ ਹੈ ਕਿ ਤੁਸੀਂ ਖੁਦ ਮਾਈਨਿੰਗ ਕਰੋ, ਠੀਕ ਹੈ, ਖੁਦ ਮਾਈਨਿੰਗ ਕਰੋ। ਦੂਸਰਾ ਤਰੀਕਾ ਰਾਜੇ ਤੁਸੀਂ ਗੋਲਡ ਕੀ, ਜਿਵੇਂ ਆਪਾਂ ਗੋਲਡ ਦੀ ਗੱਲ ਕਰਦੇ ਹਾਂ, ਕਿ ਗੋਲਡ ਦੇ ਬਦਲੇ ਤੁਸੀਂ ਕੀ ਕਰੋ, ਕੋਈ ਹੋਰ ਚੀਜ਼ ਦੇ ਦਿਓ, ਸਿਲਵਰ ਦੇ ਦਿਓ, ਵੀ ਮੈਥੋਂ 1 ਕਿਲੋ ਸਿਲਵਰ ਲੈ ਲੈ, ਮੈਨੂੰ ਤੁਸੀਂ 10 ਗ੍ਰਾਮ ਜਿਹੜਾ ਕੀ ਹੈ ਸੋਨਾ ਦੇ ਦਿਓ, ਗੋਲਡ ਦੇ ਦਿਓ, ਠੀਕ ਹੈ ਜੀ। 1 ਕਿਲੋ ਸਿਲਵਰ ਲੈ ਲਓ ਅਤੇ 10 ਗ੍ਰਾਮ ਮੈਨੂੰ ਗੋਲਡ ਦੇ ਦਿਓ। ਤਾਂ ਕਿਸੇ ਹੋਰ ਚੀਜ਼ ਦੇ ਬਦਲੇ ਤੁਸੀਂ ਕੀ ਹੈ ਗੋਲਡ ਲੈ ਸਕਦੇ ਹੋ। ਉਸੇ ਤਰ੍ਹਾਂ ਕਿਸੇ ਹੋਰ ਚੀਜ਼ ਦੇ ਬਦਲੇ ਤੁਸੀਂ ਬਿਟਕੋਇਨ ਲੈ ਸਕਦੇ ਹੋ, ਠੀਕ ਹੈ, ਸੇਮ ਚੀਜ਼। ਦੂਸਰਾ ਕੀ ਗੋਲਡ ਲੈਣ ਦਾ ਹੋਰ ਕੀ ਤਰੀਕਾ ਰਾਜੇ, ਤੁਸੀਂ ਸੁਨਾਰ ਕੋਲ ਜਾਓਗੇ, ਠੀਕ ਹੈ, 1 ਲੱਖ ਰੁਪਇਆ ਦੋਗੇ ਔਰ 2 ਤੋਲੇ ਸੋਨਾ ਲੈ ਲਓਗੇ, ਠੀਕ ਹੈ, ਸੁਨਾਰ ਕੋਲ ਜਾ ਕੇ। ਉਸੇ ਤਰ੍ਹਾਂ ਤੁਸੀਂ ਕਿਸੇ ਨੂੰ ਪੈਸੇ ਦੇ ਕੇ ਬਿਟਕੋਇਨ ਵੀ ਲੈ ਸਕਦੇ ਹੋ। ਤਾਂ ਬਿਟਕੋਇਨ ਗ੍ਰਹਿਣ ਕਰਨ ਦੇ 2-3 ਤਰੀਕੇ ਨੇਗੇ। ਇੱਕ ਤਾਂ ਤੁਸੀਂ ਖੁਦ ਮਾਈਨਿੰਗ ਕਰੋ, ਖੁਦ ਸੋਨੇ ਦੀ ਖਦਾਨ ਦੇ ਵਿੱਚ ਜਾਓ, ਮਾਈਨਿੰਗ ਕਰੋ, ਠੀਕ ਹੈ, ਖੁਦ ਕੋਲਾਰ ਗੋਲਡ ਫੀਲਡ ਦੇ ਵਿੱਚ ਜਾਓ ਅਤੇ ਮਾਈਨਿੰਗ ਕਰੋ। ਇੱਕ ਜ਼ਰੀਆ ਤਾਂ ਇਹ ਹੈ। ਦੂਸਰਾ ਜ਼ਰੀਆ ਕਿ ਤੁਸੀਂ ਕੋਈ ਚੀਜ਼ ਵੇਚੋ ਆਪਣੀ, ਉਹਦੇ ਅਗੇਂਸਟ ਤੁਹਾਨੂੰ ਜਿਹੜੀ ਤੁਸੀਂ ਪੈਸੇ ਲਓ, ਜਿਵੇਂ ਟੈਸਲਾ ਹੈਗਾ, ਟੈਸਲਾ ਆਪਣੀ ਗੱਡੀਆਂ ਵੇਚ ਰਿਹਾ ਹੈਗਾ ਅਤੇ ਬਿਟਕੋਇਨ ਦੇ ਵਿੱਚ ਕੀ ਸੀਗਾ ਜਿਹੜੇ ਕੀ ਹੈ ਪੈਸੇ ਲੈ ਰਿਹਾ ਸੀਗਾ। ਹੁਣ ਤਾਂ ਉਹਨੇ ਬੰਦ ਕਰਤਾ ਟੈਸਲਾ ਨੇ ਕੁਛ ਟਾਈਮ ਲਈ। ਤਾਂ ਪਹਿਲਾਂ ਕੀ ਕਰ ਰਿਹਾ ਸੀ ਟੈਸਲਾ, ਆਪਣੀ ਗੱਡੀਆਂ ਵੇਚ ਰਿਹਾ ਸੀ ਅਤੇ ਜਿਹੜੀ ਪੇਮੈਂਟ ਸੀ ਰਾਜੇ ਉਹ ਬਿਟਕੋਇਨ ਦੇ ਵਿੱਚ ਲੈ ਰਿਹਾ ਸੀਗਾ। ਤਾਂ ਉਹ ਵੀ ਟੈਸਲਾ ਦਾ ਇੱਕ ਜ਼ਰੀਆ ਹੈਗਾ ਬਿਟਕੋਇਨ ਲੈਣ ਦਾ। ਤੀਸਰਾ ਰਾਜੇ ਬਿਟਕੋਇਨ ਲੈਣ ਦਾ ਜ਼ਰੀਆ ਕੀ ਹੈ, ਸਿੰਪਲੀ ਪੈਸੇ ਦੇ। ਤੁਸੀਂ ਕੀ ਹੈ, ਹੁਣ ਆਪਾਂ ਜਿਹੜੇ ਕਾਫੀ ਇਹੋ ਜਿਹੇ ਪਲੈਟਫਾਰਮਸ ਨੇਗੇ, ਐਪਲੀਕੇਸ਼ਨਸ ਨੇਗੀਆਂ, ਠੀਕ ਹੈ, ਮੋਬਾਈਲ ਫੋਨ 'ਤੇ, ਜਿਹਦੇ ਨਾਲ ਤੁਸੀਂ ਕੀ ਹੈ ਪੈਸੇ ਦੇ ਕੇ ਬਿਟਕੋਇਨਸ ਦੇ ਵਿੱਚ ਇਨਵੈਸਟ ਕਰ ਸਕਦੇ ਹੋ, ਠੀਕ ਹੈ। ਕੋਇਨ ਸਵਿਚ ਕੁਬੇਰ ਇੱਕ ਬਹੁਤ ਜਿਹੜਾ ਟਰੈਂਡਿੰਗ ਐਪ ਚੱਲ ਰਹੀ ਹੈ, ਕੋਇਨ ਸਵਿਚ ਕੁਬੇਰ। ਉਹਦੇ ਵਿੱਚ ਕੀ ਹੈ, ਤੁਸੀਂ ਪੈਸੇ ਆਪਣਾ ਉਹਨਾਂ ਨੂੰ ਪੇ ਕਰੋ, ਤੁਹਾਨੂੰ ਉਹ ਬਿਟਕੋਇਨ ਦੇ ਦੇਣਗੇ ਕੁਛ ਨਾ ਕੁਛ, ਠੀਕ ਹੈ। ਤਾਂ ਉਹ ਵੀ ਮਤਲਬ ਕਿ ਇੱਕ ਬਿਟਕੋਇਨ ਲੈਣ ਦਾ ਜ਼ਰੀਆ ਹੈਗਾ। ਇਹ ਤਿੰਨੇ, ਠੀਕ ਹੈ। ਮਾਈਨਿੰਗ ਵਗੈਰਾ ਜੇ ਕੋਈ ਗੁੱਡ ਐਂਡ ਸਰਵਿਸਿਜ਼ ਸੇਲ ਕਰੋ, ਅਤੇ ਤੀਜਾ ਜਿਹੜਾ ਕਿ ਆਪਣਾ ਕੋਈ ਪੈਸੇ ਦੇ ਕੇ, ਠੀਕ ਹੈ ਜੀ। ਇਹ ਤਿੰਨੇ। ਹੁਣ ਬਿਟਕੋਇਨ ਦੇ ਰਾਜੇ ਕੁਛ ਨੁਕਸਾਨ ਵੀ ਨੇਗੇ, ਠੀਕ ਹੈ। ਆਪਾਂ ਨੇ ਫਾਇਦੇ ਤਾਂ ਆਪਣੇ ਦੇਖ ਲਏ ਕਿ ਅਨਾਰਕਿਸਟ ਗਰੁੱਪ ਸੀ ਜਿਹੜਾ ਉਹਨੇ ਮਤਲਬ ਬਣਾਇਆ ਆਪਦੇ ਹਿਸਾਬ ਨਾਲ, ਠੀਕ ਹੈ। ਉਹਨੂੰ ਸਰਕਾਰ ਦੇ ਉੱਪਰ ਵਿਸ਼ਵਾਸ ਨਹੀਂ ਸੀਗਾ ਅਤੇ ਉਹਨੇ ਆਪਣੇ ਹਿਸਾਬ ਨਾਲ ਜਿਹੜਾ ਕੀ ਹੈ ਕਰੰਸੀ ਬਣਾਤੀ, ਆਪਣੀ ਵਰਚੁਅਲ ਕਰੰਸੀ ਬਣਾਤੀ, ਠੀਕ ਹੈ। ਹੁਣ ਬਿਟਕੋਇਨ ਦਾ ਰਾਜੇ ਇੱਕ ਕਰੰਸੀ ਹੈ, ਇਹਦੇ ਨਾਲ ਦੀਆਂ ਹੋਰ ਬਹੁਤ ਸਾਰੀਆਂ ਕਰੰਸੀਜ਼ ਨੇਗੀਆਂ, ਠੀਕ ਹੈ, ਹਜ਼ਾਰਾਂ ਦੀ ਤਾਦਾਦ ਦੇ ਵਿੱਚ ਹੈਗੀਆਂ ਨੇ, ਠੀਕ ਹੈ। ਹੁਣ ਬਿਟਕੋਇਨ ਦਾ ਜਿਹੜਾ ਨੁਕਸਾਨ ਨੇ ਰਾਜੇ ਉਹ ਕੀ ਨੇ, ਪਹਿਲੀ ਗੱਲ ਤਾਂ ਸਭ ਤੋਂ ਪਹਿਲਾਂ ਤਾਂ ਰਾਜੇ ਜਿਹੜੇ ਮੋਸਟ ਸੈਂਟਰਲ ਬੈਂਕਸ ਨੇ, ਜਿਵੇਂ ਸਾਡਾ RBI ਹੋ ਗਿਆ, ਠੀਕ ਹੈ, ਦੇ ਹੈਵ ਨਾਟ ਆਥੋਰਾਈਜ਼ਡ ਬਿਟਕੋਇਨਸ। ਮੋਸਟ ਆਫ ਦ ਸੈਂਟਰਲ ਬੈਂਕਸ ਆਫ ਦ ਵਰਲਡ ਉਹਨਾਂ ਨੇ ਡਿਨਾਈ ਕੀਤਾ ਕਿ ਅਸੀਂ ਬਿਟਕੋਇਨ ਵਰਗੇ ਕਿਸੇ ਵੀ ਵਰਚੁਅਲ ਕਰੰਸੀ ਨੂੰ ਕੋਈ ਵੀ ਆਥੋਰਾਈਜੇਸ਼ਨ ਨਹੀਂ ਦਿੰਦੇ, ਵੀ ਸਾਡੇ ਹਿਸਾਬ ਨਾਲ ਇਹ ਚੀਜ਼ ਸਹੀ ਨਹੀਂ ਹੈਗੀ। ਅਸੀਂ ਇਹਨੂੰ ਕੋਈ ਵੀ, ਨਾ ਹੀ ਤਾਂ ਅਸੀਂ ਵਧੀਆ ਕਹਿ ਰਹੇ ਹਾਂ ਇਹਨੂੰ, ਨਾ ਹੀ ਅਸੀਂ ਘਟੀਆ ਕਹਿ ਰਹੇ ਹਾਂ, ਬਟ ਅਸੀਂ ਇਹਨੂੰ ਕੋਈ ਲੀਗਲ ਬੈਕਿੰਗ ਨਹੀਂ ਦੇ ਰਹੇ ਹੈਗੇ, ਠੀਕ ਹੈ। ਤਾਂ ਮੋਸਟ ਸੈਂਟਰਲ ਬੈਂਕ, ਮੋਸਟ ਦੇਸ਼ਾਂ ਦਾ ਇਹੀ ਸਟੈਂਡ ਹੈ ਅੱਜ ਤੱਕ ਕਿ ਕੋਈ ਵੀ ਜਿਹੜੀ ਵਰਚੁਅਲ ਕਰੰਸੀ ਉਹਨੂੰ ਅਸੀਂ ਹਲੇ ਮਾਨਤਾ ਨਹੀਂ ਦੇਣੀ ਹੈਗੀ, ਠੀਕ ਹੈ, ਪਹਿਲੀ ਗੱਲ। ਦੂਸਰਾ ਕੀ ਹੈ ਜੀ, ਇਹਦੇ ਹੋਰ ਕੀ ਖਤਰੇ ਨੇ। ਇੱਕ ਦੇਖੋ ਹੈਕ ਹੋ ਸਕਦਾ, ਕਿਉਂਕਿ ਦੇਖੋ ਹੈਗਾ ਤਾਂ ਸੌਫਟਵੇਅਰ ਦੇ ਵਿੱਚ ਹੀ ਪਿਆ ਨਾ। ਮੰਨ ਲਓ ਤੁਹਾਡੇ ਅਕਾਊਂਟ ਦੇ ਵਿੱਚ 10 ਬਿਟਕੋਇਨਸ ਨੇਗੇ, ਠੀਕ ਹੈ। 10 ਬਿਟਕੋਇਨ ਹੋਣ ਦਾ ਮਤਲਬ ਪਤਾ ਕਿੰਨਾ ਹੋਊਗਾ ਰਾਜੇ, ਕਰੋੜਾਂ ਰੁਪਏ ਹੋ ਗਿਆ 10 ਬਿਟਕੋਇਨ ਦਾ ਮਤਲਬ। ਤਾਂ ਅਗਰ ਤੁਹਾਡੇ ਕੋਇਨ ਦੇ ਵਿੱਚ, ਤੁਹਾਡੇ ਅਕਾਊਂਟ ਦੇ ਵਿੱਚ 10 ਬਿਟਕੋਇਨਸ ਪਏ ਨੇ, ਤੁਸੀਂ ਕੀ ਕਰ, ਤੁਹਾਡਾ ਜਿਹੜਾ ਹੈਗਾ ਤਾਂ ਸੌਫਟਵੇਅਰ ਦੇ ਵਿੱਚ ਹੈ ਨਾ, ਤਾਂ ਹੋ ਸਕਦਾ ਤੁਹਾਡਾ ਅਕਾਊਂਟ ਹੈਕ ਹੋ ਜਾਏ, ਠੀਕ ਹੈ। ਕੋਈ ਤੁਹਾਡੇ ਵਾਇਰਸ ਆ ਜਾਏ, ਕੁਛ ਹੋਰ ਹੋ ਜਾਏ, ਤੁਸੀਂ ਆਪਣਾ ਪਾਸਵਰਡ ਭੁੱਲ ਸਕਦੇ ਹੋ, ਠੀਕ ਹੈ। ਤਾਂ ਇਹ ਨੁਕਸਾਨ ਨੇ ਸਟਿਲ, ਠੀਕ ਹੈ, ਕੁਛ ਨੁਕਸਾਨ ਨੇ ਰਾਜੇ। ਆਪਣੇ ਕੋਲ ਕੁਛ ਰੀਸੈਂਟ ਕੇਸਿਸ ਇਹੋ ਜਿਹੇ ਆਏ ਨੇ, ਕਈ ਲੋਕਾਂ ਕੋਲ ਬਹੁਤ ਲੱਖਾਂ ਕਰੋੜਾਂ ਦੀ ਤਾਦਾਦ ਦੇ ਵਿੱਚ ਬਿਟਕੋਇਨਸ ਪਏ ਸੀਗੇ, ਠੀਕ ਹੈ, ਮਤਲਬ ਪੈਸੇ ਦੀ ਵੈਲਿਊ ਦੱਸ ਰਿਹਾ ਮੈਂ, ਅਤੇ ਉਹਨਾਂ ਨੇ ਆਪਣੇ ਪਾਸਵਰਡ ਲੂਜ਼ ਕਰਤੇ ਰਾਜੇ। ਇਹ ਕੋਈ ਮਤਲਬ ਬਣੀ ਬਣਾਈ ਗੱਲ ਨਹੀਂ ਮੈਂ ਕਹਿ ਰਿਹਾ, ਤੁਸੀਂ ਸਰਚ ਕਰ ਸਕਦੇ ਹੋ ਗੂਗਲ 'ਤੇ। ਕਈ ਲੋਕਾਂ ਨੇ ਆਪਣੇ ਪਾਸਵਰਡ ਲੂਜ਼ ਕੀਤੇ ਨੇ, ਜਿਹਦੇ ਨਾਲ ਉਹਨਾਂ ਨੂੰ ਕਰੋੜਾਂ ਰੁਪਏ ਦਾ ਨੁਕਸਾਨ ਹੋ ਗਿਆ, ਕਿਉਂਕਿ ਆਪਣਾ ਪਾਸਵਰਡ ਭੁੱਲ ਗਏ ਉਹ, ਠੀਕ ਹੈ। ਤਾਂ ਇਹੋ ਜਿਹੇ ਖਤਰੇ ਸਟਿਲ ਬਿਟਕੋਇਨ ਦੇ ਵਿੱਚ ਹੈਗੇ ਨੇ, ਕਿਉਂਕਿ ਹੋਰ ਕੋਈ ਜ਼ਰੀਆ ਨਹੀਂ ਹੈਗਾ ਰਾਜੇ ਪਾਸਵਰਡ, ਕੋਈ ਇੱਦਾਂ ਨਹੀਂ ਹੈਗਾ ਵੀ ਤੁਸੀਂ ਫੋਰਗੋਟ ਪਾਸਵਰਡ ਕਰਕੇ ਨਵਾਂ ਪਾਸਵਰਡ ਜਨਰੇਟ ਕਰ ਲਓ। ਇਹਦਾ ਕੁਛ ਨਹੀਂ ਹੈਗਾ ਬਿਟਕੋਇਨ ਦੇ ਵਿੱਚ। ਇੱਕ ਵਾਰੀ ਅਗਰ ਪਾਸਵਰਡ ਭੁੱਲ ਗਏ, ਖਤਮ, ਠੀਕ ਹੈ ਜੀ। ਤਾਂ ਕਈਆਂ ਦਾ ਨੁਕਸਾਨ ਹੋਇਆ ਇਸ ਚੀਜ਼ 'ਤੇ। ਹੋਰ ਕੀ ਨੁਕਸਾਨ ਹੈ ਰਾਜੇ ਬਿਟਕੋਇਨ ਦਾ, ਦੇਖੋ ਇਲੀਗਲ ਟਰੇਡ ਹੁੰਦੀ ਹੈ, ਕਿਉਂਕਿ ਆਪਾਂ ਨੇ ਕਿਹਾ ਸੀਗਾ ਜਦੋਂ ਇਹ ਅਕਾਊਂਟ ਸੀ ਰਾਜੇ, ਠੀਕ ਹੈ, ਇਹ ਵਾਲਟ ਸੀਗਾ ਬਿਟਕੋਇਨ ਦਾ। ਤਾਂ ਜਿਸ ਦੇ ਕੋਲ ਵੀ ਟ੍ਰਾਂਜੈਕਸ਼ਨ ਕਰਨੀ ਹੈ ਉਹਦਾ ਸਿਰਫ ਤੁਹਾਨੂੰ ਵਰਚੁਅਲ ਐਡਰੈਸ ਪਤਾ ਹੋਣਾ ਚਾਹੀਦਾ। ਕੋਈ ਆਧਾਰ ਕਾਰਡ ਦੇ ਨਾਲ ਲਿੰਕ ਨਹੀਂ ਹੈਗਾ ਇਹ, ਕੋਈ ਪੈਨ ਕਾਰਡ ਦੇ ਨਾਲ ਲਿੰਕ ਨਹੀਂ, ਕੋਈ ਤੁਹਾਡੇ ਕੋਲ ਈਮੇਲ ID ਨਹੀਂ, ਕੋਈ ਕਿਸੇ ਵੀ KYC ਦੇ ਨਾਲ ਤੁਹਾਡੇ ਕੋਲ ਲਿੰਕ ਨਹੀਂ ਹੈਗਾ। ਤੁਹਾਨੂੰ ਕੋਈ ਨਹੀਂ ਪਤਾ ਦੁਨੀਆ ਦੇ ਕਿਹੜੇ ਕੋਨੇ ਦੇ ਵਿੱਚ ਕੌਣ ਬੰਦਾ ਇਹ ਕੰਮ ਕਰ ਰਿਹਾ ਹੈਗਾ, ਠੀਕ ਹੈ, ਕੋਈ ਸੰਸਥਾ ਹੈਗੀ, ਕੋਈ ਬੰਦਾ ਹੈ, ਕੁਛ ਨਹੀਂ ਪਤਾ, ਸਿਰਫ ਇੱਕ ਵਰਚੁਅਲ ਐਡਰੈਸ ਹੈਗਾ। ਹੁਣ ਜਦੋਂ ਇੰਨੀ ਰਾਜੇ ਐਨੋਨੀਮਿਸਿਟੀ ਹੈਗੀ ਹੈ, ਇੰਨੀ ਮਤਲਬ ਕਿਸੇ ਨੂੰ ਨਹੀਂ ਪਤਾ ਵੀ ਕੌਣ ਹੈਗਾ, ਤਾਂ ਇਸ ਕੇਸ ਦੇ ਵਿੱਚ ਕੀ ਹੋਊਗਾ ਰਾਜੇ, ਇਲੀਗਲ ਟਰੇਡ ਹੋਣ ਦਾ ਡਰ ਬਹੁਤ ਹੈਗਾ, ਠੀਕ ਹੈ।
ਜਿਹੜੀ ਅੰਡਰਗਰਾਊਂਡ ਮਾਰਕੀਟ ਦੇ ਵਿੱਚ, ਬਲੈਕ ਮਾਰਕੀਟ ਦੇ ਵਿੱਚ ਮਨੀ ਲਾਂਡਰਿੰਗ ਹੁੰਦੀ ਹੈ, ਡਰਗ ਮਾਰਕੀਟਿੰਗ ਹੁੰਦੀ ਹੈ, ਟੈਰਰ ਫਾਈਨੈਂਸਿੰਗ ਹੁੰਦੀ ਹੈ, ਇਹ ਸਭ ਖਤਰੇ ਬਿਟਕੋਇਨ ਦੇ ਵਿੱਚ ਹੈਗੇ ਨੇ, ਓਬਵੀਅਸ ਜੀ ਗੱਲ ਹੈ, ਠੀਕ ਹੈ। ਕਿਉਂਕਿ ਕੁਝ ਨਹੀਂ ਪਤਾ ਕੌਣ ਕਿੱਥੇ ਪੈਸਾ ਟ੍ਰਾਂਸਫਰ ਕਰ ਰਿਹਾ ਹੈਗਾ, ਠੀਕ ਹੈ। ਬਟ ਹੁਣ ਜਦੋਂ ਇੰਨੀ ਅਨੋਨਿਮਿਸਿਟੀ ਹੋਊਗੀ ਤਾਂ ਜਿਹੜੀ ਡੈਫੀਨੇਟਲੀ ਇਲੀਗਲ ਟ੍ਰੇਡ ਉਹ ਡੈਫੀਨੇਟਲੀ ਹੋਊਗੀ, ਠੀਕ ਹੈ ਜੀ। ਅਤੇ ਸਭ ਤੋਂ ਵੱਡਾ ਜਿਹੜਾ ਨੁਕਸਾਨ ਰਾਜੇ ਹੈਗਾ ਉਹ ਹੈਗਾ ਆਪਣਾ ਵੋਲਾਟਿਲਿਟੀ। ਤੁਹਾਨੂੰ ਬਿਟਕੋਇਨ ਦਾ ਰੇਟ ਦਾ ਹੀ ਨਹੀਂ ਪਤਾ ਲੱਗਦਾ, ਕਦੇ ਤਾਂ ਜਿਹੜਾ ਰੇਟ ਆ ਰਾਜੇ ਅਸਮਾਨ ਛੂੰਹਦਾ ਹੈ, ਕਦੇ ਜਿਹੜਾ ਕੀ ਹੈ ਥੱਲੇ ਲੱਗ ਜਾਂਦਾ ਜਮਾਂ, ਠੀਕ ਹੈ। ਜਦੋਂ ਰਾਜੇ ਬਣਿਆ ਸੀਗਾ ਉਹ ਤਾਂ ਆਲਮੋਸਟ 1200 ਰੁਪਏ ਦਾ ਇੱਕ $1200 ਦਾ ਇੱਕ ਬਿਟਕੋਇਨ ਸੀਗਾ। $1 ਵਾਜ਼ ਇਕੁਅਲ ਟੂ 1200 ਸੌਰੀ 1 ਬਿਟਕੋਇਨ ਵਾਜ਼ ਇਕੁਅਲ ਟੂ $1200, ਠੀਕ ਹੈ, ਇਹ ਕਿਵੇਂ ਵੀ। ਫਿਰ ਰਾਜੇ ਕੁਛ ਟਾਈਮ ਬਾਅਦ ਬਿਲਕੁਲ ਥੱਲੇ ਆ ਗਿਆ, $200 ਦਾ ਰਹਿ ਗਿਆ। ਫਿਰ ਤੁਹਾਨੂੰ ਪਤਾ ਰਾਜੇ ਪੀਕ ਟਾਈਮ ਰਿਹਾ ਰਾਜੇ $58,000, $200 ਤੋਂ ਲੈ ਕੇ $58,000। ਇਮੈਜਿਨ ਕਰ ਸਕਦੇ ਹੋ ਬੱਚੇ ਤੁਸੀਂ, ਜਿਹੜੀ ਚੀਜ਼ ਦੀ ਕੀਮਤ ਪਹਿਲਾਂ 200 ਰੁਪਏ ਸੀਗੀ ਇੱਕ ਟਾਈਮ 'ਤੇ, 200 ਰੁਪਏ ਸੀਗੀ, ਉਹਦੀ ਕੀਮਤ 58,000 ਰੁਪਏ ਹੋ ਗਈ। ਇਮੈਜਿਨ ਕਰ ਸਕਦੇ ਹੋ ਇੰਨੀ ਫਲਕਚੁਏਸ਼ਨ ਪਹਿਲਾਂ ਇੱਥੇ ਸੀ, ਫਿਰ ਸਿੱਧਾ ਹੀ ਇੱਥੇ, ਫਿਰ ਇੱਥੇ, ਇੰਨੀ ਜ਼ਿਆਦਾ ਫਲਕਚੁਏਸ਼ਨ ਹੈਗੀ ਆ। ਤਾਂ ਮਤਲਬ ਇਹ ਕਦੇ ਵੀ ਚੀਜ਼ ਵਧੀਆ ਨਹੀਂ ਹੁੰਦੀ। ਆਪਾਂ ਨੇ ਜਦੋਂ ਆਪਣੀ ਕਰੰਸੀ ਐਕਸਚੇਂਜ ਰੇਟ ਕੀਤਾ ਸੀ ਬੱਚੇ, ਆਪਾਂ ਨੇ ਕਿਹਾ ਸੀ ਵੀ ਡਾਲਰ 70 ਰੁਪਏ ਦਾ ਹੈਗਾ, ਠੀਕ ਹੈ। 70 ਤੋਂ 68 ਦਾ ਹੋਵੇ ਤਾਂ ਵੀ ਕੋਈ ਗੱਲ ਨਹੀਂ, 72 ਦਾ ਹੋਵੇ ਤਾਂ ਵੀ ਕੋਈ ਗੱਲ ਨਹੀਂ। ਬਟ ਜੇ 70 ਤੋਂ ਸਿੱਧਾ 60 ਹੋ ਜੇ, ਸਿੱਧਾ 50 ਹੋ ਜੇ, ਉਹ ਚੀਜ਼ਾਂ ਕਦੇ ਵੀ ਮਤਲਬ ਡੇਂਜਰਸ ਹੁੰਦੀਆਂ ਨੇਗੀਆਂ, ਠੀਕ ਹੈ। ਉਹ ਚੀਜ਼ਾਂ ਕਦੇ ਵੀ ਕਿਸੇ ਦਾ ਫਾਇਦਾ ਨਹੀਂ ਕਰਦੀਆਂ, ਨੁਕਸਾਨ ਕਰਦੀਆਂ ਨੇ। ਤਾਂ ਇੰਨੀ ਵੋਲਾਟਿਲਿਟੀ ਰਿਕੁਆਇਰਡ ਨਹੀਂ ਹੈਗੀ, ਇੰਨੀ ਫਲਕਚੁਏਸ਼ਨ ਅੱਛੀ ਨਹੀਂ ਹੁੰਦੀ ਹੈਗੀ, ਠੀਕ ਹੈ। ਬਟ ਬਿਟਕੋਇਨ ਦੇ ਵਿੱਚ ਫਲਕਚੁਏਸ਼ਨ ਤੋਂ ਬਿਨਾਂ ਕੁਝ ਹੈ ਹੀ ਨਹੀਂ ਹੋਰ, ਠੀਕ ਹੈ। ਤਾਂ ਇਹ ਵੀ ਇੱਕ ਨੁਕਸਾਨ ਹੈਗਾ ਬਿਟਕੋਇਨ ਦਾ। ਦੂਸਰਾ ਰਾਜੇ, ਹੁਣ ਟੈਸਲਾ ਕੰਪਨੀ ਮੈਂ ਤੁਹਾਨੂੰ ਗੱਲ ਕਰ ਰਿਹਾ ਸੀਗਾ ਇਲਨ ਮਸਕ ਦੀ, ਤਾਂ ਟੈਸਲਾ ਨੇ ਪਹਿਲਾਂ ਤਾਂ ਕਿਹਾ ਸੀ ਵੀ ਹਾਂ ਅਸੀਂ ਬਿਟਕੋਇਨ ਨੂੰ ਐਕਸੈਪਟ ਕਰਦੇ ਹਾਂ ਆਪਣੀ ਪੇਮੈਂਟ ਮੀਡੀਅਮ ਦੇ ਤੌਰ 'ਤੇ, ਬਟ ਉਦੋਂ ਬਾਅਦ ਵਿੱਚ ਆਪਣਾ ਜਿਹੜਾ ਸਟੈਂਡ ਸੀ ਰਿਵਰਸ ਕਰ ਲਿਆ, ਅਤੇ ਫਿਰ ਟੈਸਲਾ ਨੇ ਪੇਮੈਂਟ ਲੈਣੀ ਬਿਟਕੋਇਨ ਦੇ ਵਿੱਚ ਬੰਦ ਕਰਤੀ, ਠੀਕ ਹੈ। ਤਾਂ ਇਹ ਵੀ ਮਤਲਬ ਫਲਕਚੁਏਸ਼ਨ ਜੀ ਹੁੰਦੀ ਹੈ ਵੀ ਬਿਟਕੋਇਨ ਦੇ ਪ੍ਰਤੀ ਹਾਲੇ ਕੋਈ ਸ਼ੋਰ ਨਹੀਂ ਹੈਗਾ ਵੀ ਕਿਵੇਂ ਕੀਤਾ ਜਾਵੇ ਬਿਟਕੋਇਨ ਦਾ। ਚਾਈਨਾ ਦਾ ਰਾਜੇ ਕੀ ਸਟੈਂਡ ਹੈ? ਚਾਈਨਾ ਨੇ ਵੀ ਇਹੀ ਸਟੈਂਡ ਰੱਖਿਆ ਹੋਏਗਾ ਕਿ ਬਿਟਕੋਇਨ ਨੂੰ ਅਸੀਂ ਹਾਲੇ ਕੋਈ ਵੀ ਮਾਨਤਾ ਨਹੀਂ ਦੇਣੀ ਹੈਗੀ। ਈਵਨ ਸਾਡੇ RBI ਨੇ ਵੀ ਇਹੀ ਚੀਜ਼ ਕਹੀ ਹੈ ਰਾਜੇ ਕਿ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਦੇ ਸ਼ੁੱਡ ਅਵੋਇਡ ਡੀਲਿੰਗ ਇਨ ਵਰਚੁਅਲ ਕਰੰਸੀ। ਕੋਈ ਇਲੀਗਲ ਨਹੀਂ ਹੈਗਾ, ਜੇ ਆਪਾਂ ਇੰਡੀਆ ਦੇ ਵਿੱਚ ਗੱਲ ਕਰੀਏ ਇਲੀਗਲ ਨਹੀਂ ਹੈਗਾ, ਬਟ ਸਟਿਲ ਕੋਈ ਮਾਨਤਾ ਵੀ ਨਹੀਂ ਹੈਗੀ, ਠੀਕ ਹੈ। ਸਰਕਾਰ ਈਵਨ ਆਪਾਂ ਨੂੰ ਰეკਮੈਂਡ ਕਰ ਰਹੀ ਹੈ ਕਿ ਚੰਗੀ ਗੱਲ ਆ ਤੁਸੀਂ ਨਾ ਕਰੋ, ਕਿਉਂਕਿ ਜਦੋਂ ਕੋਈ ਕਿਸੇ ਚੀਜ਼ ਦੀ ਲੀਗਲ ਵੈਲਿਊ ਹੀ ਨਹੀਂ ਹੈਗੀ, ਲੀਗਲ ਰਿਕਗਨੀਸ਼ਨ ਹੀ ਨਹੀਂ ਹੈਗੀ, ਫਿਰ ਸਰਕਾਰ ਆਪਾਂ ਨੂੰ ਸਲਾਹ ਦਿੰਦੀ ਹੈ ਵੀ ਤੁਸੀਂ ਅਵੋਇਡ ਕਰੋ, ਇੱਦਾਂ ਨਾ ਡੀਲ ਕਰੋ ਇਸ ਚੀਜ਼ਾਂ ਦੇ ਵਿੱਚ। ਕੱਲ੍ਹ ਨੂੰ ਮੰਨ ਲਓ ਤੁਹਾਡੇ ਨਾਲ ਕੋਈ ਫਰੋਡ ਹੁੰਦਾ ਹੈਗਾ, ਤੁਸੀਂ ਕਿਸੇ ਕੋਲ ਜਾ ਨਹੀਂ ਸਕਦੇ ਫਿਰ ਵੀ ਮੇਰੇ ਨਾਲ ਫਰੋਡ ਹੋ ਗਿਆ, ਕਿਉਂਕਿ ਸਰਕਾਰ ਦਾ ਮੰਨਦਾ ਹੀ ਨਹੀਂ ਦਿੱਤੀ ਹੋਈ ਬਿਟਕੋਇਨ ਨੂੰ, ਸਰਕਾਰ ਨੇ ਕੋਈ ਮਾਨਤਾ ਹੀ ਨਹੀਂ ਦਿੱਤੀ ਹੋਈ, ਫਿਰ ਤੁਸੀਂ ਸਰਕਾਰ ਕੋਲ ਕਿਵੇਂ ਜਾ ਸਕਦੇ ਹੋ ਇਸ ਚੀਜ਼ ਵਾਸਤੇ, ਠੀਕ ਹੈ। ਤਾਂ ਸਰਕਾਰ ਦਾ ਇਹੀ ਹਾਲੇ ਸਟੈਂਡ ਹੈ ਵੀ ਪੀਪਲ ਸ਼ੁੱਡ ਅਵੋਇਡ, ਠੀਕ ਹੈ, ਪੀਪਲ ਨੂੰ ਅਵੋਇਡ ਕਰਨਾ ਚਾਹੀਦਾ। ਈਵਨ ਸਾਡੇ ਜਿਹੜੇ ਬੈਂਕਸ ਨੇ, ਕਈ ਬੈਂਕਸ ਨੇ ਲੋਕਾਂ ਨੂੰ SMS ਭੇਜੇ ਨੇਗੇ ਵੀ ਦੇ ਸ਼ੁੱਡ ਅਵੋਇਡ ਯੂਜ਼ਿੰਗ ਬਿਟਕੋਇਨਸ, ਠੀਕ ਹੈ, ਜਾਂ ਕੋਈ ਵੀ ਵਰਚੁਅਲ ਕਰੰਸੀ ਨੂੰ ਯੂਜ਼ ਕਰਨ ਨੂੰ ਅਵੋਇਡ ਕਰਨਾ ਚਾਹੀਦਾ। ਕਈ ਬੈਂਕਸ ਨੇ ਮੈਸੇजेस ਭੇਜੇ ਨੇ ਆਪਣੇ ਕਸਟਮਰਸ ਨੂੰ, ਠੀਕ ਹੈ ਜੀ। ਇੱਕ ਰਾਜੇ ਰੀਸੈਂਟ ਅਪਡੇਟ ਹੈਗਾ, ਪਹਿਲਾਂ ਦੇਖੋ ਆਹ ਵੈਲਿਊ ਦੇਖੋ ਤੁਸੀਂ, ਫਲਕਚੁਏਸ਼ਨ ਦੇਖੋ ਕਿੰਨੀ ਹੋ ਰਹੀ ਹੈਗੀ, ਠੀਕ ਹੈ। ਅਕਤੂਬਰ 2013 ਦੇ ਵਿੱਚ ਜਦੋਂ ਮਤਲਬ ਹਾਲੇ ਸਟਾਰਟਿੰਗ ਹੋਣ ਲੱਗੀ ਸੀ $200 ਦਾ ਸੀਗਾ, ਫਿਰ ਦਸੰਬਰ ਦੇ ਵਿੱਚ ਕੁਛ ਟਾਈਮ ਬਾਅਦ ਹੀ ਰਾਜੇ $1200 ਦਾ ਹੋ ਗਿਆ, ਫਿਰ 230 ਦਾ ਹੋ ਗਿਆ, ਫਿਰ 5000 ਦਾ ਹੋ ਗਿਆ, ਫਿਰ 20000 ਦਾ, ਔਰ ਹੁਣ 2021 ਦੇ ਵਿੱਚ ਰਾਜੇ ਜਿਹੜਾ ਪੀਕ ਟਾਈਮ ਦੇਖਣ ਨੂੰ ਮਿਲਿਆ ਮਾਰਚ 2021 ਅੱਜ ਤੱਕ ਦਾ ਸਭ ਤੋਂ ਪੀਕ ਟਾਈਮ ਰਿਹਾ ਰਾਜੇ $58,000, ਠੀਕ ਹੈ, $58,000। ਜੇ ਮੈਂ ਜੂਨ ਮਹੀਨੇ ਦੀ ਗੱਲ ਕਰਾਂ ਰਾਜੇ, ਜੂਨ ਮਹੀਨੇ ਦੇ ਵਿੱਚ ਲਗਭਗ $35,000 ਦੇ ਕਰੀਬ ਰਹੇਗਾ, ਠੀਕ ਹੈ। ਔਰ ਹੁਣ ਜੁਲਾਈ ਦੇ ਵਿੱਚ ਮੈਂ ਗੱਲ ਕਰਾਂ ਤਾਂ ਰਾਜੇ ਲਗਭਗ $34,000। ਤਾਂ ਮਤਲਬ ਕਿੰਨੀ ਫਲਕਚੁਏਸ਼ਨ ਹੋ ਰਹੀ ਹੈ ਤੁਸੀਂ ਹਿਸਾਬ ਲਾ ਸਕਦੇ ਹੋ। ਜਿਹੜੀ ਚੀਜ਼ ਪਹਿਲਾਂ $200 ਦੀ ਸੀ ਰਾਜੇ, ਠੀਕ ਹੈ, $200 ਦੀ ਕੋਈ ਚੀਜ਼ ਸੀਗੀ, ਔਰ ਹੁਣ ਇੱਥੇ ਆ ਕੇ $58,000 ਦੀ, 200 ਤੋਂ ਲੈ ਕੇ ਸਿੱਧਾ ਹੀ 58,000, ਕੋਈ ਮਤਲਬ ਕੋਈ ਰੇਸ਼ੋ ਹੀ ਨਹੀਂ ਹੈਗੀ, ਕੋਈ ਕੰਪੈਰੀਜ਼ਨ ਹੀ ਨਹੀਂ ਹੈਗਾ, ਠੀਕ ਹੈ। ਅਤੇ ਕਾਫੀ ਫਲਕਚੁਏਸ਼ਨ, ਕਾਫੀ ਵੋਲੈਟਿਲਿਟੀ ਹੈ। ਤਾਂ ਇਹ ਬਿਟਕੋਇਨ ਦੇ ਵਿੱਚ ਇਹ ਬਿਟਕੋਇਨ ਦਾ ਇੱਕ ਨੁਕਸਾਨ ਹੈਗਾ, ਠੀਕ ਹੈ ਜੀ। ਇੱਕ ਰੀਸੈਂਟ ਅਪਡੇਟ ਕੀ ਹੈ ਰਾਜੇ, ਇੱਕ ਐਲ ਸੈਲਵਾਡੋਰ ਕਰਕੇ ਕੰਟਰੀ ਹੈਗਾ ਰਾਜੇ, ਇੱਕ ਦੇਸ਼ ਹੈਗਾ, ਠੀਕ ਹੈ। ਕਿੱਥੇ ਹੈ ਰਾਜੇ ਇਹ ਨਾਰਥ ਅਮਰੀਕਾ ਦੇ ਨੀਚੇ ਹੈਗਾ, ਸੈਂਟਰਲ ਅਮਰੀਕਾ ਦੇ ਵਿੱਚ ਹੈ, ਠੀਕ ਹੈ। ਇਹ ਤੁਹਾਡਾ ਯੂਨਾਈਟਿਡ ਸਟੇਟਸ ਆਫ ਅਮਰੀਕਾ, ਕੈਨੇਡਾ ਆ ਗਿਆ, ਮੈਕਸੀਕੋ ਆ ਗਿਆ, ਅਤੇ ਨੀਚੇ ਇੱਕ ਛੋਟਾ ਜਿਹਾ ਦੇਸ਼ ਹੈ ਰਾਜੇ ਐਲ ਸੈਲਵਾਡੋਰ, ਸੈਂਟਰਲ ਅਮਰੀਕਾ ਦੇ ਵਿੱਚ ਹੈ, ਠੀਕ ਹੈ। ਸਾਊਥ ਅਮਰੀਕਾ ਤੋਂ ਉੱਪਰ, ਨਾਰਥ ਅਮਰੀਕਾ ਤੋਂ ਨੀਚੇ, ਠੀਕ ਹੈ, ਵਿਚਾਲੇ ਜੀ ਹੈ ਸੈਂਟਰਲ ਅਮਰੀਕਾ ਦੇ ਵਿੱਚ ਐਲ ਸੈਲਵਾਡੋਰ। ਤਾਂ ਇਹ ਦੇਸ਼ ਦਾ ਰਾਜੇ ਦੁਨੀਆ ਦਾ ਪਹਿਲਾ ਦੇਸ਼ ਬਣਿਆ ਹੈਗਾ ਜਿਹਨੇ ਕਿ ਬਿਟਕੋਇਨ ਨੂੰ ਲੀਗਲ ਐਕਸੈਪਟ ਕੀਤਾ ਹੈਗਾ, ਠੀਕ ਹੈ। ਬਿਟਕੋਇਨ ਜਿਵੇਂ ਆਪਾਂ ਪਹਿਲਾਂ ਗੱਲ ਕਰ ਰਹੇ ਸੀਗੇ ਵੀ ਕੋਈ ਵੀ ਦੇਸ਼ ਇਹਨੂੰ ਹਲੇ ਲੀਗਲ ਬੈਕਿੰਗ ਨਹੀਂ ਦੇ ਰਿਹਾ ਹੈਗਾ, ਤਾਂ ਐਲ ਸੈਲਵਾਡੋਰ ਪਹਿਲਾ ਦੇਸ਼ ਬਣਿਆ ਜਿਹਨੇ ਕਿ ਇਹਨੂੰ ਲੀਗਲ ਰਿਕਗਨੀਸ਼ਨ ਦਿੱਤੀ ਹੈ ਵੀ ਹਾਂ ਜਿਹੜੇ ਇਸ ਐਲ ਸੈਲਵਾਡੋਰ ਦੇ ਲੋਕ ਨੇ ਇਸ ਨੂੰ ਐਜ਼ ਅ ਲੀਗਲ ਕਰੰਸੀ ਯੂਜ਼ ਕਰ ਸਕਦੇ ਨੇ, ਠੀਕ ਹੈ। ਜਿਹੜੀ ਇਹਦੇ ਵਿੱਚ ਟ੍ਰਾਂਜੈਕਸ਼ਨ ਹੋਊਗੀ ਉਹ ਵੈਲਿਡ ਮੰਨੀ ਜਾਊਗੀ, ਠੀਕ ਹੈ। ਤਾਂ ਜੂਨ ਦਾ ਹੀ ਅਪਡੇਟ ਹੈਗਾ ਰਾਜੇ, ਇਸੇ ਮਹੀਨੇ ਦਾ ਲਾਸਟ ਮੰਥ ਦਾ ਹੀ ਅਪਡੇਟ ਹੈਗਾ ਕਿ ਜੂਨ ਦੇ ਵਿੱਚ ਹੀ ਇਹ ਐਲ ਸੈਲਵਾਡੋਰ ਨੇ
ਪਹਿਲਾ ਦੇਸ਼ ਬਣਿਆ ਦੁਨੀਆ ਦਾ ਜਿਹਨੇ ਕਿ ਬਿਟਕੋਇਨ ਨੂੰ ਐਜ਼ ਅ ਲੀਗਲ ਕਰੰਸੀ ਐਕਸੈਪਟ ਕੀਤਾ ਹੈ। ਇਹ ਰਾਜੇ ਇਹ ਦੇਸ਼ ਐਸਾ ਦੇਸ਼ ਹੈਗਾ ਕਿ ਜਿਹਦੀ ਕੋਈ ਆਪਣੀ ਕਰੰਸੀ ਹੈ ਹੀ ਨਹੀਂ ਹੈਗੀ, ਠੀਕ ਹੈ, ਇਹਦੀ ਕੋਈ ਆਪਣੀ ਕਰੰਸੀ ਨਹੀਂ ਹੈਗੀ। ਇਹ ਜਿਹੜੀ ਫਿਲਹਾਲ ਕਰੰਸੀ ਯੂਜ਼ ਕਰਦਾ ਉਹ ਅਮਰੀਕਾ ਦਾ ਡਾਲਰ ਹੀ ਯੂਜ਼ ਕਰਦਾ ਹੈਗਾ, ਠੀਕ ਹੈ। ਤਾਂ ਬਿਟਕੋਇਨ ਹੁਣ ਇਹਨਾਂ ਦੀ ਸੈਕਿੰਡ ਕਰੰਸੀ ਬਣ ਜੂ ਇੱਕ ਤਰ੍ਹਾਂ ਦੀ, ਠੀਕ ਹੈ। ਇਹਨਾਂ ਦੇ ਪ੍ਰੈਜ਼ੀਡੈਂਟ ਦਾ ਨਾਮ ਰਾਜੇ ਆਹ, ਠੀਕ ਹੈ। ਪ੍ਰੈਜ਼ੀਡੈਂਟ ਦਾ ਨਾਮ ਇੰਨਾ ਇੰਪੋਰਟੈਂਟ ਨਹੀਂ, ਬਟ ਇਹ ਕੰਟਰੀ ਦਾ ਨਾਮ ਬਹੁਤ ਇੰਪੋਰਟੈਂਟ ਹੈ। ਕੁਐਸਚਨ ਦੇ ਵਿੱਚ ਡੈਫੀਨਿਟਲੀ ਫਸ ਸਕਦਾ ਕੋਈ ਨਾ ਕਿਸੇ ਕੁਐਸਚਨ ਦੇ ਵਿੱਚ, ਕਿਸੇ ਨਾ ਕਿਸੇ ਪੇਪਰ ਦੇ ਵਿੱਚ, ਕਿ ਕਿਹੜਾ ਦੇਸ਼ ਹੈ ਜਿਹਨੇ ਬਿਟਕੋਇਨ ਨੂੰ ਲੀਗਲ ਜਿਹੜਾ ਕੀ ਹੈ ਰਿਕਗਨੀਸ਼ਨ ਦਿੱਤੀ ਹੈ। ਤਾਂ ਆਪਣਾ ਆਨਸਰ ਆਏਗਾ ਐਲ ਸੈਲਵਾਡੋਰ। ਠੀਕ ਹੈ ਬੱਚੇ, ਦੇਖੋ ਇਹ ਆਪਣਾ ਸਾਰਾ ਮਨੀ ਦੀ ਐਵੋਲੂਸ਼ਨ ਪੜ੍ਹੀ ਹੈਗੀ ਹੈ, ਕਿਵੇਂ ਮਨੀ ਇਵੋਲਵ ਹੋਈ। ਇਸ ਨਾਲ ਰਾਜੇ ਆਪਣਾ ਜਿਹੜਾ ਪਹਿਲਾ ਪਿਲਰ ਸੀ ਬੈਂਕਿੰਗ ਵਾਲਾ ਉਹ ਪੂਰਾ ਹੁੰਦਾ ਹੈਗਾ, ਠੀਕ ਹੈ। ਪਹਿਲਾ ਪਿਲਰ ਆਪਣਾ ਬੈਂਕਿੰਗ ਵਾਲਾ ਪੂਰਾ ਹੋ ਗਿਆ। ਬੱਚੇ ਹੁਣ ਦੇਖੋ ਇਕਨੋਮੀ ਦੇ ਵਿੱਚ ਅਗਰ ਤੁਸੀਂ ਇਕੱਲੇ ਲੈਕਚਰ ਲਗਾ ਰਹੇ ਹੋ, ਠੀਕ ਹੈ, ਹੋਰ ਕੁਝ ਨਹੀਂ ਕਰ ਰਹੇ ਆਪਣੇ ਐਂਡ ਤੋਂ, ਫਿਰ ਥੋੜ੍ਹਾ ਜਿਹਾ ਮੁਸ਼ਕਿਲ ਹੋ ਜਾਊਗਾ। ਤਾਂ ਤੁਹਾਡੀ ਰਿਸਪੌਂਸਿਬਿਲਿਟੀ ਬੱਚੇ ਇਹ ਹੈਗੀ, ਤੁਸੀਂ ਲੈਕਚਰ ਲਗਾਓ, ਨੋਟ ਮੇਕਿੰਗ ਕਰੋ ਅਗਰ ਪੋਸੀਬਲ ਹੈਗਾ, ਠੀਕ ਹੈ। ਬਾਕੀ ਤੁਹਾਨੂੰ PDFs ਮਿਲ ਰਹੀਆਂ ਨੇਗੀਆਂ, ਅਗਰ ਨੋਟ ਮੇਕਿੰਗ ਕਰ ਰਹੇ ਹੋ ਤਾਂ ਬਹੁਤ ਅੱਛੀ ਗੱਲ ਹੈ। ਨੋਟ ਮੇਕਿੰਗ ਤੋਂ ਬਾਅਦ ਬੱਚੇ ਤੁਸੀਂ ਰਿਵੀਜ਼ਨ ਕਰਨੀ ਹੈਗੀ ਹੈ, ਠੀਕ ਹੈ। ਮੈਂ ਨਹੀਂ ਕਹਿੰਦਾ ਕੋਈ ਪ੍ਰੈਕਟਿਸ ਕਰੋ ਕੁਐਸਚਨ ਦੀ, ਅਗਰ ਹੁੰਦੀ ਹੈ ਤਾਂ ਬਹੁਤ ਅੱਛੀ ਗੱਲ ਹੈ, ਬਟ ਕੋਈ ਇੱਦਾਂ ਮਤਲਬ ਕੋਈ ਬੰਦਿਸ਼ ਨਹੀਂ ਹੈਗੀ ਤੁਹਾਡੇ 'ਤੇ। ਬਟ ਬੰਦਿਸ਼ ਇੰਨੀ ਗੱਲ ਮੈਂ ਜ਼ਰੂਰ ਕਹਾਂਗਾ ਰਾਜੇ, ਰਿਵਾਈਜ਼ ਜ਼ਰੂਰ ਕਰਨਾ ਹੈਗਾ, ਠੀਕ ਹੈ। ਹੁਣ ਜਿਹੜੇ ਅਗਲੇ ਟੌਪਿਕਸ ਪੜ੍ਹਾਂਗੇ ਆਪਾਂ, ਤਾਂ ਉਹਦੇ ਵਿੱਚ ਤੁਹਾਡੇ ਪੁਰਾਣੇ ਟੌਪਿਕਸ ਦੀ ਰਿਵੀਜ਼ਨ ਬਹੁਤ ਜ਼ਰੂਰੀ ਹੈਗੀ, ਠੀਕ ਹੈ। ਤਾਂ ਪਲੀਜ਼ ਥੋੜ੍ਹਾ ਜਿਹਾ ਐਫਰਟ ਤੁਸੀਂ ਵੀ ਲਗਾਉਣੀ ਹੈਗੀ ਹੈ ਪੜ੍ਹਨ ਦੇ ਵਿੱਚ, ਠੀਕ ਹੈ। ਇਕੱਲੇ ਲੈਕਚਰਸ ਲਗਾਉਣ ਨਾਲ ਕੰਮ ਨਹੀਂ ਬਣਨਾ ਹੈਗਾ, ਥੋੜ੍ਹੀ ਜਿਹੀ ਦੇਖੋ ਐਪਲੀਕੇਸ਼ਨ ਤੁਹਾਨੂੰ ਕਰਨੀ ਪੈਣੀ ਹੈਗੀ, ਠੀਕ ਹੈ ਬੱਚੇ। ਤਾਂ ਰਿਵਾਈਜ਼ ਕਰਕੇ ਆਇਓ। ਨੈਕਸਟ ਪਿਲਰ ਆਪਾਂ ਸਟਾਰਟ ਕਰਾਂਗੇ ਫਾਈਨੈਂਸ਼ੀਅਲ ਸੈਕਟਰ, ਠੀਕ ਹੈ ਜੀ। ਚਲੋ ਮਿਲਦੇ ਹਾਂ ਬੱਚੇ ਨੈਕਸਟ, ਟੇਕ ਕੇਅਰ।